ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:15 ਹੋਏ ਨੇ। 8 ਅਪ੍ਰੈਲ ਦਾ ਦਿਨ ਹੈ, ਵਰਾ 2021 ਦਾ ਵੀਰਵਾਰ ਹੈ। 26 ਚੇਤ ਨਾਨਕ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਇਸ ਸ਼ੋਅ ਦੇ ਵਿੱਚ ਦੇਸ਼ ਪੰਜਾਬ ਦੇ ਝਰੋਖੇ 'ਚੋਂ ਗੱਲਬਾਤ ਨਵਕਿਰਨ ਸਿੰਘ ਪੱਤੀ ਨਾਲ ਹੋਏਗੀ। ਉਸ ਤੋਂ ਬਾਅਦ ਕੁਝ ਖਬਰਾਂ ਤੋਂ ਬਾਅਦ 10:05 ਤੇ ਉੱਘੇ ਵਕੀਲ ਬ੍ਰਿਜਮੋਹਨ ਹੋਣੀ ਸ਼ਾਮਲ ਹੋਣਗੇ। ਬ੍ਰਿਜਮੋਹਨ ਉਹਨਾਂ ਨਾਲ ਖਾਸ ਅੱਜ ਗੱਲਬਾਤ ਕਰਨੀ ਹੈ ਟਰੱਕ ਡਰਾਈਵਰ ਜਸਕੀਰਤ ਸਿੰਘ ਬਾਰੇ, ਜਿਹੜਾ ਜਸਕੀਰਤ ਸਿੰਘ ਸਿੱਧੂ ਹੰਬਲ ਬੱਸ ਹਾਦਸੇ ਦੇ ਵਿੱਚ ਜਿਸ ਨੇ ਸਟਾਪ ਸਾਈਨ ਮਿਸ ਕਰ ਦਿੱਤਾ ਅਤੇ ਸਜ਼ਾ ਸੁਣਾ ਦਿੱਤੀ। ਸਜ਼ਾ ਤੋਂ ਬਾਅਦ ਹੁਣ ਅਗਲਾ ਜਿਹੜਾ ਕੰਮ ਉਹਦਾ ਸ਼ੁਰੂ ਹੋਣਾ ਹੈ ਉਹ ਇਹ ਹੈ ਕਿ ਉਹਨੂੰ ਦੇਸ਼ ਨਿਕਾਲਾ ਨਾ ਦਿੱਤਾ ਜਾਵੇ। ਉਸ 'ਤੇ ਗੱਲਬਾਤ ਜਿਹੜੀ ਹੈ ਉਹ ਅੱਜ ਕਰਾਂਗੇ ਕਿ ਉਹਦੇ ਕਿਹੜੇ ਹੱਕ ਸੀ ਅਤੇ ਕਿਹੜਿਆਂ ਹੱਕਾਂ ਤੋਂ ਜਸਕੀਰਤ ਸਿੰਘ ਸਿੱਧੂ ਵਾਂਝਾ ਹੋਇਆ। 604 204 0600 6042040600 'ਤੇ ਤੁਸੀਂ ਔਨ ਏਅਰ ਸ਼ਾਮਲ ਹੋਣਾ। ਦਾ ਸੱਕ ਉਬਲੇ ਤੇ ਜੜਾਂ ਮਜੀਠ ਦੀਆਂ, ਇੱਕ ਚੁਟਕੀ ਸੂਹੇ ਖਾਬ ਦੀ ਨਿਤ ਸੁਪਨੇ ਪੀਠ ਦੀਆਂ, ਵਿੱਚ ਰੰਗਣ ਖੱਦਰ ਨੱਡੀਆਂ ਤੇ ਡੁੱਲ ਡੁੱਲ ਪੈਂਦਾ ਚਾਵੇ, ਅੱਖ ਦੇ ਕੂਲੇ ਫੰਬਿਆ ਕਿਤੋਂ ਉੱਡਦਾ ਆ। ਅੱਜ ਕੋਟ ਕਲੀ ਦਾ ਰੰਗ ਵੇ ਤੇਰੀ ਦੇਹ ਨੂੰ ਦਿਆਂ ਚੜਾ, ਤੇ ਪਿੰਜ ਤੁੰਬ ਸੰਗ ਸਲੀਕਿਆ ਮੈਂ ਧਾਗਾ ਲਵਾਂ ਬਣਾਏ, ਧਾਗਾ ਮੇਰੇ ਦਾਜ ਦਾ ਮੈਨੂੰ ਲੱਗਦਾ ਸਕਾ ਭਰਾ ਜਾਂ ਰੋਹੀ ਵਾਲੇ ਖੇਤ ਨੂੰ ਇੱਕ ਜਾਂਦੀ ਪਹੀ ਜਿਹਾ। ਵਿਰਖ ਨਵਾਈਆਂ ਟਾਹਣੀਆਂ ਤੇ ਅਸਾਂ ਨਵਾਈ ਧੌਣ ਕੇ, ਹੱਥ ਪਰੇਂਦੇ ਤੋਪਿਆਂ ਨੂੰ ਭੁੱਲ ਤਾਂ ਛੋਂਦੇ ਗਾਉਣ, ਕਿ ਕੁੱਡਣ ਤਿੱਤਰ ਖੰਭੀਆਂ ਜੋ ਅੱਗ ਕਲੇਜੇ ਲਾਉਣ, ਤੇ ਦੂਜਾ ਪੱਤਰੋ ਪੱਤਰੀ ਅੱਜ ਮੱਛਰੀ ਫਿਰਦੀ ਪਾਉਣ। ਸੁੱਬਰ ਤੇ ਤਿਲ ਪੱਤਰਾ ਹਾਏ ਨੀਲਕ ਘੁੰਗਟ ਬਾਗ, ਇੱਕ ਚੋਪ ਤਾਂ ਬੜੀ ਰੰਗੀਲੜੀ ਧਾਗੇ ਦੇ ਖੁੱਲ ਗਏ ਭਾਗ, ਇਹ ਧੁੱਪਾਂ ਜ਼ਹਿਰ ਕਸੀਦੀਆਂ, ਇਹ ਧਰਤਾਂ ਮੋਰਨੀਆਂ ਨੀ ਬਾਬਲ ਆਖੇ ਪੈਂਦੀਆਂ ਨੇ ਧੀਆਂ ਤੋਰਨੀਆਂ। ਇੱਕ ਸੂਈ ਮੇਰੀ ਨਿਕੜੀ, ਇੱਕ ਦਰਦ ਸਲੰਬੜੇ ਨੇ ਲਿਖਿਆ ਸਾਹਾਂ ਨੂੰ ਚੁਗਣਾ ਹੈ, ਪਰ ਮਾਨਸ ਚਮੜੇ ਨੇ ਅੱਜ ਲਾਲ ਝਰੰਗਤਾ ਹੋ ਗਏ। ਖੱਦਰ ਦੇ ਦਰਿਆ ਮੈਨੂੰ ਅਗਲੇ ਘਰ ਵਿੱਚ ਤੋਰ ਕੇ ਪਰ ਕੱਲੀ ਰਹਿ ਜੂ ਮਾਂ, ਜੋ ਹਵਾ 'ਚ ਕੰਬਣ ਮੂੰਗਰੇ ਮੇਰਾ ਮੱਥਾ ਜਿਹਾ ਡਰੇ, ਤੇ ਨਾਲੇ ਵੰਗਾ ਮਹਿੰਦੀਆਂ ਦਾ ਸੁਪਨਾ ਇੱਕ ਤਰੇ, ਮੈਂ ਬਣ ਜਾ ਫੁੱਲ ਫੁਲਕਾਰੀਆਂ ਕੋਈ ਤੋਪੇ ਆਣ ਪਰੇ, ਮੈਨੂੰ ਚੁੰਮ ਕੇ ਹਿੱਕ ਨਾ ਲਾ ਲਵੇ ਮੇਰੇ ਸਭੇ ਦੁੱਖ ਹਰੇ, ਮੈਨੂੰ ਚੁੰਮ ਕੇ ਹਿੱਕ ਨਾ ਲਾ ਲਵੇ ਸਭੇ ਦੁੱਖ ਹਰੇ। ਹਰਮਨਜੀਤ ਲਿਖਦਾ ਰਾਣੀ ਤੱਤ ਦੇ ਵਿੱਚ, ਧਾਗਾ ਮੇਰੇ ਦਾਜ ਦਾ। ਬਾਲਾ ਕਾਇਮ ਹੁੰਦਾ ਸੀ ਕੰਮ, ਕਸ਼ਮੀਰੀਏ ਲਿਆ ਕੇ ਦਿੰਦੇ ਅਖਰੋਟ ਦਾ ਸੱਕ ਦੇ ਜਾਂਦੇ, ਫਿਰ ਬੀਬੀ ਲੱਸੀ ਦੇ ਜਾ, ਬੀਬੀ ਦੁੱਧ ਫੜਾ ਜਾ, ਅਲਾ ਦੰਦਾਸਾ ਨਾਲੇ ਅਖਰੋਟ ਦਿੰਦੇ ਕੱਢ ਕੇ। ਪੰਜਾਬ ਦੇ ਵਿੱਚ ਬੈਠਿਆਂ ਨੂੰ ਇਹ ਹੁੰਦਾ ਕਿ ਇਹ ਜਿਹੜੇ ਮੇਵੇ ਨੇ ਇਕੱਲੇ ਕਸ਼ਮੀਰ 'ਚ ਹੁੰਦੇ। ਦੰਦਾਸੇ ਫਿਰ ਸਭ ਤੋਂ ਵਧੀਆ, ਉਹ ਕਿਆ ਬਾਤ ਹੈ, ਜਿਹੜੇ ਦੰਦ ਤਾਂ ਚਿਲਕਣ ਲਾਉਂਦਾ ਹੈ, ਜਿਹੜੀ ਰੰਗਤ ਚਾੜਦਾ ਉਹਦਾ ਮੁੱਲੇ ਕੋਈ ਨਹੀਂ ਸੀ। ਸੋ ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਪਹਿਲੀ ਗੱਲ ਰੇਹ ਦੀ ਕਰਦੀ ਹੈ, ਕਹਿੰਦੇ ਰੇਹ ਦੀਆਂ ਕੀਮਤਾਂ ਵਧਾ ਕੇ ਫਿਰ ਘਟਾ ਦਿੱਤੀਆਂ, ਕੀ ਹੋਇਆ ਜੀ? ਜੀ ਗਿੱਲ ਸਾਹਿਬ, ਦੇਖੋ ਤੁਸੀਂ ਕਿ ਸਰਕਾਰ ਕਿਸ ਤਰ੍ਹਾਂ ਦੀ ਹੈ ਭਾਰਤ ਦੀ। ਇੱਕ ਵਾਰ ਫੈਸਲਾ ਲੈਂਦੇ ਨੇ ਔਰ ਕੁਝ ਘੰਟਿਆਂ ਬਾਅਦ ਉਹਨਾਂ ਨੂੰ ਆਪਣੇ ਫੈਸਲੇ ਤੋਂ ਵਾਪਸ ਮੁੜਨਾ ਪੈਂਦਾ ਹੈ। ਇਹ ਇਸ ਕਰਕੇ ਨਹੀਂ ਹੈ ਕਿ ਸਰਕਾਰ ਆ ਜਿਹੜੀ ਉਹ ਬਹੁਤ ਫੈਸਲੇ ਨੇ ਜਿਹੜੇ ਉਹ ਆਪਣਿਆਂ ਦੇ ਉੱਤੇ ਪੁਨਰ ਵਿਚਾਰ ਕਰ ਲੈਂਦੀ ਹੈ, ਬਹੁਤ ਚੰਗੀ ਹੈ, ਬਲਕਿ ਇਸ ਕਰਕੇ ਆ ਕਿ ਦਿੱਲੀ ਦੀਆਂ ਬਰੂਹਾਂ ਤੇ ਗਲ ਤੇ ਗੋਡਾ ਧਰੀ ਬੈਠੇ ਨੇ ਕਿਸਾਨ, ਔਰ ਸਰਕਾਰ ਆ ਜਿਹੜੀ ਉਹ ਪੂੰਜੀਪਤੀਆਂ ਦੇ, ਧਨਾਡਾਂ ਦੇ, ਸਰਮਾਏਦਾਰਾਂ ਦੇ, ਮਾਨੀਆਂ ਡਾਨੀਆਂ ਦੇ ਦਬਾਅ ਥੱਲੇ ਇੰਨੀ ਪਹੁੰਚ ਚੁੱਕੀ ਆ ਕਿ ਸਰਕਾਰ ਹੁਣ ਕਿਸਾਨਾਂ ਨੂੰ ਮਿਲਦੀ ਹਰ ਸਬਸਿਡੀ ਦੇ ਉੱਤੇ ਕਾਟਾ ਮਾਰਨ ਜਾ ਰਹੀ ਹੈ। ਗਿੱਲ ਸਾਹਿਬ, ਮੈਂ ਤੁਹਾਨੂੰ ਦੱਸਦਾ, ਆਪਣੇ ਯੂਰੀਆ, DAP ਕਿਸਾਨ ਆਮ ਹੀ ਲੈ ਲੈਂਦੇ ਸੀ। ਪਿਛਲੇ ਦਿਨਾਂ ਦੇ ਵਿੱਚ ਮੈਂ ਕੁਛ ਯੂਰੀਆ ਦੇ ਗੱਟੇ ਲੈ ਕੇ ਆਉਣੇ ਸੀਗੇ, ਔਰ ਜਦੋਂ ਮੈਂ ਦੁਕਾਨ ਦੇ ਉੱਤੇ ਗਿਆ ਮੈਨੂੰ ਕਹਿੰਦੇ ਜੀ ਆਧਾਰ ਕਾਰਡ ਹੈਗਾ। ਆਧਾਰ ਕਾਰਡ ਕੀ ਕਰਨਾ ਹੈ? ਕਹਿੰਦੇ ਜੀ ਤੁਹਾਨੂੰ ਨਹੀਂ ਪਤਾ, ਹੁਣ ਤਾਂ ਸਾਰਾ ਮਤਲਬ ਤੁਹਾਡਾ ਅੰਗੂਠਾ ਵੀ ਜਿਹੜਾ ਉਹ ਸਕੈਨ ਹੋਊਗਾ, ਆਧਾਰ ਕਾਰਡ ਚਾਹੀਦਾ। ਉਹਨਾਂ ਨੇ ਗਿੱਲ ਸਾਹਿਬ ਇਵੇਂ ਦਾ ਢਕਵੰਜ ਕੀਤਾ ਦੁਕਾਨ ਵਾਲਿਆਂ ਨੇ। ਮੈਂ ਕਿਹਾ ਇਹਨਾਂ ਦਾ ਬੈਂਕ ਵਾਲੇ ਨਹੀਂ ਕਰਦੇ। ਕਹਿੰਦੇ ਨਹੀਂ ਜੀ ਸਾਨੂੰ ਹਦਾਇਤਾਂ ਆ ਗਈਆਂ।
ਪ੍ਰਾਈਵੇਟ ਮਤਲਬ ਆਮ ਦੁਕਾਨ ਦੇ ਉੱਤੇ ਇਸ ਤਰ੍ਹਾਂ ਦੀ ਹਾਲਤ। ਉਦੋਂ ਬਾਅਦ ਮੈਨੂੰ ਮੈਸੇਜ ਆਇਆ ਮੋਬਾਈਲ ਦੇ ਉੱਤੇ ਕਿ ਤੁਹਾਨੂੰ ਕੇਂਦਰ ਸਰਕਾਰ ਦੇ ਵੱਲੋਂ 500 ਸਮਥਿੰਗ ਕੁਛ ਜਿਹੜਾ ਸੀਗਾ ਵੀ ਇੰਨੀ ਸਬਸਿਡੀ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਇੱਕ ਗੱਟੇ ਯੂਰੀਏ ਦੇ ਉੱਤੇ। ਮੇਰਾ ਉਹਦੀ ਦਿਮਾਗ ਦੇ ਵਿੱਚ ਗੱਲ ਗਈ ਗਿੱਲ ਸਾਹਿਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯੂਰੀਏ ਦੇ ਰੇਟ ਵਧਾਉਣ ਵਾਲੇ ਨੇ, ਜਿਹੜੀ ਸਬਸਿਡੀ ਕਹਿੰਦੇ ਇਹਨਾਂ ਕੱਟਣ ਵਾਲੇ ਨੇ। ਇਹਨਾਂ ਨੇ ਗੈਸ ਸਿਲੰਡਰਾਂ ਦੇ ਉੱਤੇ ਕਹਿੰਦੇ ਸਿੱਧੀ ਪਹਿਲਾਂ ਖਾਤਿਆਂ 'ਚ ਪਾਵਾਂਗੇ ਸਬਸਿਡੀ ਤੁਹਾਡੇ, ਉਦੋਂ ਬਾਅਦ ਹੌਲੀ ਹੌਲੀ ਕਰਦੇ ਹੁਣ 15-16 ਰੁਪਏ ਇੱਕ ਗੈਸ ਸਿਲੰਡਰ ਤੇ ਸਬਸਿਡੀ ਮਿਲਦੀ ਹੈ, ਜਿਹੜੀ ਜਿਸ ਦਿਨ ਇਹ ਸ਼ੁਰੂ ਕੀਤਾ ਸੀ ਉਹਦੇ 250 ਰੁਪਏ ਤੋਂ ਵੱਧ ਸੀਗੀ। ਸੋ ਹੁਣ ਇਹਨਾਂ ਨੇ ਅੱਜ ਜਿਹੜਾ ਕੇਂਦਰ ਸਰਕਾਰ ਨੇ ਫੈਸਲਾ ਲਿਆ ਗਿੱਲ ਸਾਹਿਬ, ਉਹ ਫੈਸਲਾ ਪਹਿਲਾਂ ਇਫਕੋ ਦੇ ਵੱਲੋਂ, ਜਿਹੜੀ ਇਫਕੋ ਸੰਸਥਾ ਹੈਗੀ, ਬਹੁਤ ਨਾਮੀ ਸੰਸਥਾ ਹੈਗੀ, ਅਰਧ ਸਰਕਾਰੀ ਅਦਾਰਾ ਗਾ, ਉਹਨਾਂ ਨੇ ਫੈਸਲਾ ਲਿਆ ਕਿ DAP ਖਾਦ ਦੇ ਰੇਟ 40% ਵਧਾਤੇ ਔਰ 40% ਵਧਾ ਕੇ ਜਿਹੜਾ 1200 ਵਾਲਾ ਥੈਲਾ ਸੀਗਾ ਉਹ ਥੈਲੇ ਦਾ ਰੇਟ 40% ਵਧਾ ਕੇ ਦੱਸਤਾ ਵੀ ਆਹ ਰੇਟ ਤੁਹਾਨੂੰ ਮਿਲੂਗਾ। ਲੇਕਿਨ ਜਿਉਂ ਹੀ ਇਹ ਖਬਰ ਨਸ਼ਰ ਹੋਈ ਕੁਝ ਘੰਟਿਆਂ ਬਾਅਦ ਰੌਲਾ ਪੈ ਗਿਆ। ਰੌਲਾ ਪੈਣ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚੋਂ ਆਵਾਜ਼ ਉੱਠੀ, ਕਿਸਾਨਾਂ ਨੇ ਕਿਹਾ ਵੀ ਅਸੀਂ ਇਹਦਾ ਵਿਰੋਧ ਕਰਾਂਗੇ ਔਰ ਸੰਯੁਕਤ ਕਿਸਾਨ ਮੋਰਚੇ ਨੇ ਉੱਥੇ ਸਿੱਧੇ ਤੌਰ ਦੇ ਉੱਤੇ ਐਲਾਨ ਕਰਤਾ ਵੀ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਔਰ ਹੱਥਾਂ ਪੈਰਾਂ ਦੀ ਪੈਣ ਤੋਂ ਬਾਅਦ ਗਿੱਲ ਸਾਹਿਬ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਗਾ ਜਿਹੜਾ ਕੁਝ ਸਮੇਂ ਬਾਅਦ ਹੀ ਠੰਡੇ ਬਸਤੇ 'ਚ ਪਾਇਆ ਗਿਆ। ਹੁਣ ਕਹਿੰਦੇ ਕਿਉਂਕਿ ਉਹ ਜਿਹੜੀਆਂ ਬੋਰੀਆਂ ਸੀ ਜਾਂ ਥੈਲੇ ਨੇ DAP ਵਾਲੇ, ਉਹਦੇ ਤੇ ਤਾਂ ਨਵੀਂ ਕੀਮਤ ਲਿਖੀ ਗਈ। ਕਹਿੰਦੇ ਜੀ ਇਹ ਤਾਂ ਅਸੀਂ ਵੈਸੀ ਕੀਮਤ ਲਿਖੀ ਸੀ। ਸੋ ਇਹ ਉਹ ਸਰਕਾਰ ਆ ਜਿਹੜੀ ਫੈਸਲੇ ਬਿਨਾਂ ਸੋਚੇ ਸਮਝੇ ਲੈ ਰਹੀ ਆ। ਨੋਟਬੰਦੀ ਦਾ ਫੈਸਲਾ ਵੀ ਇਹ ਸੀ ਵੀ ਰਾਤੋਂ ਰਾਤ ਐਲਾਨ ਕਰਤਾ ਕੱਲ ਨੂੰ ਨੋਟਬੰਦੀ ਹੋਊ, ਉਦੋਂ ਤਾਂ ਵਾਪਸ ਨਹੀਂ ਮੁੜੇ। ਇੱਕ ਗੱਲ ਇਹ ਜਿੱਤ ਹੈ ਕਿਸਾਨਾਂ ਦੀ ਵੀ ਇਹਨਾਂ ਨੇ ਕੁੱਟਰ ਫੈਸਲੇ ਤਾਂ ਪਹਿਲਾਂ ਵੀ ਲਏ ਬਹੁਤ ਸਾਰੇ ਨੋਟਬੰਦੀ ਵਾਂਗੂ, ਲੇਕਿਨ ਉਦੋਂ ਇਹ ਹੁੰਦਾ ਸੀ ਵੀ ਜਿਹੜੀ ਗੱਲ ਮੋਦੀ ਜੀ ਨੇ ਕਹਿਤੀ ਪਿੱਛੇ ਨਹੀਂ ਮੁੜਦੇ, ਫਿਰ ਸਾਰੀ ਸਰਕਾਰ ਉਸ ਗਲਤ ਫੈਸਲੇ ਦੀ ਪੈਰਵਾਈ ਕਰਨ ਲਈ ਝੋਕ ਦਿੰਦੇ ਸੀ। ਪਰ ਹੁਣ ਇਹ ਖੇਤਾਂ ਦੇ ਪੁੱਤਾਂ ਦਾ ਜ਼ੋਰ ਆ ਗਿੱਲ ਸਾਹਿਬ ਕਿ ਇਹਨਾਂ ਨੂੰ ਆਪਣਾ ਫੈਸਲਾ 5 ਘੰਟਿਆਂ ਬਾਅਦ ਵਾਪਸ ਲੈਣਾ ਪੈ ਰਿਹਾ ਗਾ। ਜੀ ਗਿੱਲ ਸਾਹਿਬ। ਅੱਛਾ, ਜਿਹੜੀ ਸਿੱਧੀ ਅਦਾਇਗੀ ਹੈ ਉਹਦਾ ਰੇੜਕਾ ਕੀ ਆ ਅੰਦਰਲੀ ਮੈਨੂੰ ਦੱਸਿਓ ਕੁੰਡੀ ਖੋਲ ਕੇ। ਆੜਤੀਆਂ ਨੂੰ ਪਰਾਂ ਕਰਕੇ ਸਰਕਾਰ ਕਰਨਾ ਕੀ ਚਾਹੁੰਦੀ ਹੈ? ਕਿ ਉਈਓ ਹੀ ਬਰਾਨ ਕਰਨਾ ਚਾਹੁੰਦੀ ਹੈ ਵੀ ਮੰਡੀ 'ਚ ਫਿਰੀ ਚੱਲਿਓ ਘੱਟੇ ਦੇ ਵਿੱਚ, ਪਹਿਲਾਂ ਵੀ ਬਹਿਨੇ ਹੋ? ਕਰਨਾ ਕੀ ਚਾਹੁੰਦੀ ਹੈ ਸਰਕਾਰ? ਦੇਖੋ ਗਿੱਲ ਸਾਹਿਬ, ਗੱਲ ਇਹ ਆ ਕਿ ਜਿਹੜਾ ਆੜਤੀਆਂ ਰਾਹੀਂ ਅਦਾਇਗੀ ਹੁੰਦੀ ਆ, ਪਰਸਨਲੀ ਮੈਂ ਵੀ ਇਹਦੇ ਹੱਕ ਦੇ ਵਿੱਚ ਨਹੀਂ ਆ ਕਿ ਆੜਤੀਆਂ ਦੇ ਰਾਹੀਂ ਅਦਾਇਗੀ ਨਹੀਂ ਹੋਣੀ ਚਾਹੀਦੀ। ਕਿਸਾਨ ਨੂੰ ਅਦਾਇਗੀ ਆ ਕਿਉਂਕਿ ਕਿਸਾਨ ਫਸਲ ਵੇਚ ਰਿਹਾ ਗਾ। ਸਰਕਾਰ ਜਾਂ FCI ਜਾਂ ਹੋਰ ਸਰਕਾਰੀ ਜਿਹੜੀਆਂ ਸੰਸਥਾਵਾਂ ਨੇ ਉਹ ਖਰੀਦ ਰਹੀਆਂ ਨੇ। ਅਦਾਇਗੀ ਆ ਜਿਹੜੀ ਉਹ ਸਿੱਧੀ ਕਿਸਾਨ ਨੂੰ ਹੋਣੀ ਚਾਹੀਦੀ ਹੈ। ਲੇਕਿਨ ਇਹ ਮਸਲਾ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ। 15 ਸਾਲ ਤੋਂ ਕੁਝ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸੀ ਵੀ ਕਿਸਾਨ ਨੂੰ ਸਿੱਧੀ ਅਦਾਇਗੀ ਤੁਸੀਂ ਦਿਓ, ਲੇਕਿਨ ਸਰਕਾਰਾਂ ਆੜਤੀਆਂ ਦਾ ਪੱਖ ਪੂਰਤੀਆਂ ਆਈਆਂ, ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਫੈਸਲਾ ਨਹੀਂ ਕੀਤਾ। ਹੁਣ ਜਿਹੜਾ ਇਹ ਫੈਸਲਾ ਕਰ ਰਿਹਾ, ਹੁਣ ਇਹ ਫੈਸਲਾ ਕੋਈ ਇਹ ਨਹੀਂ ਹੈ ਕਿ ਕਿਸਾਨਾਂ ਦਾ ਪੱਖੀ ਫੈਸਲਾ, ਹੁਣ ਇਹ ਫੈਸਲਾ ਬਹੁਤ ਗਲਤ ਤਰੀਕੇ ਦੇ ਨਾਲ ਕਰ ਰਹੇ ਨੇ। ਇਹ ਕੀ ਕਰ ਰਹੇ ਨੇ? ਇਹਨਾਂ ਦਾ ਮਕਸਦ ਇਹ ਹੈ ਗਿੱਲ ਸਾਹਿਬ ਕਿ ਸਰਕਾਰੀ ਖਰੀਦ ਬੰਦ ਕਰ। ਅਸਲ ਦੇ ਵਿੱਚ 1990 ਤੋਂ ਜਿਹੜੀਆਂ ਪ੍ਰਾਈਵੇਟਾਈਜੇਸ਼ਨ ਦੀਆਂ ਨੀਤੀਆਂ ਚੱਲੀਆਂ, ਪਹਿਲਾਂ ਤਾਂ ਇਹਨਾਂ ਨੂੰ ਲੋੜ ਸੀਗੀ, ਅਨਾਜ ਕਾਲ ਪੈਂਦੇ ਹੁੰਦੇ ਸੀ, ਉਦੋਂ ਅਨਾਜ ਦੀ ਲੋੜ ਸੀਗੀ, ਉਦੋਂ ਤਾਂ ਇਹ ਇਹਨਾਂ ਨੇ ਮਤਲਬ FCI ਵਰਗੀਆਂ 1964 ਸੰਸਥਾ ਬਣਾਈ ਔਰ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਜਿਹੜਾ ਮੰਡੀਕਰਨ ਸਿਸਟਮ ਬਣਾਇਆ, ਉਹਦੇ ਤਹਿਤ ਕਿਹਾ ਕਿ MSP ਅਸੀਂ ਘੱਟੋ ਘੱਟ ਸਪੋਰਟਿੰਗ ਪ੍ਰਾਈਸ ਆ ਜਿਹੜੀ ਤੁਹਾਨੂੰ ਕਣਕ ਤੇ ਵੀ ਦੇਵਾਂਗੇ, ਚੌਲਾਂ ਤੇ ਵੀ ਦੇਵਾਂਗੇ ਔਰ ਖਰੀਦ ਕਰਾਂਗੇ। ਉਸ ਤੋਂ ਬਾਅਦ ਗਿੱਲ ਸਾਹਿਬ ਹੌਲੀ ਹੌਲੀ 90ਵਿਆਂ 'ਚ ਆ ਕੇ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਆਪਾਂ ਕਿਉਂ ਦਿੰਦੇ ਆ, ਆਪਣੇ ਕੋਲ ਤਾਂ ਬਹੁਤ ਚੀਜ਼ਾਂ ਦੀ ਬਚਤ ਹੈ, ਆਪਾਂ ਤਾਂ ਮਤਲਬ ਐਵੇਂ ਕਿਸਾਨ ਨੂੰ ਦੇਈ ਜਾਂਦੇ ਆ। ਫਿਰ ਸਰਕਾਰ ਉਸ ਤੋਂ ਬਾਅਦ ਇਹ ਹੀਲੇ ਵਸੀਲੇ ਜਤਾਉਣ ਲੱਗੀ ਕਿ ਕਿਵੇਂ ਤੋਂ ਭੱਜਿਆ ਜਾਵੇ। ਸੋ ਹੁਣ ਇਹ ਜਿਹੜੀ ਕੇਂਦਰ ਸਰਕਾਰ ਆ, ਸਿੱਧੀ ਅਦਾਇਗੀ ਤਾਂ ਇੱਕ ਬਹਾਨਾ ਹੈਗਾ। ਇਹਨਾਂ ਦਾ ਮਕਸਦ ਇਹ ਹੈਗਾ FCI ਨੂੰ ਤੋੜਨਾ। ਇਹਨਾਂ ਦਾ ਮਕਸਦ ਇਹ ਹੈ ਕਿ ਸਰਕਾਰੀ ਖਰੀਦ ਤੋਂ ਭੱਜ ਜਾਣਾ। ਇਹਨਾਂ ਦਾ ਮਕਸਦ ਇਹ ਹੈ ਕਿ ਕਿਸਾਨ ਤੇ ਆੜ੍ਹਤੀ ਨੂੰ ਆਪਸ ਵਿੱਚ ਲੜਾ ਦਈਏ ਤਾਂ ਕਿ ਕਿਸਾਨ ਕਹੇ ਵੀ ਠੀਕ ਆ ਮੈਨੂੰ ਦਿਓ। 2.5% ਉਹਦੇ ਉੱਤੇ ਜਿਹੜਾ ਆੜ੍ਹਤੀ ਨੂੰ ਕਮਿਸ਼ਨ ਮਿਲਦਾ ਹੈ, ਉਹ ਕਮਿਸ਼ਨ ਅਸੀਂ ਕਹਿ ਦਈਏ ਵੀ ਅਸੀਂ ਇੱਕ ਵਾਰ ਕਹਿ ਦਿੰਦੇ ਕਿਸਾਨ ਨੂੰ ਦੇਵਾਂਗੇ ਔਰ ਦੂਜੀ ਵਾਰ ਦੇਣਾ ਉਹ ਕਿਸਾਨ ਨੂੰ, ਕਿਉਂ ਕਿਸਾਨ ਨੇ ਤਾਂ ਫਸਲ ਦੀ ਖਰੀਦਣੀ। ਹੁਣ ਮੈਂ ਤੁਹਾਨੂੰ ਅੱਜ ਦੀ ਐਗਜ਼ਾਮਪਲ ਦਿੰਦਾ ਗਿੱਲ ਸਾਹਿਬ। ਸਥਿਤੀ ਇਹ ਬਣੀ ਹੋਈ ਹੈ ਵੀ ਜਿਹੜਾ MSP ਆ ਕਣਕ ਦੀ 1975 ਰੁਪਏ ਪ੍ਰਤੀ ਕੁਇੰਟਲ ਜਿਹੜੀ ਕੇਂਦਰ ਸਰਕਾਰ ਨੇ ਦਿੱਤੀ ਹੋਈ ਆ ਜੀ, ਪਿਛਲੇ ਸਾਲ ਵੀ ਇੰਨੀ ਸੀ, ਹੁਣ ਵੀ ਇੰਨੀ ਆ। ਲੇਕਿਨ ਅੱਜ ਦਿੱਲੀ ਦੀ ਮੰਡੀ ਦੇ ਵਿੱਚ, ਦਿੱਲੀ ਦੀ ਨਰੇਲਾ ਮੰਡੀ ਹੈ ਜਿਹੜੀ,
ਸਿੰਘੂ ਬਾਰਡਰ ਦੇ ਨੇੜੇ ਪੈਂਦੀ ਹੈ। ਦਿੱਲੀ ਦੀ ਮੰਡੀ 'ਚ ਜਿਹੜੀ ਕਣਕ ਆ ਉਹ 1700 ਰੁਪਏ ਪ੍ਰਤੀ ਕੁਆਂਟਲ ਤੋਂ ਲੈ ਕੇ 1775 ਰੁਪਏ ਪ੍ਰਤੀ ਕੁਆਂਟਲ ਤੱਕ ਵਿਕੀ ਆ। ਸੋ ਪ੍ਰਧਾਨ ਮੰਤਰੀ ਜੀ ਬਾਰ-ਬਾਰ ਕਹਿੰਦੇ ਨੇ, ਹਰ ਥਾਂ ਕਹਿੰਦੇ ਨੇ MSP ਸੀ, MSP ਹੈ, MSP ਰਹੇਗੀ। ਇਹ ਸਾਡੇ ਪ੍ਰਧਾਨ ਮੰਤਰੀ ਜੀ ਦੇ ਸ਼ਬਦ ਨੇ। ਲੇਕਿਨ ਤੁਸੀਂ ਇਹ ਦੇਖੋ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਅੱਜ ਕਣਕ ਆ ਜਿਹੜੀ 1975 ਤੇ ਵਿਕਣੀ ਚਾਹੀਦੀ ਸੀ, ਉਹ 1700 ਰੁਪਏ ਤੋਂ ਲੈ ਕੇ 1775 ਰੁਪਏ ਪ੍ਰਤੀ ਕੁਆਂਟਲ ਤੇ ਵਿਕੀ ਆ। ਜਾਣੀ ਕਿ 200 ਤੋਂ 225 ਰੁਪਏ ਪ੍ਰਤੀ ਕੁਆਂਟਲ ਦੇ ਜਿਹੜੇ ਕਿਸਾਨ ਨੂੰ ਨੁਕਸਾਨ ਹੋਇਆ ਦਿੱਲੀ ਦੇ। ਸੋ ਅਸਲ ਦੇ ਵਿੱਚ ਇਹਨਾਂ ਦਾ ਮਨੋਰਥ ਆ ਜਿਹੜਾ ਉਹ ਸਿੱਧੀ ਖਰੀਦ ਤੋਂ ਭੱਜਣਾ ਗਾ। ਹੁਣ ਮੈਂ ਤੁਹਾਨੂੰ ਦੱਸਦਾਗਾ ਕਿ ਅੱਜ ਪਿਊਸ਼ ਗੋਇਲ ਜਿਹੜੇ ਸਾਡੇ ਮੰਤਰੀ ਨੇ ਕੇਂਦਰ ਦੇ, ਉਹਨਾਂ ਦੇ ਨਾਲ ਪੰਜਾਬ ਦੇ 4 ਮੰਤਰੀਆਂ ਦੀ ਮੀਟਿੰਗ ਹੋਈ। ਮਨਪ੍ਰੀਤ ਬਾਦਲ ਦੀ ਅਗਵਾਈ ਦੇ ਵਿੱਚ ਇੱਕ ਖੱਤ ਭੇਜਿਆ ਕੈਪਟਨ ਅਮਰਿੰਦਰ ਸਿੰਘ ਨੇ, ਵਿਜੇਂਦਰ ਸਿੰਗਲਾ ਸੀ ਉਹਦੇ ਚ, ਭਾਰਤ ਭੂਸ਼ਣ ਆਸ਼ੂ ਸੀ, ਲਾਲ ਸਿੰਘ ਸੀ, ਔਰ ਉਸ ਵਫਦ ਨੇ ਮੁਲਾਕਾਤ ਕੀਤੀ ਪਿਊਸ਼ ਗੋਇਲ ਜੀ ਨਾਲ, ਔਰ ਉਹਨਾਂ ਕੋਲ ਰੱਖਿਆ ਕਿ ਕਣਕ ਦੀ ਸਿੱਧੀ ਅਦਾਇਗੀ ਹੈ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਹੀ ਹੋਣੀ ਚਾਹੀਦੀ ਹੈ, ਸਿੱਧੀ ਨਾ ਕਰੋ ਤੁਸੀਂ, ਆੜ੍ਹਤੀਆਂ ਦੇ ਰਾਹੀਂ ਹੀ ਹੋਵੇ। ਲੇਕਿਨ ਕੇਂਦਰ ਸਰਕਾਰ ਨੇ ਇਹਨਾਂ ਨੂੰ ਸਾਫ਼ ਤੇ ਸਪਸ਼ਟ ਕਹਿਤਾ ਕਿ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਅਦਾਇਗੀ ਹੈ ਜਿਹੜੀ ਉਹ ਸਿੱਧੀ ਕਰਾਂਗੇ। ਫਰਦਾਂ, ਜਮਾਬੰਦੀਆਂ ਔਰ ਜਿਹੜਾ ਮਤਲਬ ਮਾਲਕੀਅਤ ਦੇ ਵਿੱਚ ਵੀ ਉਸੇ ਦਾ ਨਾਂ ਹੋਵੇ, ਇਸ ਤੋਂ ਇਲਾਵਾ ਕਾਸ਼ਤਕਾਰ 'ਚ ਵੀ ਉਸੇ ਕਿਸਾਨ ਦਾ ਨਾਂ ਹੋਵੇ, ਉਹ ਸਾਰੇ ਕਾਸੇ ਤੋਂ 6 ਮਹੀਨੇ ਲਈ ਭਾਵੇਂ ਛੋਟ ਦੀ ਗੱਲ ਚੱਲ ਪਈ। ਲੇਕਿਨ ਜੇ ਸਿੱਧੀ ਅਦਾਇਗੀ ਹੁੰਦੀ ਹੈ ਤਾਂ ਇਹ ਆੜ੍ਹਤੀਆਂ ਤੇ ਕਿਸਾਨਾਂ 'ਚ ਪਾਟ ਪਾਉਣ ਵਾਲੀ ਗੱਲ ਹੈ। ਉਹ ਵੀ ਇਸ ਸਮੇਂ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਬਹੁਤ ਵੱਡਾ ਅੰਦੋਲਨ ਉੱਠਿਆ ਹੋਇਆ, ਆੜ੍ਹਤੀਆਂ ਤੇ ਕਿਸਾਨ ਇਕੱਠੇ ਨੇ। ਹੁਣ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੀ ਮੀਟਿੰਗ ਸੱਦ ਲਈ। ਵਿੱਚ ਵਿਚਾਲੇ ਵਾਲਾ ਰਾਹ ਪੰਜਾਬ ਸਰਕਾਰ ਕੋਈ ਕੱਢਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੀ ਆ। ਮੰਡੀਆਂ 'ਚ ਅੰਬਾਰ ਲੱਗ ਗਏ, ਮੰਡੀਆਂ 'ਚ ਕਣਕ ਪਹੁੰਚ ਗਈ, ਆੜ੍ਹਤੀ ਸਟ੍ਰਾਈਕ ਦੇ ਉੱਤੇ ਚਲੇ ਜਾ ਰਹੇ ਨੇ। 10 ਅਪ੍ਰੈਲ ਤੋਂ ਖਰੀਦ ਸ਼ੁਰੂ ਹੋਣੀ ਸੀ, ਲੇਕਿਨ ਉਸ ਤੋਂ ਪਹਿਲਾਂ ਹੀ ਆੜ੍ਹਤੀ ਹੜਤਾਲ ਤੇ ਜਾ ਰਿਹਾ। ਕੇਂਦਰ ਤੇ ਪੰਜਾਬ ਦਾ ਰੇੜਕਾ ਫਸ ਗਿਆ। ਸੋ ਹੁਣ ਮਸਲਾ ਇਹ ਹੈਗਾ ਕਿ ਕਿਸਾਨ ਮੰਡੀਆਂ 'ਚ ਰੁਲੂ। ਗਿੱਲ ਸਾਹਿਬ, ਇਹਦਾ ਮਤਲਬ ਇਹ ਆ ਸਰਕਾਰ ਚਾਹੁੰਦੀ ਹੈ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਨਾ ਲੜੇ, ਮੰਡੀਆਂ 'ਚ ਲੜੇ। ਉਹ ਵੀ ਲੜੇ ਕਿਹਦੇ ਨਾਲ? ਆੜ੍ਹਤੀਆਂ ਜੀ। ਅੱਛਾ, ਢੀਂਡਸੇ ਹੋਣੀ ਆਮ ਆਦਮੀ ਪਾਰਟੀ 'ਚ ਰਲ ਨੂੰ ਫਿਰਦੇ ਆ, ਪਰ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਬੈਠਾ, ਉਹਨੇ ਆਪਣੇ ਬਰਾਬਰ ਦਾ, ਆਪਣੇ ਤੋਂ ਉੱਪਰਲਾ ਬੰਦਾ ਨਹੀਂ ਬਣਨ ਦੇਣਾ, ਤੇ ਆਮ ਆਦਮੀ ਪਾਰਟੀ ਲੱਤ ਨਹੀਂ ਲਾਉਂਦੀ। ਜੀ ਜੀ ਗਿੱਲ ਸਾਹਿਬ, ਦੇਖੋ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਬੜੀ ਕਮਾਲ ਦੀਆਂ ਗੱਲਾਂ ਕੀਤੀਆਂ। ਉਹ ਕਹਿੰਦੇ ਭਗਵੰਤ ਮਾਨ ਤਾਂ ਮੇਰੇ ਪੁੱਤਾਂ ਵਰਗਾ, ਜੋ ਜਾਂ ਮੈਨੂੰ ਪਰਮਿੰਦਰ ਢੀਂਡਸਾ ਉਹ ਜਾਂ ਭਗਵੰਤ ਮਾਨ ਕਹਿੰਦੇ। ਹਾਲਾਂਕਿ ਭਗਵੰਤ ਮਾਨ ਨੇ ਮਤਲਬ ਸੰਗਰੂਰ ਦੀ ਜਿਹੜੀ ਸੀਟ ਸੀ ਸੁਖਦੇਵ ਸਿੰਘ ਢੀਂਡਸਾ ਵਾਲੀ, ਉਹ ਸੀਟ ਖੋਹੀ ਹੈ ਸੁਖਦੇਵ ਸਿੰਘ ਢੀਂਡਸਾ ਤੋਂ, ਸਭ ਨੂੰ ਪਤਾ ਹੈਗਾ। ਨਹੀਂ ਤਾਂ ਇੱਥੋਂ ਸੁਖਦੇਵ ਸਿੰਘ ਢੀਂਡਸਾ ਲੋਕ ਸਭਾ ਮੈਂਬਰ ਹੋਇਆ ਕਰਦੇ ਸੀ ਸਾਡੀ ਸੀਟ ਤੋਂ। ਤਾਂ ਹੁਣ ਸੁਖਦੇਵ ਸਿੰਘ ਢੀਂਡਸਾ ਦੇ ਸ਼ਬਦ, ਉਧਰੋਂ ਪਰਮਿੰਦਰ ਢੀਂਡਸਾ ਕਹਿ ਰਹੇ ਨੇ, ਅੱਜ ਹੀ ਉਹਨਾਂ ਨੇ ਕਿਹਾ, ਉਹ ਕਹਿੰਦੇ ਸਾਨੂੰ ਆਮ ਆਦਮੀ ਪਾਰਟੀ ਦੇ ਨਾਲ ਚੋਣ ਗੱਠਜੋੜ ਕਰਨ ਤੋਂ ਕੋਈ ਕਹਿੰਦੇ ਮਤਲਬ ਹਿਚਕ ਨਹੀਂ ਹੈ, ਅਸੀਂ ਕੋਸ਼ਿਸ਼ ਕਰਾਂਗੇ। ਕਹਿੰਦੇ ਸਾਡੀ ਗੱਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਨਾਲ, ਅਸੀਂ ਚੋਣ ਗੱਠਜੋੜ ਕਰੀਏ, ਅਸੀਂ ਇੱਕ ਬਦਲ ਦੇਈਏ, ਅਸੀਂ ਇਹ ਪੰਜਾਬ ਦੀ ਸਿਆਸਤ ਨੂੰ ਇੱਕ ਨਵਾਂ ਜਿਹੜਾ ਗੱਠਜੋੜ ਦੇਈਏ, ਉਹ ਇਹ ਗੱਲ ਕਰ ਰਹੇ ਨੇ। ਲੇਕਿਨ ਆਮ ਆਦਮੀ ਪਾਰਟੀ ਇਹ ਚੀਜ਼ਾਂ ਮਤਲਬ ਜਿਹੜੀਆਂ ਅਲਾਉ ਨਹੀਂ ਕਰ ਰਹੀ। ਆਮ ਆਦਮੀ ਪਾਰਟੀ ਦਾ ਪਿਛਲੀ ਵਾਰ ਵੀ ਬਹੁਤ ਸਾਰਿਆਂ ਨੇ ਆਫਰ ਕੀਤੀ ਸੀ ਕਿ ਆਪਾਂ ਗੱਠਜੋੜ ਕਰਕੇ ਚੋਣ ਲੜ ਲਈਏ। ਉਹ ਕਹਿ ਰਹੇ ਨੇ ਕਿ ਤੁਸੀਂ ਸਾਡੇ ਵਿੱਚ ਆ, ਅਸੀਂ ਤੁਹਾਡੇ ਨਾਲ ਗੱਠਜੋੜ ਨਹੀਂ ਕਰਾਂਗੇ। ਹਰਪਾਲ ਸਿੰਘ ਚੀਮਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ, ਉਹ ਕਹਿੰਦੇ ਜੇ ਢੀਂਡਸਾ ਗਰੁੱਪ ਜਾਂ ਇਹਨਾਂ ਦੇ ਜੋ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਆ ਟੋਟਲ, ਉਹ ਜਾਂ ਤਾਂ ਸਾਡੇ 'ਚ ਮਰਜ ਹੋਵੇ, ਆਪਣੀ ਪਾਰਟੀ ਤੋੜੇ ਤੇ ਸਾਡੀ ਪਾਰਟੀ 'ਚ ਸ਼ਾਮਲ ਹੋਵੇ, ਅਦਰਵਾਈਜ਼ ਉਹ ਕਹਿੰਦੇ ਅਸੀਂ ਚੋਣ ਗੱਠਜੋੜ ਆ ਜਿਹੜਾ ਉਹ ਨਹੀਂ ਕਰਾਂਗੇ। ਸੋ ਸਥਿਤੀ ਇਹ ਬਣੀ ਹੋਈ ਆ। ਸੋ ਬਣਦਾ ਤਾਂ ਗਿੱਲ ਸਾਹਿਬ ਇਹ ਆ, ਦੇਖੋ ਕਿ ਜੇ ਤਾਂ ਮਤਲਬ ਪੰਜਾਬ ਦੀ ਸਿਆਸਤ ਨੂੰ ਇਹ ਚਾਹੁੰਦੇ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਇਕੱਲੀ ਬਦਲ ਨਹੀਂ ਬਣ ਸਕਦੀ, ਆਪਾਂ ਨੂੰ ਸਭ ਨੂੰ ਪਤਾ ਹੈ ਉਸ ਰੂਪ ਦੀ ਸਥਿਤੀ ਦੇ ਵਿੱਚ ਨਹੀਂ ਹੈ ਕਿ ਉਹ ਅਕਾਲੀ ਦਲ ਤੇ ਕਾਂਗਰਸ ਦਾ ਬਦਲ ਬਣ ਜੇ। ਅਜਿਹੇ ਦੇ ਵਿੱਚ ਇੱਕ ਥਰਡ ਫਰੰਟ ਆ ਜਿਹੜਾ, ਜਿਹਦੇ 'ਚ ਢੀਂਡਸਾ ਪਰਿਵਾਰ ਹੋ ਸਕਦਾ ਹੈ, ਜਿਹਦੇ 'ਚ ਬ੍ਰਹਮਪੁਰਾ ਸਾਹਿਬ ਹੋ ਸਕਦੇ ਨੇ, ਜਿਹਦੇ 'ਚ ਹੋਰ ਬਹੁਤ ਸਾਰੇ ਜਿਹੜੇ ਖਹਿਰਾ ਹੋ ਸਕਦੇ ਨੇ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੀ ਇਸ ਗੱਲ ਦੇ ਉੱਤੇ ਸੋਚ ਸਕਦੇ ਜੇ ਆਮ ਆਦਮੀ ਪਾਰਟੀ ਗੱਠਜੋੜ। ਲੇਕਿਨ ਆਮ ਆਦਮੀ ਪਾਰਟੀ ਹੁਣ ਤੱਕ ਦੀ ਸਥਿਤੀ ਇਹ ਹੈ ਕਿ ਉਹ ਗੱਠਜੋੜ ਕਿਸੇ ਵੀ ਪਾਰਟੀ ਨਾਲ ਨਹੀਂ ਕਰਦੇ। ਉਹ ਕਹਿੰਦੇ ਅਸੀਂ ਇਕੱਲੇ ਹੀ ਜਿੱਤਾਂਗੇ। ਸੋ ਜੇ ਗੱਠਜੋੜ ਵਾਲੀ ਆਉਣ ਦਾ ਹਾਲਤ ਹੋਵੇ ਗਿੱਲ ਸਾਹਿਬ, ਫਿਰ ਤਾਂ ਪੱਛਮੀ ਬੰਗਾਲ ਦੇ ਵਿੱਚ ਰੌਲਾ ਹੀ ਕੋਈ ਨਹੀਂ ਸੀ ਨਾ। ਉੱਥੇ ਵੀ ਤਾਂ ਢਿੰਡ 'ਚ ਕਾਨਾ ਖੱਬੇ ਪੱਖੀ ਤੇ ਕਾਂਗਰਸ ਪਾਈ ਬੈਠੇ ਨੇ, ਤੀਜੀ ਧਿਰ ਦੇ ਤੌਰ ਦੇ ਉੱਤੇ ਤਰਨਮੂਲ ਕਾਂਗਰਸ ਦੇ ਬਰੋਬਰ ਝੰਡਾ ਗੱਠੀ ਬੈਠੇ ਨੇ। ਜੇ ਇਹੀ ਹਾਲਤ ਹੁੰਦੀ ਵੀ ਭਾਜਪਾ ਨੂੰ ਹਰਾਉਣਾ ਹੁੰਦਾ, ਉਹ ਇਕੱਠੇ ਹੋ ਕੇ ਚੋਣ ਲੜ ਲੈਂਦੇ, ਤਰਨਮੂਲ ਕਾਂਗਰਸ ਖੱਬੇ ਪੱਖੀ ਤੇ ਕਾਂਗਰਸ, ਫਿਰ ਤਾਂ ਬੀਜੇਪੀ ਨੇੜੇ ਵੀ ਨਹੀਂ ਸੀ ਲੱਗਦੀ ਪੱਛਮੀ ਬੰਗਾਲ ਦੀ ਸਿਆਸਤ ਦੇ ਵਿੱਚ।
ਸੋ ਇਹ ਜਿਹੜਾ ਪਾਰਟੀਆਂ ਨੂੰ ਇਹ ਲੱਗਦਾ ਨਾ ਵੀ ਅਸੀਂ ਤਾਂ ਜਿੱਤੇ ਕਿ ਜਿੱਤੇ, ਆਮ ਆਦਮੀ ਪਾਰਟੀ ਨੂੰ ਵੀ ਇਹੀ ਲੱਗ ਰਿਹਾ, ਪੰਜਾਬ 'ਚ ਕਾਂਗਰਸ ਨੂੰ ਵੀ ਇਹੀ ਲੱਗ ਰਿਹਾ, ਕੈਪਟਨ ਅਮਰਿੰਦਰ ਸਿੰਘ ਤਾਂ ਲੱਗਦਾ ਵੀ ਸਾਰਾ ਕੁਝ ਪਰੋਸਿਆ ਗਿਆ ਥਾਲੀ 'ਚ, ਮੈਂ ਤਾਂ ਬਸ ਜਾ ਕੇ ਸਹੁੰ ਚੱਕ ਹੀ ਮੁੜਨਾਗਾ। ਉਧਰੋਂ ਸੁਖਬੀਰ ਬਾਦਲ ਨੂੰ ਲੱਗਦਾਗਾ ਵੀ ਲੋਕ ਕੈਪਟਨ ਅਮਰਿੰਦਰ ਸਿੰਘ ਤੋਂ ਅੱਕ ਗਏ, ਆਮ ਆਦਮੀ ਪਾਰਟੀ 2-3 ਗਰੁੱਪਾਂ 'ਚ ਵੰਡੀ ਪਈ ਹੈ, ਭਾਜਪਾ ਤੋਂ ਅੱਡ ਹੋ ਕੇ ਕਿਸਾਨ ਅੰਦੋਲਨ ਦੇ ਸਿਰ ਤੇ ਮੈਂ ਖਣੀ ਪੰਜਾਬ ਦਾ ਮੁੱਖ ਮੰਤਰੀ ਬਣ ਜੂ ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦਿਆਂ ਤਾਂ ਇਹਦੇ 'ਚੋਂ ਮਤਲਬ ਸਥਿਤੀ ਜਿਹੜੀ ਨਜ਼ਰ ਆ ਰਹੀ ਹੈ, ਉਸ ਸਥਿਤੀ ਦੇ ਵਿੱਚ ਸਥਿਤੀ ਡਾਵਾਂਡੋਲ ਹੈ। ਜੇ ਗੱਠਜੋੜ ਹੋਣਗੇ ਤਾਂ ਕੋਈ ਅੱਗੇ ਵੱਧ ਸਕਦਾ, ਅਦਰਵਾਈਜ਼ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਕਿਸਾਨ ਅੰਦੋਲਨ ਚੱਲ ਰਿਹਾ, ਉਹ ਅੰਦੋਲਨ ਦੇ ਵਿੱਚ ਲੋਕ ਅਕਾਲੀ ਦਲ ਨੂੰ ਵੀ ਘੇਰ ਰਹੇ ਨੇ, ਲੋਕ ਕਾਂਗਰਸ ਨੂੰ ਵੀ ਘੇਰ ਰਹੇ ਨੇ। ਇੱਕ ਥਾਂ ਜਿਹੜਾ ਨੀਂਹ ਪੱਥਰ ਦਾ ਉਦਘਾਟਨ ਕਰਨ ਜਾਣਾ ਸੀ, ਕਾਂਗਰਸੀ ਵਿਧਾਇਕ ਨੇ ਬੀਬੀਆਂ ਨੇ ਇੱਟਾਂ ਨਾਲ ਭੰਨਤਾ। ਭਾਜਪਾ ਵਾਲਿਆਂ ਦੀ ਜਿਹੜੀ ਹਾਲਤ ਹੋ ਰਹੀ ਹੈ ਪੰਜਾਬ 'ਚ, ਉਹ ਸਭ ਨੂੰ ਪਤਾ ਹੀ ਹੈ ਜੀ ਗਿੱਲ ਸਾਹਿਬ। ਅੱਛਾ, ਬੀਬੀ ਕਿਹੜੀ ਪਾਈ ਆ ਸੋਨਾ ਚੱਕ ਕੇ ਬਾਰਡਰ ਟੱਪਣ ਲੱਗੀ ਸੀ ਪ੍ਰੇਮੀ ਨੂੰ ਮਿਲਣ, ਇਹ ਕਿੱਥੇ ਗੱਲ ਹੋਈ ਹੈ? ਜੀ ਗਿੱਲ ਸਾਹਿਬ, ਇਹ ਆਪਣੇ ਪੰਜਾਬ 'ਚ ਹੀ ਵਾਪਰਿਆ ਘਟਨਾਕ੍ਰਮ। ਦਰਅਸਲ ਹੋਇਆ ਇਹ ਕਿ ਇੱਕ ਔਰਤ ਜਿਹੜੀ ਉਹ ਉੜੀਸਾ ਦੀ ਰਹਿਣ ਵਾਲੀ ਸੀਗੀ। ਅੱਛਾ। ਉਹ ਉੜੀਸਾ ਤੋਂ ਗਿੱਲ ਸਾਹਿਬ ਚੱਲੀ, ਉੱਥੋਂ ਜਹਾਜ਼ ਦੇ ਰਾਹੀਂ ਪਹਿਲਾਂ ਉਹਨੇ ਘਰੋਂ ਆਪਦੇ 25 ਤੋਲੇ ਸੋਨਾ ਚੱਕਿਆ, 60 ਗ੍ਰਾਮ ਚਾਂਦੀ ਚੱਕੀ। ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਆਪਣੇ ਪਾਕਿਸਤਾਨੀ ਪ੍ਰੇਮੀ ਦੇ ਨਾਲ 2 ਸਾਲ ਤੋਂ ਉਹ ਇਨ ਟੱਚ ਸੀ। ਉਹਦੇ ਪਾਕਿਸਤਾਨੀ ਪ੍ਰੇਮੀ ਨੇ ਉਹਨੂੰ ਕਹਿਤਾ ਕਿ ਤੂੰ ਆ ਜਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਐਂਟਰ ਹੋ ਜੀ। ਔਰ ਗਿੱਲ ਸਾਹਿਬ, ਇਹ ਬੜੀ ਮਤਲਬ ਕਥਨੀ ਕਹਾਣੀ ਹੈ ਜਿਹੜੀ ਉਹ ਇਸ ਰੂਪ ਦੇ ਵਿੱਚ ਵਾਪਰੀ ਕਿ ਉੜੀਸਾ ਦੇ ਵਿੱਚ ਪਿੰਡ ਪੈਂਦਾ ਮਾਝੀ ਕਲੀ ਉੜੀਸਾ ਤੋਂ ਉਹ ਘਰੋਂ ਤੁਰਦੀ ਆ। ਉਸ ਤੋਂ ਬਾਅਦ ਉੜੀਸਾ ਤੋਂ ਉਹ ਜਹਾਜ਼ ਦੇ ਰਾਹੀਂ ਦਿੱਲੀ ਪਹੁੰਚਦੀ ਆ। ਦਿੱਲੀ ਤੋਂ ਬਾਏ ਬੱਸ ਉਹ ਜਿਹੜੀ ਆ ਔਰਤ ਉਹ ਅੰਮ੍ਰਿਤਸਰ ਸਾਹਿਬ ਪਹੁੰਚਦੀ ਆ, ਔਰ ਉੱਥੋਂ ਫਿਰ ਉਹ ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹੀਂ ਆਪਣੇ ਪ੍ਰੇਮੀ ਕੋਲ ਜਾਣ ਦੇ ਲਈ ਪੂਰੀ ਉਤਾਵਲੀ ਹੋ ਕੇ ਜਿਹੜੀ ਡੇਰਾ ਬਾਬਾ ਨਾਨਕ ਜਾ ਪਹੁੰਚਦੀ ਆ। ਉੱਥੋਂ ਪੁਲਿਸ ਨੂੰ ਲੱਗਦਾ ਗਾ ਕਿ ਔਰਤ ਆ ਜਿਹੜੀ ਉਹ ਇਕੱਲੀ ਤੁਰੀ ਫਿਰਦੀ ਹੈ, ਤੇ ਪੁਲਿਸ ਉਸ ਔਰਤ ਨੂੰ ਪੁੱਛਗਿੱਛ ਕਰਦੀ ਹੈ ਤਾਂ ਸਾਰੀ ਕਹਾਣੀ ਹੈ ਜਿਹੜੀ ਸਾਹਮਣੇ ਆਉਂਦੀ ਹੈ। ਔਰਤ ਦਾ ਨਾਂ ਹੈਗਾ ਹਿਮਾਦਰੀ ਤਾਣੀਆ। ਹਿਮਾਦਰੀ ਤਾਣੀਆ ਜਿਹੜੀ ਉੜੀਸਾ ਦੀ ਰਹਿਣ ਵਾਲੀ ਹੈ, ਉਹਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ, ਔਰ ਫਿਰ ਸਾਰੀ ਕਹਾਣੀ ਜਿਹੜੀ ਪੁਲਿਸ ਦੇ ਸਾਹਮਣੇ ਆਉਂਦੀ ਹੈ। ਔਰ ਜਿਹੜਾ ਉਹ ਨੌਜਵਾਨ ਹੈ ਇਸਲਾਮਾਬਾਦ ਦਾ ਰਹਿਣ ਵਾਲਾ ਮੁਹੰਮਦ ਵਕਾਰ ਆ, ਆਨਲਾਈਨ ਐਪ ਰਾਹੀਂ ਉਹਨਾਂ ਦੀ ਦੋਸਤੀ ਹੋਈ ਸੀਗੀ, ਔਰ ਲਗਾਤਾਰ 2 ਸਾਲ ਤੋਂ ਦੋਨੇ ਇਨ ਟੱਚ ਸੀਗੇ। ਬੜਾ ਗੰਭੀਰ ਮਾਮਲਾ ਗਾ ਗਿੱਲ ਸਾਹਿਬ। 25 ਤੋਲੇ ਸੋਨਾ ਘਰੋਂ ਲਿਆਉਣਾ, ਇਹਦਾ ਮਤਲਬ ਸੋਨਾ ਤਾਂ ਉਹਨਾਂ ਦੇ ਘਰ ਵੱਧ ਹੋਊਗਾ। ਸੋ ਔਰ ਦੂਸਰੀ ਗੱਲ ਜਿਹੜੀ ਪਤਾ ਲੱਗੀ ਹੈ ਕਿ ਔਰਤ ਸ਼ਾਦੀशुदा ਹੈ ਜੀ। ਅੱਛਾ, ਇੱਕ ਦੱਸਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨੇ 10 ਗੁਰੂ ਸਾਹਿਬਾਨ ਨੇ ਆਪਣੇ ਸਮੇਂ ਦੇ ਵਿੱਚ ਬਰਾਬਰਤਾ ਦੀ ਗੱਲ ਕੀਤੀ। ਪਹਿਲੇ ਪਾਤਸ਼ਾਹ ਨੇ ਸਿੱਕਾ ਚਲਾਇਆ ਜਗਤ ਦੇ ਵਿੱਚ, ਜਗਤ ਗੁਰੂ ਦੀ ਸੋਭਾ ਮਿਲੀ, ਬਰਾਬਰਤਾ ਦੀ ਗੱਲ ਦਿੱਤੀ। ਉਹਦੇ ਤਹਿਤ ਹੀ ਜਦ ਨਰੰਗਾ ਧੱਕਾ ਕਰਨ ਲੱਗਿਆ, ਜਨੇਊ ਲਾਉਣ ਲੱਗਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਇਹ ਨਹੀਂ ਹੋ ਸਕਦੀ ਗੱਲ, ਔਰ ਉਹਨਾਂ ਨੇ ਆਪਣਾ ਜ਼ਿੰਦਗੀ ਦਾ ਜਿਹੜਾ ਰਾਹ ਸੀ ਉਹਦੇ ਉੱਪਰ ਜਾ ਕੇ ਸ਼ਹੀਦੀ ਕੀਤੀ। ਪੰਜਾਬ ਦੇ ਵਿੱਚ, ਭਾਰਤ 'ਚ ਬਹੁਤ ਗੱਲਾਂ ਚੱਲਦੀਆਂ ਨੇ, ਰਣ ਉਤਾਰ ਯਾਤਰਾ ਚੱਲੇਗੀ, ਆਹ ਚੱਲੇਗੀ, ਉਹ ਚੱਲੇਗੀ। ਇਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਕਿ ਹੁਣ ਅਸੀਂ ਰਣ ਉਤਾਰ ਰਹੇ ਹਾਂ। ਰਾਜਨੀਤੀ ਵੱਲੋਂ ਪ੍ਰੇਰਿਤ ਹੈ। ਹਿੰਦੂ ਭਾਈਚਾਰਾ ਤੇ ਸਿੱਖ ਭਾਈਚਾਰਾ ਭਾਈਆਂ ਵਾਂਗੂ ਆਪਸ ਵਿੱਚ ਰਹਿੰਦੇ ਆ, ਫਰਕ ਨਹੀਂ ਹੈ ਆਪਸ ਵਿੱਚ ਕੋਈ। ਪਰ 400ਵੇਂ ਪ੍ਰਕਾਸ਼ ਪੁਰਬ ਤੇ ਹੁਣ ਗੱਲਾਂ ਚੱਲ ਰਹੀਆਂ ਨੇ ਜੀ ਅਸੀਂ ਬਾਹਰ ਇੱਕ ਬੁੱਤ ਲਾਉਣਾ ਹੈ। ਆਈਡਲ ਜਿਹੜਾ ਬੁੱਤ ਪ੍ਰਸਤੀ ਹੈ ਸਿੱਖ ਧਰਮ ਦੇ ਵਿੱਚ ਉਹ ਮਮਨੂਅ ਹੈ, ਉਹਨੂੰ ਮਾੜਾ ਮੰਨਦੇ ਆ। ਉਹ ਧੱਕੇ ਨਾਲ ਬੁੱਤ ਲਾ ਕੇ ਮਹਿਸੂਸ ਕੀ ਕਰਨਾ ਚਾਹੁੰਦੇ ਨੇ? ਬੁੱਤ ਦੀ ਬੇਕਦਰੀ ਹੁੰਦੀ ਹੈ, ਜਾਨਵਰ ਬਹਿੰਦੇ ਨੇ, ਬਿੱਠਾਂ ਕਰਦੇ ਨੇ। ਹੁਣ ਨਰਿੰਦਰ ਮੋਦੀ ਮੀਟਿੰਗਾਂ ਕਰ ਰਹੇ ਨੇ, ਸਾਡੇ ਵਾਲੇ ਅੱਡੀਆਂ ਚੱਕ ਕੇ ਤੁਰੇ ਫਿਰਦਾ, ਲਾਣਾ ਮੋਢਿਆਂ ਤੇ ਗਮਛੇ ਰੱਖੀ। ਇਹ ਹੋ ਕੀ ਰਿਹਾ ਹੁਣ? ਕੀ ਕਰਨਾ ਚਾਹੁੰਦੇ ਨੇ ਇਹ ਪ੍ਰਕਾਸ਼ ਪੁਰਬ ਤੇ? ਦੇਖੋ ਗਿੱਲ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਆ ਜਿਹੜਾ ਉਹ ਆ ਰਿਹਾ, ਔਰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਨਰਿੰਦਰ ਮੋਦੀ ਨੇ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਨਰਿੰਦਰ ਮੋਦੀ, ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਸਮੇਤ ਔਰ ਪੂਰੀ ਅਫਸਰਸ਼ਾਹੀ ਇਹਨਾਂ ਦੀ ਮੌਜੂਦ ਰਹੀ। ਆਨਲਾਈਨ ਮੀਟਿੰਗ ਅੱਜ ਹੋਈ, ਔਰ ਉਸ ਮੀਟਿੰਗ ਦੇ ਵਿੱਚ ਨਰਿੰਦਰ ਮੋਦੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰੇਰਨਾ ਸਰੋਤ ਨੇ, ਔਰ ਇੱਕ ਇਹਨਾਂ ਨੇ ਇਹ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ,
ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਇਤਫਾਕ ਦੇ ਨਾਲ ਕਹਿੰਦੇ ਸਾਡੀ ਸਰਕਾਰ ਨੂੰ ਮਿਲੇ ਨੇ ਔਰ ਅਸੀਂ ਇਹ ਮਨਾ ਰਹੇ ਹਾਂ। ਔਰ ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਨੇ ਨਾਲ ਦੀ ਨਾਲ ਅਪੀਲ ਕੀਤੀ ਮੀਟਿੰਗ ਦੇ ਵਿੱਚ, ਉਹ ਕਹਿੰਦੇ ਜੀ ਸਾਨੂੰ 937 ਕਰੋੜ ਰੁਪਇਆ ਦਿਓ। ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੁਝ ਪ੍ਰੋਜੈਕਟ ਆ ਜਿਹੜੇ ਉਹ ਸ਼ੁਰੂ ਕਰ ਰਹੇ ਆ, ਔਰ ਆਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਬਣਾਉਣ ਦਾ ਪ੍ਰੋਜੈਕਟ ਜਿਹੜਾ ਕਹਿੰਦੇ ਸਾਡਾ ਉਹ ਵੀ ਆ, ਔਰ ਸਾਨੂੰ ਤੁਸੀਂ 937 ਕਰੋੜ ਦਿਓ। ਸੋ ਕੈਪਟਨ ਅਮਰਿੰਦਰ ਸਿੰਘ ਨੇ ਲੱਗਦੇ ਹੱਥ ਜਿਹੜੇ ਪੈਸੇ ਮੰਗੇ। ਹੁਣ ਗਿੱਲ ਸਾਹਿਬ, ਮੈਂ ਜੋ ਚੀਜ਼ ਦੇਖ ਰਿਹਾ, ਭਾਜਪਾ ਕਿ ਅੱਜ ਕਿਸਾਨ ਅੰਦੋਲਨ ਚੱਲ ਰਿਹਾ, ਕੱਲ ਵੀ ਆਪਾਂ ਗੱਲ ਕੀਤੀ ਸੀ, ਕਿਸਾਨ ਅੰਦੋਲਨ ਦੇ ਉੱਘੇ ਆਗੂ ਨੇ ਡਾਕਟਰ ਦਰਸ਼ਨਪਾਲ, ਉਹਨਾਂ ਨੇ ਕਿਹਾ ਕਿ ਇਸ ਅੰਦੋਲਨ ਦੀ ਰੀੜ੍ਹ ਦੀ ਹੱਡੀ ਪੰਜਾਬ, ਪੰਜਾਬੀ ਤੇ ਸਿੱਖ ਨੇ, ਔਰ ਸਿੱਖ ਇਤਿਹਾਸ ਇਸ ਅੰਦੋਲਨ ਦਾ ਚਾਨਣ ਬਣਾ ਰਿਹਾ। ਅਜਿਹੇ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਆ ਜਿਹੜੀ, ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਸਿੱਖਾਂ ਨੂੰ ਆਪਣੇ ਨੇੜੇ ਲਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰੂਗੀ, ਕਿਉਂਕਿ RSS ਇਹ ਕਹਿ ਰਹੀ ਹੈ ਕਿ ਇੱਕ ਮਿਨੋਰਟੀ ਆ ਜਿਹੜੀ ਮੁਸਲਿਮ ਵਰਗ ਆ ਉਹ ਆਪਣੇ ਤੋਂ ਦੂਰ ਜਾ ਚੁੱਕਿਆ ਗਾ, ਔਰ ਹੁਣ ਸਿੱਖ ਦੂਰ ਜਾ ਰਹੇ ਨੇ, ਇਸ ਕਰਕੇ ਕੋਸ਼ਿਸ਼ ਕੀਤੀ ਜਾਊ। ਔਰ ਇਹਦੇ ਤੇ ਕੁਛ ਸ਼ੰਕਾ ਹੋਣੀ ਚਾਹੀਦੀ ਹੈ ਸਾਨੂੰ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਨਰਿੰਦਰ ਮੋਦੀ ਨੇ ਆ ਕੇ ਬੱਲੇ ਬੱਲੇ ਕਰਾਈ ਸੀ, ਲੇਕਿਨ ਸਾਲ ਤੋਂ ਉੱਤੇ ਹੋ ਗਿਆ ਲਾਂਘਾ ਬੰਦ ਪਿਆ ਗਾ। ਜੇਕਰ ਬਾਕੀ ਗੁਰਧਾਮ ਖੁੱਲੇ ਜਾ ਸਕਦੇ ਨੇ, ਜੇਕਰ ਕੁੰਭ ਦਾ ਮੇਲਾ ਲੱਗ ਸਕਦਾ ਹੈ ਜਿੱਥੇ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਦੀ ਗਿਣਤੀ ਸ਼ਰਧਾਲੂ ਇਕੱਠੇ ਹੋ ਸਕਦੇ ਨੇ, ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੁੱਲ ਸਕਦਾ? ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਦੋਂ ਲਾਂਘਾ ਖੋਲਿਆ ਤਾਂ ਉਹ ਖੁੱਲਣਾ ਚਾਹੀਦਾ ਹੈ। ਔਰ ਗਿੱਲ ਸਾਹਿਬ, ਅਗਲੀ ਗੱਲ ਇਹ ਕਿ ਮੈਨੂੰ ਇਹ ਲੱਗਦਾ ਕਿ BJP, ਸੰਘ, RSS ਉਹ ਇਹ ਪ੍ਰਚਾਰ ਕਰ ਰਹੇ ਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਆਪਣੀ ਸ਼ਹਾਦਤ ਆ ਉਹ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਮੁਸਲਮਾਨ ਜਾਂ ਮੁਗਲ ਸਾਮਰਾਜ ਦੇ ਖਿਲਾਫ ਲੜ। ਲੇਕਿਨ ਮੈਨੂੰ ਇਹ ਲੱਗਦਾ ਕਿ ਇਹ ਕਹਿਣਾ ਚਾਹੀਦਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਉਹ ਜ਼ਬਰ ਜ਼ੁਲਮ ਦੇ ਖਿਲਾਫ, ਜ਼ਬਰ ਕਰਨ ਵਾਲੇ ਲੋਕਾਂ ਦੇ ਨਾਲ ਲੜਦਿਆਂ ਦਿੱਤੀ। ਸੋ ਅੱਜ ਜ਼ਬਰ ਕੌਣ ਕਰ ਰਿਹਾ ਔਰ ਜ਼ਬਰ ਕਿੰਨਾਂ ਦੇ ਉੱਤੇ ਹੋ ਰਿਹਾ, ਇਸ ਗੱਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਨੂੰ ਯਾਦ ਰੱਖਣਾ ਚਾਹੀਦਾ। ਅਗਲੀ ਗੱਲ ਇਹ ਕਿ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਇਹ ਹੋਵੇਗੀ ਨਾ। ਹੁਣ ਮਿਆਂਮਾਰ ਦੇ ਵਿੱਚ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਉੱਥੋਂ ਦੀ ਫੌਜ ਜਦੋਂ ਤੋਂ ਸੱਤਾ ਤੇ ਕਾਬਜ਼ ਹੋਈ ਹੈ, ਡਿਕਟੇਟਰਸ਼ਿਪ ਚੱਲ ਰਹੀ ਆ, ਔਰ ਉੱਥੋਂ ਦੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਜੇ ਮਿਆਂਮਾਰ ਦੇ ਲੋਕ ਮਨੀਪੁਰ ਦੀ ਸਰਹੱਦ ਰਾਹੀਂ ਭਾਰਤ 'ਚ ਐਂਟਰ ਹੋ ਰਹੇ ਨੇ, ਅਸੀਂ ਉਹਨਾਂ ਨੂੰ ਐਂਟਰ ਨਹੀਂ ਹੋਣ ਦੇ ਰਹੇ, ਔਰ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾ ਰਹੇ ਹਾਂ, ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾ ਰਹੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾ ਰਹੇ ਹਾਂ। ਉਹਨਾਂ ਨੂੰ ਸੱਚੀ ਸ਼ਰਧਾਂਜਲੀ, ਜੇ ਸੱਚੀ ਮੁੱਚੀ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਸਾਨੂੰ ਉਹਨਾਂ ਲੋਕਾਂ ਨੂੰ ਭਾਈ ਕਨ੍ਹੱਈਆ ਦੀ ਤਰ੍ਹਾਂ ਜੇ ਉਹ ਭਾਰਤ ਆਉਂਦੇ ਨੇ, ਉਹਨਾਂ ਨੂੰ ਮੈਡੀਕਲ ਸਹੂਲਤ, ਉਹਨਾਂ ਨੂੰ ਖਾਣ ਪੀਣ ਦੀ ਸਹੂਲਤ, ਉਹਨਾਂ ਦੀ ਹਰ ਤਰ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ, ਜਿਵੇਂ ਸੀਰੀਆ 'ਚੋਂ ਗਏ ਲੋਕਾਂ ਦਾ ਯੂਰਪ ਵਾਲਿਆਂ ਨੇ ਕੀਤਾ। ਤੇ ਇਹੀ ਫੇਰ ਅਸੀਂ ਕਹਾਂਗੇ ਨਾ ਕਿ ਅਸੀਂ ਸੱਚੀ ਸ਼ਰਧਾਂਜਲੀ ਆ ਜਿਹੜੀ ਉਹ 10 ਗੁਰੂਆਂ ਨੂੰ ਦੇ ਰਹੇ ਹਾਂ। ਤਾਂ ਮੈਨੂੰ ਇਹ ਲੱਗਦਾ ਕਿ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਆ ਗਈ ਜਿਹੜੀ, ਉਹ ਅਸਲ ਦੇ ਵਿੱਚ ਇਸ ਮੌਕੇ ਦੇ ਉੱਤੇ ਅਡੰਬਰ ਰਚ ਰਹੀ ਆ। ਹਕੀਕਤ ਦੇ ਵਿੱਚ ਉਹ ਪ੍ਰੈਕਟੀਕਲੀ ਆ ਜਿਹੜਾ ਉਹ ਕੁਛ ਨਹੀਂ ਕਰ ਰਹੀ ਜੀ। ਅਖੀਰ ਦੇ ਵਿੱਚ ਮਾਓਵਾਦੀਆਂ ਦੇ ਬਾਰੇ ਦੱਸੋ ਜੀ। ਉਹਨਾਂ ਦਾ ਜਿਹੜਾ ਸੰਘਰਸ਼ ਚੱਲਦਾ ਹੈ, ਆਪਣੀ ਜਗ੍ਹਾ ਬਚਾਉਣ ਲਈ, ਜ਼ਮੀਨ ਬਚਾਉਣ ਲਈ, ਆਪਣੀ ਹੋਂਦ ਦੇ ਲਈ ਲੜ ਰਹੇ ਨੇ। ਉਹ ਜ਼ਿਆਦਾ ਅਮੀਰ ਲੋਕ, ਉਹਨਾਂ ਦੇ ਜ਼ਮੀਨ ਦੋਜ਼ ਜਿਹੜਾ ਪਦਾਰਥ ਜਿਹੜੇ ਲਿਆਉਣਾ ਚਾਹੁੰਦੇ ਸੀ ਖਣਿਜ ਪਦਾਰਥ, ਤੇ ਜ਼ਿਆਦਾ ਬਹੁਤ ਲੰਮੀ ਇਹ ਰੇਸ ਹੈ। ਕੋਈ ਕਮਾਂਡੋ ਦਾ ਕੋਈ ਵੱਡਾ ਉਹਨਾਂ ਨੇ ਅਫਸਰ ਫੜ ਲਿਆ ਸੀ ਤੇ ਉਹ ਛੱਡ ਦਿੱਤਾ ਜੀ ਫਿਰ? ਜੀ ਗੱਲ ਸਾਹਿਬ, ਦੇਖੋ ਭਾਰਤ ਦੇ ਵਿੱਚ 1967 ਦੇ ਵਿੱਚ ਪੱਛਮੀ ਬੰਗਾਲ ਦੇ ਨਕਸਲਵਾੜੀ ਪਿੰਡ ਤੋਂ ਸ਼ੁਰੂ ਹੋਈ ਇੱਕ ਲਹਿਰ, ਨਕਸਲਵਾੜੀ ਲਹਿਰ, ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਆਈ। ਫਿਰ ਉਹ 'ਚ ਕੁੱਟਾਂ ਟੁੱਟਾਂ ਹੁੰਦੀਆਂ ਗਈਆਂ। ਉਸ ਤੋਂ ਬਾਅਦ ਉਹਦੇ ਕਈ ਗਰੁੱਪ ਬਣੇ, ਲੇਕਿਨ 2004 ਦੇ ਵਿੱਚ CPI ਮਾਓਵਾਦੀ ਜਿਹੜੀ ਉਹਨਾਂ ਦੀ ਮਤਲਬ ਸੀ ਪੀਪਲ ਵਾਰ ਔਰ MCCI, ਦੋ ਵੱਡੇ ਗਰੁੱਪ ਸੀ, ਦੋਨਾਂ ਦੀ ਏਕਤਾ ਤੋਂ ਬਾਅਦ CPI ਮਾਓਵਾਦੀ ਬਣਦੀ ਆ। ਔਰ ਉਹਨਾਂ ਦੇ ਵੱਲੋਂ ਇੱਕ ਐਜੀਟੇਸ਼ਨ ਜਲ ਜੰਗਲ ਜ਼ਮੀਨ ਬਚਾਉਣ ਦੇ ਲਈ ਛੱਤੀਸਗੜ੍ਹ, ਦੰਡਾ ਕਰਨੀਆਂ, ਝਾਰਖੰਡ ਦੇ ਏਰੀਏ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਉੱਥੇ 5 ਦਿਨ ਪਹਿਲਾਂ ਕੋਬਰਾ ਬਟਾਲੀਅਨ ਹੈ ਜਿਹੜੀ ਭਾਰਤ ਦੀ ਇੱਕ ਅਹਿਮ ਬਟਾਲੀਅਨ ਹੈ, ਕੋਬਰਾ ਬਟਾਲੀਅਨ ਉੱਥੇ ਗਈ ਸੀ 2 ਨਕਸਲਾਈਟਸ ਨੂੰ ਫੜਨ, 2 ਮਾਓਵਾਦੀਆਂ ਨੂੰ ਫੜਨ। ਤਾਂ ਉੱਥੇ ਉਹਨਾਂ ਨੇ ਮਤਲਬ ਉਹਨਾਂ ਨੂੰ ਘੇਰ ਕੇ ਨਿਸ਼ਾਨਾ ਬਣਾਇਆ, ਜਿਹਦੇ ਵਿੱਚ
ਕਾਫੀ ਜਿਹੜੇ ਕੋਬਰਾ ਕਮਾਂਡੋ ਨੇ ਜਿਹੜੇ ਉਹ ਮਾਰੇ ਗਏ ਸੀ, ਔਰ ਇੱਕ ਉਹਨਾਂ ਦਾ ਜਿਹੜਾ ਆਫਿਸਰ ਆ ਉਹਨੂੰ ਉਹ ਅਗਵਾ ਕਰਕੇ ਲੈ ਗਏ ਸੀ। 5 ਦਿਨ ਬਾਅਦ, ਕਿਉਂਕਿ ਸਰਕਾਰ ਨੇ ਵਿੱਚ 2 ਸਾਲਸੀ ਜਿਹੜੇ ਉਹ ਪਾਏ, ਔਰ ਸਾਲਸੀਆਂ ਪਾਉਣ ਤੋਂ ਬਾਅਦ 5 ਪੱਤਰਕਾਰ ਤੇ ਕੁਝ ਸਾਲਸੀ ਨੇ ਜਿਹੜੇ ਉਹਨਾਂ ਨੇ ਮਾਓਵਾਦੀਆਂ ਦੇ ਨਾਲ ਗੱਲਬਾਤ ਕੀਤੀ। ਔਰ ਪਿਛਲੇ ਦਿਨਾਂ ਦੇ ਵਿੱਚ ਜਿਸ ਕਮਾਂਡੋ ਨੂੰ ਫੜਿਆ ਗਿਆ ਸੀਗਾ, ਰਕੇਸ਼ਵਰ ਸਿੰਘ, ਜੰਮੂ ਕਸ਼ਮੀਰ ਦੇ ਨੇ, ਔਰ ਉਹਨਾਂ ਦੀ ਬੇਟੀ ਦੀ ਇੱਕ ਬਹੁਤ ਹੀ ਭਾਵਪੂਰਵਕ ਅਪੀਲ ਸਾਹਮਣੇ ਆਈ ਸੀ। ਉਹਨਾਂ ਦੀ 5 ਸਾਲ ਦੀ ਬੇਟੀ ਨੇ ਕਿਹਾ ਸੀ ਕਿ ਮੇਰੇ ਪਿਤਾ ਨੂੰ ਰਿਹਾ ਕੀਤਾ ਜਾਵੇ, ਔਰ ਉਸ ਤੋਂ ਬਾਅਦ 2 ਜਿਹੜੇ ਸਾਲਸੀ ਵਿੱਚ ਪਏ, ਉਹਨਾਂ ਦੇ ਪੈਣ ਤੋਂ ਬਾਅਦ ਮਾਓਵਾਦੀਆਂ ਨੇ ਉਹਨੂੰ ਰਿਹਾ ਗਾ ਜਿਹੜਾ ਉਹ ਕਰ ਦਿੱਤਾ ਗਾ, ਔਰ ਉਹ ਪੁਲਿਸ ਥਾਣੇ ਦੇ ਵਿੱਚ ਪਹੁੰਚ ਚੁੱਕਾ ਗਾ। ਸੋ ਇਸ ਖਬਰ ਨੂੰ ਜਿਹੜਾ ਕਾਫੀ ਇਸ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲ ਜੰਗਲ ਜ਼ਮੀਨ ਬਚਾਉਣ ਦਾ ਜਿਹੜੀ ਉਹਨਾਂ ਦੀ ਐਜੀਟੇਸ਼ਨ ਹੈ, ਉਸ ਪਾਸੇ ਜਿਹੜੀ ਹੈ ਸਰਕਾਰ ਉਹ ਜ਼ਰੂਰ ਸੋਚੇਗੀ ਜੀ। ਧੰਨਵਾਦ ਬਹੁਤ-ਬਹੁਤ, ਤੇ ਕੱਲ ਨੂੰ 9:15 ਵਜੇ ਫੇਰ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ ਸੀ। ਸੈਗਮੈਂਟ ਦੇਸ਼ ਪੰਜਾਬ ਦੇ ਚਰੋਕ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ 2-4 ਮਿੰਟ ਤੁਹਾਡੇ ਨਾਲ। ਉਹ ਇਹ ਹੈ ਕਿ 1 ਅਪ੍ਰੈਲ ਨੂੰ ਸਰੀ ਦੇ ਵਿੱਚੋਂ ਪ੍ਰਭਰਾਜ ਸਿੰਘ ਸੰਘਾ ਨਾਂ ਦਾ 24 ਵਰ੍ਹਿਆਂ ਦਾ ਮੁੰਡਾ ਘਰੋਂ ਤੁਰ ਜਾਂਦਾ ਆਥਣੇ। ਉਹਨੂੰ ਵੇਖਿਆ ਜਾਂਦਾ ਹੈ। ਵੇਖਣ ਤੋਂ ਬਾਅਦ ਅੱਜ 8 ਤਰੀਕ ਹੋ ਗਈ, ਹਫ਼ਤਾ ਹੋ ਗਿਆ। ਮਾਪੇ, ਰਿਸ਼ਤੇਦਾਰ, ਭੈਣ ਭਾਈ, ਭਾਈਚਾਰਾ ਵਿਲਕਦੇ ਫਿਰਦੇ ਹੈ। ਹਾਲੇ ਤੱਕ ਕੋਈ ਉੱਗ ਸੁੱਗ ਨਹੀਂ ਹੈ ਮੁੰਡੇ ਦੀ। ਕੱਲ ਉਹਦੇ ਪੇਰੈਂਟਸ, ਫਾਦਰ ਸਾਹਿਬ ਤੇ ਉਹਦੇ ਪਰਿਵਾਰ ਦੇ ਮੈਂਬਰ ਮੈਂ ਮਿਲਿਆ। ਮੈਂ ਕਿਹਾ ਪੁਲਿਸ ਕੀ ਦੱਸਦੀ ਆ? ਉਹ ਕਹਿੰਦਾ ਪੁਲਿਸ ਕੋਈ ਉੱਤਾ ਨਹੀਂ ਬਾਚਦੀ। ਜਿਹੜਾ ਇੰਚਾਰਜ ਹੈ ਇਸ ਕੇਸ ਦਾ, 3 ਦਿਨ ਹੋ ਗਏ ਆਫ ਹੈ, ਛੁੱਟੀਆਂ ਤੇ ਗਿਆ ਹੋਇਆ, ਅੱਜ ਉਹਨੇ ਮੁੜਨਾ। ਕਹਿੰਦੇ ਇੱਕੋ ਹੀ ਇੱਕ ਸਿਰਫ ਸਾਨੂੰ ਪੁਲਿਸ ਨੇ ਦੱਸਿਆ ਵੀ ਤੁਹਾਡੇ ਮੁੰਡੇ ਦੇ ਕ੍ਰੈਡਿਟ ਔਰ ਡੈਬਿਟ ਕਾਰਡ ਤੋਂ $17 ਦੀ ਟਿਕਟ ਲੈ ਕੇ ਇੱਕ ਬੰਦਾ ਟਵਾਸਨ ਤੋਂ ਫੈਰੀ ਚੜ੍ਹਿਆ ਡਿਊਕ ਪੁਆਇੰਟ ਤੱਕ। ਬਸ ਉਹਦੇ ਬਾਅਦ ਨਾ ਕੋਈ ਉਹਦਾ ਕਾਰਡ ਚੱਲਿਆ ਮੁੜ ਕੇ, ਨਾ ਗੱਲ। ਔਰ ਘਰੇ ਫੋਨ ਆਏ ਨੇ ਇੰਟਰਨੈਟ ਕਾਲਿੰਗ ਤੋਂ, ਜਿਹਦੇ 'ਚ ਪ੍ਰਭ ਦੇ ਮਾਤਾ ਜੀ ਨੇ ਗੱਲ ਕੀਤੀ ਹੈ। ਉਹਨਾਂ ਨੇ ਪੁੱਛਿਆ ਤੇ ਉਹਨੇ ਦੱਸਿਆ ਮਦਰ ਨੇ ਕਿ ਮੇਰਾ ਪੁੱਤ ਨਹੀਂ ਲੱਭਦਾ। ਤੁਸੀਂ ਜਾਣਦੇ ਹੋ ਕੁਛ? ਬੋਲੀ ਆ ਜਿਹੜੀ ਉਹ ਪੰਜਾਬੀ ਨਹੀਂ ਸੀ ਬੋਲਦਾ ਦੂਸਰੇ ਬੰਨੇ ਬੰਦਾ। ਔਰ ਮਾਪਿਆਂ ਦੀ ਜਿਹੜੀ ਦੱਸਣੀ ਹੈ ਕਿ ਪ੍ਰਭਰਾਜ ਕੁਝ ਕੁ ਸਮੇਂ ਤੋਂ ਅਸਲ ਕੁਝ ਕੀ ਕੋਵਿਡ ਦੇ 1 ਸਾਲ ਦੇ ਵਿੱਚ ਬਹੁਤ ਲੋਕ ਬਿਮਾਰ ਹੋਏ ਨੇ, ਘਰੇ ਬਹਿ ਗਏ। 10 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਦੇ ਲੋਕ ਡਿਪਰੈਸ਼ਨ ਚਲੇ ਗਏ, ਬਜ਼ੁਰਗ ਵੀ ਡਿਪਰੈਸ਼ਨ ਚਲੇ ਗਏ, ਬਾਹਰ ਨਹੀਂ ਨਿਕਲ ਹੋਇਆ। ਪ੍ਰਭਰਾਜ ਦੀਆਂ ਕੁਛ ਅਲਾਮਤਾਂ ਦੱਸਦੀਆਂ ਸੀ ਕਿ ਉਹ ਥੋੜ੍ਹਾ ਜਿਹਾ ਕਿਸੇ ਦਬਾਅ ਦੇ ਵਿੱਚ ਹੈ। ਹੁਣ ਜੇ ਇਹੀ ਪੁਲਿਸ ਨੇ ਕੰਪਲੇਂਟ ਪੁਲਿਸ ਨੂੰ ਇਹ ਕੀਤੀ ਹੁੰਦੀ ਕਿ ਸਾਡਾ ਮੁੰਡਾ ਤਾਂ ਖੁਦਕੁਸ਼ੀ ਦੀ ਗੱਲ ਕਰਦਾ ਹੀ, ਕਿਤੇ ਖੁਦਕੁਸ਼ੀ ਤਾਂ ਨਹੀਂ ਕਰ ਗਿਆ, ਫਿਰ ਕੋਡ ਕਹਿੰਦੇ ਹੋਰ ਹੋਣਾ ਸੀ। ਕੋਡ ਹੈ ਜਿਹੜਾ ਪੁਲਿਸ ਦਾ, ਐਮਰਜੈਂਸੀ ਤੇ ਨਾਨ ਐਮਰਜੈਂਸੀ, ਉਹਨਾਂ ਦਾ ਪ੍ਰੋਟੋਕੋਲ ਆ, ਉਹਦੇ ਥਰੂ। ਕਿਉਂਕਿ ਨਿੱਜ ਕੁਛ ਨਹੀਂ ਕਰ ਸਕਦਾ ਅਫੀਸਰ ਜੇ ਕਹੀ ਵੀ ਨਾ ਯਾਰ ਇਹਦੇ ਮੈਨੂੰ ਮੈਂ ਇਹਦੇ ਲਈ ਵੱਧ ਕਰਦਾ, ਇਹਦੇ ਲਈ ਘੱਟ ਕਰਦਾ, ਇਹ ਨਹੀਂ ਹੈ। ਇਹ ਕੋਡ ਹੈ ਬਸ। ਹੁਣ ਕੋਡ ਨੂੰ ਕੀ ਕਰਨਾ ਹੈ, ਵਰਦੀਆਂ ਨੂੰ ਕੀ ਕਰਨਾ ਹੈ? ਸਵੇਰੇ ਐਲੈਕਸ ਫਰੇਜ਼ਰ ਦੇ ਥੱਲੇ ਖੜ ਜਾਂਦੇ ਨੇ 2, ਬਾਰਡਰ ਵੱਲ ਨੂੰ ਜਾਂਦੇ 70 ਦੀ ਸਪੀਡ ਆ, ਸਾਜਰੇ ਟੁੰਗਣ ਲੱਗ ਜਾਂਦੇ ਆ। 3 ਖੜੇ ਹੁੰਦੇ ਆ, ਇੱਕ ਨੂੰ ਧੂ, ਦੂਜੇ ਨੂੰ ਧੂ, ਤੀਜੇ ਨੂੰ ਧੂ। ਕੰਸਟਰਕਸ਼ਨ ਜ਼ੋਨ ਆ ਜੀ, ਕੰਸਟਰਕਸ਼ਨ। ਸਾਜਰੇ ਕੰਮ ਤੇ ਜਾਂਦਾ ਬੰਦਾ $50 ਉਹਨੂੰ ਕਮਾਉਣੇ ਨੇ, $250 ਦੇ ਕੇ ਤੋੜਦੇ ਆ। ਠੀਕ ਹੈ, ਨਹੀਂ ਜਾਣਾ ਚਾਹੀਦਾ। ਸਪੀਡ ਓਵਰ ਸਪੀਡ ਉੱਪਰ 90 ਦੀ ਆ, ਥੱਲੇ ਨੂੰ ਜਾਂਦੇ ਸਡਨ 70 ਦੀ ਹੋ ਜਾਂਦੇ ਆ ਕੰਸਟਰਕਸ਼ਨ ਜ਼ੋਨ 'ਚ। ਤੇ ਜਿਹੜੇ ਪਾਸਿਓਂ ਟਿਕਟਾਂ ਦਿੰਦੇ ਨੇ ਸਾਊਥ ਬਾਉਂਡ ਨੂੰ, ਉੱਧਰ ਕੰਸਟਰਕਸ਼ਨ ਵੀ ਕੋਈ ਹੈ ਨਹੀਂ। ਆਉਣ ਵਾਲੇ ਵੱਲ ਨੂੰ ਇੱਧਰ ਵੱਲ ਨੂੰ ਹੈ, ਸਾਜਰੇ ਤਿਆਰੀ 'ਚ ਖੜੇ ਹੁੰਦੇ ਨੇ। ਕੈਡੀ ਜੀ ਕੌਫੀ ਪੀ ਕੇ ਟਿਮ ਹਾਰਟਨ ਤੋਂ ਧੁੱਕੀ ਕੱਢੀ ਜਾਂਦੇ ਆ। 3 ਜਣੇ ਨੇ, ਹਰ ਰੋਜ਼ ਇੱਕੋ ਤਰ੍ਹਾਂ ਦੇ ਨੇ। ਆ ਜਿੱਥੇ ਪੁੱਤ ਕਿਸੇ ਦਾ ਜਿਹੜਾ ਘਰ ਸੁੰਨਾ ਕਰ ਗਿਆ, ਜੇ ਜਵਾਕ ਨਾ ਲੱਭਿਆ, ਉਹੀ ਗੱਲ ਇੰਸ਼ੋਰੈਂਸ ਕਰਾਉਂਦੇ ਨਹੀਂ ਤਾਂ ਗੱਡੀ ਲੱਗ ਜੇ ਮਰਦੇ ਆ। ਇੰਸ਼ੋਰੈਂਸ ਹੋਇਆ ਤਾਂ ICBC ਪੈਸੇ ਨਹੀਂ ਦਿੰਦੀ। ਐਡਾ ਬੰਦਾ ਗੱਭੇ ਫਸਿਆ। ਮਤਲਬ ਜੇ ਉਹ ਕਾਗਜ਼ ਹੈ ਨਹੀਂ ਤਾਂ ਉਈਓ ਮੰਜੇ ਜਾਓਗੇ। ਫਿਰ ਜੇ ਉਹ ਪਤਾ ਲੱਗ ਜਾਵੇ ਇੰਸ਼ੋਰੈਂਸ ਹੈ ਨਹੀਂ, ਬਸ ਫਿਰ ਸਾਰਾ ਕੁਝ ਤੁਹਾਡੇ ਮੋਢਿਆਂ ਤੇ ਪਾਉਣਗੇ, ਵੇਚਣਗੇ ਸਾਰਾ ਕੁਝ ਤੁਹਾਡਾ। ਮਿਲੀਅਨਸ ਆਫ ਡਾਲਰ ਦੇ ਖਰਚੇ ਜੀ, ਪੇਨ ਐਂਡ ਜੀ ਸਫਰਿੰਗ। ਤੇ ਜੇ ਕਰਕੇ ਪੇਪਰ ਬਣੇ ਹੋਏ ਨੇ ਤੇ ਸੱਟਾਂ ਲੱਗ ਗਈਆਂ, ਫਿਰ ਕਹਿੰਦੇ 5500 ਹੀ ਦੇਣਾ।
ਹੁਣ ਅਸੀਂ ਵਾਧੇ 'ਚ ਲੈ ਕੇ ਜਾਣਾ ਸਰਕਾਰ ਨੂੰ। ਇਸੇ ਤਰ੍ਹਾਂ ਹੀ ਪੁਲਿਸ ਹੈ। ਅਸੀਂ ਕਰਨਾ ਕੀ ਹੈ ਉਸ ਪਰਿਵਾਰ ਦਾ? ਅੱਜ ਇਸ ਸੇਖੋਂ ਪਰਿਵਾਰ ਦਾ ਜਦ ਉਹ ਜਵਾਕ ਹੀ ਨਾ ਲੱਭਿਆ, ਫਿਰ ਇਹਨਾਂ ਨੇ ਵਰਦੀਆਂ ਜੀ, ਥੋੜੀ ਜੀ, ਪੁਲਿਸ ਜੀ, ਸਰੀ ਦੀ ਜੀ, RCMP ਦੀ ਕਰਨਾ ਕੀ ਹੈ? ਚਲੋ ਜਵਾਕ ਵਿਗੜਿਆ ਹੋਵੇ, ਉਹਦੇ ਲਈ ਵੀ ਨਹੀਂ ਮੈਂ ਸੋਚਦਾ, ਉਹ ਗਲਤ ਕੰਮਾਂ 'ਚ ਹੋਵੇ, ਉਹਦੀ ਜਸਟੀਫਿਕੇਸ਼ਨ ਉਸਦੇ। ਜਵਾਕ ਘਰੋਂ ਗਿਆ ਬੈਗ ਪੈਕ ਪਾ ਕੇ ਤੇ 7 ਦਿਨ ਹੋ ਗਏ, ਹਲੇ ਤੱਕ ਥੋਂ ਸਿਰਾ ਨਹੀਂ। ਚੱਪੇ ਚੱਪੇ ਤੇ ਤੁਹਾਡੇ ਕੈਮਰੇ ਨੇ, ਚੱਪੇ ਚੱਪੇ ਤੇ ਤੁਹਾਡੇ ਕੋਲ ਸਾਰਾ ਕੁਝ ਹੈ। ਮਤਲਬ ਕੋਡ ਸੀ, ਜੇ ਉਹ ਕਹਿ ਦਿੰਦਾ ਵੀ ਉਹ ਗਨ ਲੈ ਕੇ ਘਰੋਂ ਗਿਆ ਤਾਂ ਫੇਰ ਗੱਲ ਹੋਰ ਹੋਣੀ ਸੀ। ਮਾਪੇ ਬਹੁਤ ਦਰੇਗ ਦੇ ਵਿੱਚ ਸੀ। ਹਫ਼ਤਾ ਹੋ ਗਿਆ। ਇਸ ਬਾਰੇ ਮੈਂ ਖਾਸ ਗੱਲ ਦੂਜੇ ਸ਼ੋਅ ਦੇ ਵਿੱਚ ਅੱਜ ਕਰਨੀ ਹੈ, 1 ਘੰਟਾ ਪੂਰੀ, ਕਿ ਇਹ ਜਿਹੜੀ ਧਾੜ ਤੁਰੀ ਫਿਰਦੀ ਹੈ, ਇਹ ਚੰਗਾ ਕੀ ਕਰ ਸਕਦੇ ਆ ਤੇ ਵਧੀਆ ਉਦੋਂ ਕੀ ਕਰ ਸਕਦੇ ਆ। ਇਹ ਕੀ ਕਹਾਣੀ ਕੀ ਹੈ? ਮਾਤੜ ਘੇਰ ਲਿਆ, ਤੂੰ ਫੋਨ ਤੇ ਸੀ, ਤੂੰ ਗੱਲ ਕਰਦਾ ਸੀ, ਤੂੰ ਲਾਲ ਬੱਤੀ ਟੱਪ ਗਿਆ, ਤੂੰ ਸਪੀਡ ਕਰ ਲਈ, ਖੜ ਇੱਥੇ, ਲੱਕ ਤੇ ਹੱਥ ਰੱਖ ਕੇ ਤੁਰਨਾ, 8 ਕਿਲੋ ਬੰਨਿਆ ਹੋਇਆ ਲੋਹਾ, ਆ ਗਏ ਸਰ ਆ ਦਿਓ ਜੀ ਕਾਰਡ ਲਿਆਓ, ਫੜਾਓ ਜੀ। ਉਹ ਕਹਿੰਦਾ ਮੈਂ ਸੌਰੀ ਹੈਗਾ। ਨਾ ਸੌਰੀ ਨਹੀਂ। ਤੇ ਜਿਹਦਾ ਜਵਾਕ ਹੋ ਗਿਆ ਉਹ ਹੁਣ ਕੀ ਕੀਤਾ ਜਾਊ? ਆ ਜੂਨ 'ਚ 3 ਸਾਲ ਹੋ ਜਾਣੇ, 2 ਜਵਾਕ ਸਰੀ ਤੋਂ ਚੱਕੇ ਨੇ ਪਾਰਕ 'ਚ, ਹਲੇ ਤੱਕ ਨਹੀਂ ਲੱਭੇ। ਹਾਂ, ਟਿਕਟਾਂ ਦੋ ਸਾਜਰੇ ਉੱਠ ਕੇ, ਹੋਰ ਤਾਂ ਕੰਮ ਆਪਾਂ ਨੂੰ ਹੈ ਕੋਈ ਨਹੀਂ। ਸਾਜਰੇ ਖੜ ਜਾਓ ਐਲ ਐਕਸਪ੍ਰੈਸ ਦੇ ਥੱਲੇ, ਲੱਗ ਜਾਓ ਟੁੰਨਣ, ਚੱਕ 400, ਚੱਕ 500। ਹੁਣ ਇੱਕ ਖਾਸ ਗੱਲਬਾਤ ਉੱਘੇ ਵਕੀਲ ਬ੍ਰਿਜ ਮੋਹਨ ਉਹਨਾਂ ਨਾਲ ਮੈਂ ਕਰਨੀ ਹੈ। ਉਹ ਇਹ ਹੈ, ਜਸਕੀਰਤ ਸਿੰਘ ਸਿੱਧੂ, ਕੈਲਗਰੀ ਨਿਵਾਸੀ। ਤੁਹਾਨੂੰ ਪਤਾ ਹੈ ਕਿ ਨੌਜਵਾਨ ਬੱਚਿਆਂ ਦੇ ਨਾਲ, ਹਾਕੀ ਖਿਡਾਰੀਆਂ ਦੇ ਨਾਲ ਇੱਕ ਬੱਸ ਜਾ ਰਹੀ ਸੀ ਹੰਬੋਲਟ ਦੀ ਜਗ੍ਹਾ, ਜਿਹੜੀ ਹੰਬੋਲਟ ਬ੍ਰੋਂਕੋਜ਼, ਇੱਕ ਇਹ ਬੱਚਿਆਂ ਦੀ ਹਾਕੀ ਟੀਮ ਦਾ ਨਾਂ ਹੈ ਸਸਕੈਚੂਨ ਦੇ ਵਿੱਚ, ਤੇ ਉਸ ਦਾ ਐਕਸੀਡੈਂਟ ਹੋ ਗਿਆ ਰੂਰਲ ਰੋਡ ਅੰਦਰਲੀ ਤੇ ਸਸਕੈਚੂਨ ਦੇ ਵਿੱਚ। ਜਸਕੀਰਤ ਸਿੰਘ ਸਿੱਧੂ ਆਪਣਾ ਮੁੰਡਾ ਟਰੱਕ ਡਰਾਈਵਰ ਸੀ। ਇਹ 'ਚ 16 ਨੌਜਵਾਨ ਜਿਹੜੇ ਖਿਡਾਰੀ ਮਾਰੇ ਗਏ, 13 ਦੇ ਸੱਟਾਂ ਲੱਗੀਆਂ ਬਹੁਤ। ਤੇ ਉਹਦਾ ਮੁੰਡੇ ਨੇ ਗਵਾਹ ਜਿਹੜਾ ਗਵਾਹਾਂ ਤੋਂ ਪਹਿਲਾਂ ਹੀ ਗੁਨਾਹ ਆਪਣਾ ਕਬੂਲ ਲਿਆ। ਗੁਨਾਹ ਕਬੂਲਣ ਤੋਂ ਬਾਅਦ ਹਾਲੇ ਉਹਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ। ਉਹ ਕੀ ਨੇ, ਉਹਦਾ ਹੱਲ ਕੀ ਹੈ? ਕਿ ਗੁਨਾਹ ਕਬੂਲਣਾ ਹੀ ਉਹਦਾ ਗੁਨਾਹ ਹੋ ਗਿਆ? ਇਸ ਤੇ ਗੱਲਬਾਤ ਉੱਘੇ ਵਕੀਲ ਬ੍ਰਿਜ ਮੋਹਨ ਹੋਣੀ ਕਰਨਗੇ। ਬ੍ਰਿਜ ਮੋਹਨ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਅੱਛਾ, ਹੰਬੋਲਟ ਬੱਸ ਜਿਹੜਾ ਹਾਦਸਾ ਹੋਇਆ ਸੀ ਜੀ, ਅਪ੍ਰੈਲ 6, 2018, ਜਦ ਉਹਦੀ ਖਬਰ ਆਈ ਤੇ ਆਪਣੇ ਮੁੰਡੇ ਦਾ ਨਾਂ ਪਤਾ ਲੱਗਿਆ, ਭਾਈਚਾਰਾ ਵੀ ਬਹੁਤ ਗਮ ਦੇ ਵਿੱਚ ਸੀ। ਪਰ ਮੁੰਡਾ ਪਹਿਲੇ ਦਿਨੋਂ ਹੀ ਇਹ ਗੱਲ ਮੰਨਦਾ ਰਿਹਾ, ਮੇਰੀ ਗਲਤੀ ਹੈ, ਮੇਰੀ ਗਲਤੀ ਹੈ, ਮੇਰੀ ਗਲਤੀ ਹੈ। ਗਲਤੀ ਉਸਨੇ ਕਬੂਲ ਲਈ। 22 ਮਾਰਚ 2019 ਨੂੰ ਸਜ਼ਾ ਹੋ ਗਈ। ਹੁਣ ਉਹਦਾ ਰੇੜਕਾ ਅੱਗੇ ਕੀ ਚੱਲ ਰਿਹਾ ਜੀ? ਹਰੀ ਜੀ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹੰਬੋਲਟ ਬੱਸ ਹਾਦਸਾ ਸਸਕੈਚੂਨ ਦਾ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਤੇ ਦਰਦਨਾਕ ਕੌਮੀ ਤਰਾਸ਼ਦੀਆਂ ਚੋਂ ਇੱਕ ਹੈ ਜੀ। ਸਾਰੇ ਨਾਲੋਂ ਵੱਡੀ ਕੈਨੇਡੀਅਨ ਟ੍ਰੈਜਡੀ ਸੀਗੀ ਜੀ। 16 ਨੌਜਵਾਨਾਂ ਦੀ ਮੌਤ ਦੀ ਇਹ ਦੁਖਦਾਈ ਜਿਹੜੀ ਘਟਨਾ ਸੀ, ਸਾਰੀ ਦੁਨੀਆ ਦੀਆਂ ਮੁੱਖ ਖਬਰਾਂ 'ਚ ਅੱਗ ਵਾਂਗ ਫੈਲ ਗਈ ਸੀ ਉਸ ਦਿਨ। ਇਸ ਹਾਦਸੇ ਦਾ ਜਿਹੜਾ ਕਰਾਰ ਦੋਸ਼ੀ ਬੱਸ ਨੂੰ ਟੱਕਰ ਮਾਰਨ ਵਾਲਾ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਸੀਗਾ ਜੀ। ਮਾਰੇ ਗਏ ਨੌਜਵਾਨਾਂ ਦੇ ਕੁਝ ਕੁ ਮਾਪਿਆਂ ਨੇ ਤਾਂ ਉਸਨੂੰ ਭਾਵੇਂ ਮਾਫ ਕਰ ਦਿੱਤਾ, ਪਰ ਅਜੇ ਵੀ ਕੁਝ ਮਾਪੇ ਇਹੋ ਜਿਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਉਸਨੂੰ ਕਦੇ ਵੀ ਮਾਫ ਨਹੀਂ ਕਰਨਗੇ। ਪਰ ਹੁਣ ਪੰਜਾਬੀ ਤੇ ਗੋਰੇ ਦੋਵੇਂ ਹੀ ਭਾਈਚਾਰਿਆਂ ਵੱਲੋਂ ਜਸਕੀਰਤ ਦਾ ਜੀ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ। ਇਹਨਾਂ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਸ ਵਿਅਕਤੀ ਨੂੰ ਬਹੁਤ ਆਲਰੇਡੀ ਸਜ਼ਾ ਮਿਲ ਚੁੱਕੀ ਹੈ। ਹੁਣ ਉਸ ਦੀ ਸਜ਼ਾ ਖਤਮ ਹੋਣ ਤੋਂ ਬਾਅਦ ਉਸ ਨੂੰ ਜਿਹੜਾ ਦੇਸ਼ ਨਿਕਾਲਾ ਉਹ ਨਹੀਂ ਦੇਣਾ ਚਾਹੀਦਾ ਜੀ। ਅੱਛਾ ਵਕੀਲ ਸਾਹਿਬ, ਜਦ ਇਸ ਮੁੰਡੇ ਦੇ ਐਕਸੀਡੈਂਟ ਦੀ ਗੱਲ ਚੱਲੀ, ਆਪਣੀਆਂ, ਕਿਉਂਕਿ ਭਾਈਚਾਰਾ ਲੱਖਣ ਲਾ ਲੈਂਦਾ, ਆਪਣੇ ਆਪ ਨੂੰ ਨਿੰਦਣਾ ਭਾਈਚਾਰੇ ਦੇ ਮਨ ਦੇ ਵਿੱਚ ਬਹੁਤ ਇਹ ਗੱਲ ਪ੍ਰਬਲ ਹੈ। ਹਾਲਾਂਕਿ ਜਦ ਵੀ ਕੋਈ ਪੁਲਿਸ ਚਾਰਜ ਲਾਉਂਦੀ ਹੈ, ਤੁਸੀਂ ਵੀ ਕਹਿੰਦੇ ਹੋ ਕਿ ਜਦ ਤੱਕ ਅਦਾਲਤ ਸਜ਼ਾ ਨਹੀਂ ਸੁਣਾਉਂਦੀ ਬੰਦਾ ਬੇਕਸੂਰ ਹੈ। ਇਸ ਮੁੰਡੇ ਨੇ ਨਾ ਸ਼ਰਾਬ ਪੀਤੀ ਸੀ, ਨਾ ਇਸਨੇ ਇਹ ਸੈੱਲ ਫੋਨ ਤੇ ਸੀ। ਯੈਸ, ਬਿਲਕੁਲ ਸਟਾਪ ਸਾਈਨ ਇਹਨੇ ਮਿਸ ਕੀਤਾ, ਪਰ ਜਦ ਉਸਨੇ ਇਸ ਦਾ ਗੁਨਾਹ ਨੂੰ ਹੀ ਕਬੂਲ ਕਰ ਲਿਆ ਤਾਂ ਕੁਝ ਆਪਣੇ ਹੱਕਾਂ ਤੋਂ ਉਹ ਪਰਾਂ ਹੋ ਗਿਆ। ਇੱਕ ਵਕੀਲ ਦੀ ਰਾਏ ਕੀ ਹੈ?
ਕੈਨੇਡਾ ਵਿੱਚ ਹਰ ਇੱਕ ਇਨਸਾਨ ਹਰਜੀਤ ਜੀ, ਜਿਸ ਤੇ ਕੋਈ ਵੀ ਅਪਰਾਧਿਕ ਦੋਸ਼ ਲੱਗਦਾ ਜੀ, ਕਾਨੂੰਨ ਦੀਆਂ ਨਜ਼ਰਾਂ ਜਿਵੇਂ ਤੁਸੀਂ ਦੱਸਿਆ, ਜਦੋਂ ਤੱਕ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ ਤਦੋਂ ਤੱਕ ਉਹ ਬਿਲਕੁਲ 100% ਨਿਰਦੋਸ਼ ਮੰਨਿਆ ਜਾਂਦਾ ਜੀ। ਕਥਿਤ ਦੋਸ਼ੀ ਹਮੇਸ਼ਾ ਹੀ ਆਪਣਾ ਕੇਸ ਲੜ ਸਕਦਾ। ਸਰਕਾਰ ਨੂੰ ਸਾਬਤ ਕਰਨਾ ਪਊਗਾ ਕਿ ਵੀ ਉਸਨੇ ਕੀ ਖਾਮੀ ਕੀਤੀ, ਪਰ ਜਸਕੀਰਤ ਪਰਿਵਾਰਾਂ ਨੂੰ ਹੋਰ ਦੁੱਖ ਦੇਣਾ ਹੀ ਨਹੀਂ ਚਾਹੁੰਦਾ ਸੀ, ਇਸ ਲਈ ਉਸਨੇ ਆਪਣੀ ਸਾਰੀ ਦੀ ਸਾਰੀ ਗਲਤੀ ਕਬੂਲ ਕਰ ਲਈ ਜੀ। ਉਸ ਚੁਰਾਹੇ ਤੇ, ਉਸ ਮੰਦਭਾਗੇ ਇੰਟਰਸੈਕਸ਼ਨ ਤੇ ਜਿੱਥੇ ਇਹ ਘਟਨਾ ਘਟੀ, ਉਸ ਥਾਂ ਤੇ ਦਰਖਤਾਂ ਦੇ ਕੁਝ ਖਾਸ ਮਸਲੇ ਵੀ ਸਨ ਜੋ ਕਿਸੇ ਵੀ ਡਰਾਈਵਰ ਨੂੰ ਖਾਸ ਕਰਕੇ ਹਨੇਰੀਆਂ ਰਾਤਾਂ 'ਚ ਵੇਖਣ 'ਚ ਰੁਕਾਵਟ ਪਾ ਸਕਦੇ ਸੀ ਜੀ। ਇਸ ਲਈ ਕਾਨੂੰਨੀ ਆਧਾਰ ਤੇ ਜੇ ਉਹ ਚਾਹੁੰਦਾ ਤਾਂ ਇਹ ਪੂਰੀ ਕਾਨੂੰਨੀ ਚੁਣੌਤੀ ਦੇ ਸਕਦਾ ਸੀ ਤੇ ਕਾਫੀ ਜੇ ਆਪਾਂ ਗੱਲਬਾਤ ਕਰੀਏ ਕਾਫੀ ਮਾਤਰਾ 'ਚ ਉਹਦੇ ਜਿੱਤਣ ਦੇ ਹਿਸਾਬ ਵੀ ਕਾਫੀ ਸੀਗੇ, ਪਰ ਉਸਨੇ ਫੈਸਲਾ ਕੀਤਾ ਕਿ ਉਹ ਇਹ ਬਿਲਕੁਲ ਕੇਸ ਨਹੀਂ ਲੜੂਗਾ। ਉਸਨੇ ਆਪਣੀ ਗਲਤੀ ਦੀ ਜ਼ਿੰਮੇਵਾਰੀ ਸਰਾਸਰ ਸਵੀਕਾਰ ਕਰ ਲਈ। ਜਦੋਂ ਤੁਸੀਂ ਇੱਕ ਵਾਰ ਆਪਣਾ ਗੁਨਾਹ ਕਬੂਲ ਕਰ ਲੈਣ ਦਾ ਫੈਸਲਾ ਕਰ ਲੈਂਦੇ ਹੋ ਤਾਂ ਤੁਸੀਂ ਜਿਹੜੇ ਤੁਹਾਡੇ ਕਾਨੂੰਨੀ ਅਧਿਕਾਰ ਤੁਹਾਨੂੰ ਦਿੱਤੇ ਗਏ ਆ ਉਹਨਾਂ ਨੂੰ ਤੁਸੀਂ ਪੂਰੇ ਵਾਂਝੇ ਹੋ ਜਾਂਦੇ ਹੋ। ਜਸਕੀਰਤ ਨੂੰ ਇਹਨਾਂ ਗੱਲਾਂ ਬਾਤਾਂ ਦੀ ਕੋਈ ਪਰਵਾਹ ਹੀ ਨਹੀਂ ਸੀ, ਉਹ ਤਾਂ ਸਿਰਫ ਇੱਕ ਸਹੀ ਕਦਮ ਹੀ ਲੈਣਾ ਚਾਹੁੰਦਾ ਸੀ। ਜਦ ਤੁਸੀਂ ਆਪਣੀ ਗਲਤੀ ਕਬੂਲ ਕਰ ਲੈਂਦੇ ਹੋ ਤਾਂ ਸਰਕਾਰ ਕੋਲ ਤੁਹਾਡੇ ਖਿਲਾਫ ਜਿਹੜੇ ਦੋਸ਼ ਸਾਬਤ ਕਰਨ ਦਾ ਤੁਹਾਡਾ ਅਧਿਕਾਰ ਹੁੰਦਾ, ਤੁਸੀਂ ਉਹ ਛੱਡ ਦਿੰਦੇ ਹੋ। ਟਰਾਇਲ ਦੇ ਅਧਿਕਾਰ ਤੋਂ ਵੀ ਤੁਸੀਂ ਲੱਤ ਮਾਰ ਦਿੰਦੇ ਹੋ। ਮੁੱਕਦੀ ਗੱਲ ਇਹ ਕਿ ਤੁਸੀਂ ਹੱਥ ਸ਼ਰੇਆਮ ਖੜੇ ਕਰ ਦਿੰਦੇ ਹੋ ਜੀ। ਤੁਸੀਂ ਆਪਣਾ ਜਿਹੜਾ ਮੁਕੱਦਰ ਹੈ ਉਹ ਦੂਜੇ ਬੰਦੇ ਦੇ ਹੱਥ ਛੱਡ ਦਿੰਦੇ ਹੋ ਜੀ। ਅੱਛਾ ਵਕੀਲ ਸਾਹਿਬ, ਹੁਣ ਇੱਥੇ ਸੱਚ ਤੇ ਝੂਠ ਦੀ ਗੱਲ ਹੈ। ਤੁਸੀਂ ਉੱਗੇ ਵਕੀਲ ਹੈ, ਹਜ਼ਾਰਾਂ ਹੀ ਕੇਸ ਤੁਹਾਡੇ ਹੱਥ 'ਚ ਲੰਘੇ ਆ। ਸਦਾ ਆਪਾਂ ਰੈਪ ਅਪ ਕਰਨ ਵਾਲੇ ਤੇ ਗੱਲ ਕਰਦੇ ਹਾਂ ਵੀ ਸੱਚ ਤੇ ਰਹਿਣਾ, ਝੂਠ ਨਹੀਂ ਬੋਲਣਾ, ਪਰ ਹੱਕ ਨਹੀਂ ਛੱਡਣੇ। ਹੁਣ ਇਹ 'ਚ ਸੱਚ ਬੋਲਣ ਦੀ ਉਹਦੀ ਸਜ਼ਾ ਮੁੰਡੇ ਦੀ ਹਮਦਰਦੀ, ਕੰਪੈਸ਼ਨ ਤੇ ਜੇ ਉਹ ਮੈਨੂੰ ਲੱਗਦਾ ਹੈ ਉਹ ਪਰਾਂ ਟੰਗ ਕੇ ਉਹ PR ਹੈ ਕਿਤੇ ਉਹਨੂੰ ਇਹਦੇ ਤੋਂ ਬਾਅਦ, ਇਸ ਸਜ਼ਾ ਤੋਂ ਬਾਅਦ ਦੇਸ਼ ਨਿਕਾਲਾ ਤਾਂ ਨਹੀਂ ਹੋ ਜਾਏਗਾ? ਜਸਕੀਰਤ ਸਿੱਧੂ ਨੇ ਕਿਹਾ ਕਿ ਉਹ ਇਸ ਜਿਹੜਾ ਆਪਣਾ ਗੁਨਾਹ ਉਹਨੂੰ 100% ਕਬੂਲ ਇਸ ਕਰਕੇ ਕਰਨਾ ਚਾਹੁੰਦਾ ਵੀ ਉਹ ਚਾਹੁੰਦਾ ਨਹੀਂ ਵੀ ਪਰਿਵਾਰਾਂ ਨੂੰ ਹੋਰ ਦੁੱਖ ਪਹੁੰਚੇ। ਜੋ ਕੁਝ ਵੀ ਵਾਪਰਿਆ ਜੀ ਉਸ ਬਾਬਤ ਸਾਰਾ ਦੇਸ਼ ਹੀ ਜਾਣਦਾ। ਉਸ ਬਾਰੇ ਜਸਕੀਰਤ ਨੂੰ ਆਪ ਵੀ ਇੰਨਾ ਵੱਡਾ ਮਾਨਸਿਕ ਧੱਕਾ ਲੱਗਾ ਕਿ ਉਹ ਬਗੈਰ ਕਿਸੇ ਕਾਨੂੰਨੀ ਲੜਾਈ ਤੋਂ ਸਿਰਫ ਇੱਕੋ ਹੀ ਕੰਮ ਕਰਨਾ ਚਾਹੁੰਦਾ ਸੀ, ਆਪਣਾ ਕਸੂਰ ਸਵੀਕਾਰ ਕਰਨਾ। ਜਸਕੀਰਤ ਨੂੰ ਵੀ ਇੰਨਾ ਬੜਾ ਪਛਤਾਵਾ ਸੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਵੀ ਜਿਹੜੇ ਪਰਿਵਾਰਾਂ ਦੇ ਬੱਚੇ ਮਾਰੇ ਗਏ ਉਹ ਕੋਰਟ ਕਚਹਿਰੀ ਵਿੱਚ ਉਹਨਾਂ ਨੂੰ ਲਿਆ ਕੇ ਮੁੜ ਉਸ ਵਾਰਦਾਤ ਦੀ ਯਾਦ ਕਰਵਾਈ ਜਾਵੇ। ਉਸਨੇ ਪਰਿਵਾਰਾਂ ਨੂੰ ਹੋਰ ਦੁਖੀ ਹੋਣ ਤੋਂ ਬਚਾਉਣ ਲਈ ਆਪਣੇ ਸਾਰੇ ਹੱਕਾਂ ਦੀ ਵੀ ਆਪ ਹੀ ਬਲੀ ਚੜਾ ਦਿੱਤੀ। ਹਰ ਕੋਈ ਜਾਣਦਾ ਕਿ ਵੀ ਜਸਕੀਰਤ ਨੂੰ ਇਸ ਹਾਦਸੇ ਦੀ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ। ਟੋਟਲ ਹਰਜੀਤ ਜੀ ਉਹਦੇ ਵਿਆਹ ਨੂੰ ਟੋਟਲ 50 ਦਿਨ ਹੋਏ ਸੀ ਜਦ ਇਹ ਹਾਦਸਾ ਵਾਪਰਿਆ। ਹੁਣ ਉਸਨੂੰ ਕੈਨੇਡਾ ਵਿੱਚ ਰਹਿਣ ਲਈ ਸੰਘਰਸ਼ ਕਰਨਾ ਪੈਣਾ, ਉਸਨੂੰ ਆਪਣੀ ਜ਼ਿੰਦਗੀ ਲਈ ਆਰ ਜਾਂ ਪਾਰ ਦੀ ਲੜਾਈ ਲੜਨੀ ਪੈਣੀ ਹੈ। 8 ਸਾਲਾਂ ਦੀ ਕੈਦ ਉਹਨੂੰ ਆਲਰੇਡੀ ਹੋ ਚੁੱਕੀ ਹੈ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਕ੍ਰਿਮੀਨਲ ਕੇਸ 'ਚ ਇੱਕ ਦਿਨ ਘੱਟ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਵੇ ਤਾਂ ਇਸ ਤਰ੍ਹਾਂ ਇੱਕ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਆ ਉਹ ਦੇਸ਼ ਵਿੱਚ ਰਹਿਣ ਦੇ ਯੋਗ ਨਹੀਂ ਰਹਿੰਦਾ ਜੀ। ਇਸ ਕਰਕੇ ਹੀ ਜਸਕੀਰਤ ਨੂੰ ਇਸ ਦੇਸ਼ ਨਿਕਾਲੇ ਤੋਂ ਬਚਣ ਲਈ ਹਰ ਕਿਸੇ ਦੀ ਸਹਾਇਤਾ ਦੀ ਪੂਰੀ ਲੋੜ ਹੈ ਜੀ। ਅੱਛਾ ਵਕੀਲ ਸਾਹਿਬ, ਹੁਣ ਇਹਦੇ 'ਚ ਪੁਲਿਸ ਦੇ ਨਾਲ ਸਾਡੀ ਬਾਰਡਰ ਪੁਲਿਸ CBSA ਵੀ ਇਨਵੋਲਵ ਆ ਜੀ। ਉਹ ਕੀ ਕਰ ਰਹੀ ਹੈ ਇਹਦੇ ਵਿੱਚ? ਜਦੋਂ ਵੀ ਕੋਈ ਪਰਮਾਨੈਂਟ ਰੈਜ਼ੀਡੈਂਟ ਕਿਸੇ ਗੰਭੀਰ ਅਪਰਾਧ ਦਾ ਦੋਸ਼ੀ ਪਾਇਆ ਜਾਂਦਾ ਤਾਂ ਜਿਹੜਾ CBSA ਹੈ ਉਹਨਾਂ ਨੇ ਇਹ ਫੈਸਲਾ ਕਰਨਾ ਹੁੰਦਾ ਕਿ ਇਮੀਗ੍ਰੇਸ਼ਨ ਕੈਨੇਡਾ ਨੂੰ ਉਸ ਵਿਅਕਤੀ ਦੇ ਵਰਖਲਾਫ ਦੇਸ਼ ਨਿਕਾਲੇ ਦੀ ਸਲਾਹ ਉਹ ਦੇਣ, ਤੇ ਜੇ ਉਹ ਦੇਣ ਤਾਂ ਇਸ ਕਰਕੇ ਉਹਨਾਂ ਨੂੰ ਉਸ ਤੋਂ ਬਾਅਦ ਇੱਕ ਰਿਪੋਰਟ ਲਿਖ ਕੇ ਉਹਨਾਂ ਨੂੰ ਸਲਾਹ ਦੇਣੀ ਪੈਂਦੀ ਹੈ ਜੀ। ਰਿਪੋਰਟ ਲਿਖਣ ਤੋਂ ਪਹਿਲਾਂ CBSA ਉਸ ਵਿਅਕਤੀ ਨੂੰ ਪੁੱਛਣਗੇ ਜਿਹਦੀ ਡਿਪੋਰਟੇਸ਼ਨ ਦੀ ਗੱਲਬਾਤ ਹੋਵੇ ਕਿ ਉਹ ਆਪ ਦੱਸੇ ਕਿ ਵੀ ਉਹਨਾਂ ਨੂੰ ਇਹ ਜਿਹੜੀ ਰਿਪੋਰਟ ਆ ਕਿਉਂ ਨਹੀਂ ਲਿਖਣੀ ਚਾਹੀਦੀ। ਭਾਈਚਾਰੇ ਦੀ ਜਿਹੜੀ ਹਮਾਇਤ ਅਤੇ ਕਮਿਊਨਿਟੀ ਕਨੈਕਸ਼ਨ ਸਭ ਤੋਂ ਵੱਡੀਆਂ ਚੀਜ਼ਾਂ ਵਿੱਚੋਂ ਇੱਕ ਹਨ ਜੋ CBSA ਦੇ ਫੈਸਲੇ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦੀਆਂ। ਇਸ ਲਈ ਕਮਿਊਨਿਟੀ ਦੇ ਹਰ ਇੱਕ ਮੈਂਬਰ ਵੱਲੋਂ ਜਸਕੀਰਤ ਸਿੱਧੂ ਦਾ ਜਿਹੜਾ ਸਮਰਥਨ ਕਰਨਾ ਉਹ ਬਹੁਤ ਹੀ ਮਹੱਤਵਪੂਰਨ ਬਣ ਗਿਆ ਜੀ। ਅੱਛਾ, ਲੋਕ ਕੀ ਕਰ ਸਕਦੇ ਨੇ ਜੀ ਹੁਣ ਸਿੱਧੂ ਲਈ, ਇਹ ਦੱਸੋ। ਜਸਕੀਰਤ ਨੂੰ ਜਿੰਨੀ ਜ਼ਿਆਦਾ ਕਮਿਊਨਿਟੀ ਸਪੋਰਟ ਮਿਲਦੀ ਆ ਓਨਾ ਹੀ ਉਸਦੀਆਂ ਜਿਹੜੀਆਂ ਆਪਣੀ ਪਤਨੀ ਅਤੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿਣ ਦੀਆਂ ਜਿਹੜੀਆਂ ਸੰਭਾਵਨਾਵਾਂ ਜੀ ਉਹਨਾਂ 'ਚ ਪੂਰਾ ਵਾਧਾ ਹੋਊਗਾ। ਕੋਈ ਵੀ ਜੋ ਜਸਕੀਰਤ ਦਾ ਸਮਰਥਨ ਕਰਨਾ ਚਾਹੁੰਦਾ
ਉਹ CBSA ਨੂੰ ਈਮੇਲ ਰਾਹੀਂ ਕੰਟੈਕਟ ਕਰ ਸਕਦੇ ਜੀ, contact@cbsa.gc.ca। ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਮੈਂਬਰ ਆਫ ਪਾਰਲੀਮੈਂਟ ਜਾਂ MLA ਨੂੰ ਵੀ ਗੱਲਬਾਤ ਕਰ ਸਕਦੇ ਹੋ, ਉਹਨਾਂ ਨੂੰ ਵੀ ਇਸ ਮੁਹਿੰਮ 'ਚ ਸ਼ਾਮਲ ਹੋਣ ਲਈ ਸੱਦਾ ਦੇ ਸਕਦੇ ਹੋ। ਸੋਸ਼ਲ ਮੀਡੀਆ ਤੇ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਵੱਧ ਤੋਂ ਵੱਧ ਲੋਕਾਂ ਨੂੰ CBSA ਨੂੰ ਵੀ ਜ਼ਰੂਰ ਕੰਟੈਕਟ ਕਰਨਾ ਚਾਹੀਦਾ ਜੀ। ਵਕੀਲ ਸਾਹਿਬ, ਜਿਹੜਾ CBSA ਹੈ, ਇਹਦੇ ਕੋਲ ਦੇਸ਼ ਨਿਕਾਲੇ ਤੋਂ ਰੋਕਣ ਦੀ ਸ਼ਕਤੀ ਰੱਖਦੇ ਆ ਜੀ ਇਹ? ਹਾਂ ਜੀ, ਬਿਲਕੁਲ ਬਿਲਕੁਲ ਰੱਖਦੇ ਜੀ। CBSA ਡਿਪੋਰਟੇਸ਼ਨ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਸਕਦੀ ਹੈ। ਉਹਨਾਂ ਨੂੰ ਬਸ ਇਹੀ ਫੈਸਲਾ ਕਰਨਾ ਪਵੇਗਾ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਕਾਰਨਾਂ ਨੂੰ ਰਿਪੋਰਟ ਭੇਜਣ ਦੀ ਲੋੜ ਨਹੀਂ ਹੈ। ਮੈਂ ਪਹਿਲਾਂ ਵੀ 3 ਦਹਾਕਿਆਂ 'ਚ ਇਸ ਤਰ੍ਹਾਂ ਦੇ ਬਹੁਤ ਕੇਸ ਕਰ ਚੁੱਕਾ ਜੀ, ਜਿੱਥੇ ਲੋਕਾਂ ਵੱਲੋਂ ਕਾਫੀ ਸਹਾਇਤਾ ਮਿਲ ਜਾਂਦੀ ਹੈ। ਮਿਲਣ ਤੋਂ ਬਾਅਦ CBSA ਲੋਕਾਂ ਦੀ ਆਵਾਜ਼ ਸੁਣੇਗੀ ਅਤੇ ਰਿਪੋਰਟ ਨਹੀਂ ਲਿਖੇਗੀ। ਗਵਰਨਮੈਂਟ ਏਜੰਸੀਜ਼ ਤਾਂ ਹੁਣ ਤੁਹਾਡਾ ਪ੍ਰੋਗਰਾਮ ਰੋਜ਼ ਗਿੱਲ ਸਾਹਿਬ ਰਿਕਾਰਡ ਹੁੰਦਾ, ਗਵਰਨਮੈਂਟ ਦੇ ਬੰਦੇ ਸੁਣਦੇ ਆ, ਉਹਨਾਂ ਨੂੰ ਪਤਾ ਹੈ ਕਿ ਵੀ ਜਿਹੜਾ ਗਿੱਲ ਸਾਹਿਬ ਦਾ ਪ੍ਰੋਗਰਾਮ ਹੈ ਲੱਖਾਂ ਦੀ ਤਾਦਾਦ 'ਚ ਬੰਦੇ ਸੁਣਦੇ ਆ। ਲੋਕਾਂ ਦੀ ਓਪੀਨੀਅਨ ਕੀ ਹੈ ਜਦ ਤੁਹਾਡਾ ਟਾਕ ਸ਼ੋਅ ਚੱਲਦਾ, ਤੁਹਾਡੇ ਜਿਹੜੇ ਸਵਾਲ ਜਵਾਬ ਹੈ, ਤੁਹਾਡਾ ਕੀ ਖਿਆਲ ਹੈ? ਸਿਰਫ ਤੁਹਾਡੇ ਸਰੋਤੇ ਸੁਣਦੇ ਆ? ਨਹੀਂ, ਗਵਰਨਮੈਂਟ ਈਵਨ ਆਪਣੇ 8ਵਾਂ ਤਾਈਂ ਤੁਹਾਡੇ ਪ੍ਰੋਗਰਾਮ ਦੀ ਰਿਕਾਰਡਿੰਗਾਂ ਹੁੰਦੀਆਂ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਕਿ ਵੀ ਲੋਕਾਂ ਦੀ ਸੋਚ ਕੀ ਹੈ। ਮੁੱਖ ਚੀਜ਼ ਜੋ CBSA ਵੇਖਦੀ ਹੈ ਜੀ, ਉਹ ਹੈ ਸਧਾਰਨ ਹਾਲਾਤ, ਐਕਸੈਪਸ਼ਨਲ ਸਰਕਮਸਟੈਂਸਿਸ, ਜੋ ਕਿਸੇ ਵਿਅਕਤੀ ਨੂੰ ਕੈਨੇਡਾ ਵਿੱਚ ਰਹਿਣ ਦੇ ਯੋਗ ਬਣਾਵੇਗਾ ਅਤੇ ਉਸ ਵਿੱਚ ਸਾਰਿਆਂ ਨਾਲੋਂ ਵੱਡੀ ਗੱਲ ਜਿਹੜੀ ਭਰਮੀ ਭਾਈਚਾਰਕ ਸਹਾਇਤਾ ਮਿਲ ਜਾਣੀ ਵੀ ਇਸ ਦਾ ਇੱਕ ਬਹੁਤ ਹੀ ਪ੍ਰਮੁੱਖ ਹਿੱਸਾ ਬਣ ਸਕਦੀ ਹੈ ਜੀ। ਵਕੀਲ ਸਾਹਿਬ, ਤੁਸੀਂ ਕੇਸ ਜਿਹੜੇ ਨੇ, ਤੁਸੀਂ ਜਾਂ ਵਕੀਲ ਸਾਰੇ ਪ੍ਰੈਸੀਡੈਂਟ ਤੇ ਲੜਦੇ ਹੋ। ਵਿਨੀਪੈਗ ਦੀ ਅੱਜ ਇੱਕ ਖਬਰ ਹੈ, ਗਰੀਸ ਦੇ ਇੱਕ ਬੰਦੇ ਨੇ ਇੱਕ ਪਲੈਂਟੀ ਆਫ ਫਿਸ਼ ਜਿਹੜੀ ਆਨਲਾਈਨ ਡੇਟਿੰਗ ਦੀ ਐਪ ਹੈ, ਉਹ 'ਤੇ ਜਾ ਕੇ ਉਹ ਕੁੜੀ ਨੂੰ, ਇਸਤਰੀ ਨੂੰ ਮਿਲਣ ਗਿਆ, ਉਹਦਾ ਰੇਪ ਕਰ ਦਿੱਤਾ। ਉਹਨੂੰ ਸਜ਼ਾ ਹੋਈ, ਸਜ਼ਾ 3 ਸਾਲ ਦੀ ਹੋਈ। ਸਜ਼ਾ ਦੇ ਅੱਧ 'ਚ 1.5 ਸਾਲ ਦੇ ਸਮੇਂ ਤੇ ਉਹਨੂੰ ਡਿਪੋਰਟ ਕਰਤਾ। ਸੋ ਸਿੱਧੂ ਦੀ ਸਜ਼ਾ ਚਾਹੇ 19 ਤੋਂ ਲੈ ਕੇ 8 ਸਾਲ, ਜੇ ਤੁਸੀਂ ਕਹਿੰਦੇ ਆ 27 'ਚ ਮੁੱਕਣੀ ਆ, ਕੀ ਉਹਨੂੰ ਸਜ਼ਾ ਮੁੱਕਣ ਤੋਂ ਪਹਿਲਾਂ ਵੀ ਭੇਜ ਸਕਦੇ ਆ? ਹਾਂ ਜੀ, ਡੈਫੀਨੇਟਲੀ ਭੇਜ ਸਕਦੇ ਆ ਜੇ ਜਨਤਾ ਦਾ ਪ੍ਰੈਸ਼ਰ ਨਾ ਬਣਿਆ। ਸੋ ਜੇ CBSA ਵਾਲਿਆਂ ਨੇ ਮੂਡ ਬਣਾ ਹੀ ਲਿਆ ਹੋਵੇ ਤਾਂ ਉਹ ਚਾਹੁੰਦੇ ਆ ਕਿ ਵੀ ਇੰਸਟੈਡ ਆਫ ਵੀ ਕੈਨੇਡੀਅਨ ਸਰਕਾਰ ਤੇ ਹੋਰ ਖਰਚਾ ਪਵੇ ਇਹਨੂੰ ਜੇਲ੍ਹ 'ਚ ਰੱਖਣ ਦਾ, ਉਹਨੂੰ ਪਹਿਲਾਂ ਛੱਡ ਕੇ ਤੇ ਨਾਲ ਦੀ ਨਾਲ ਜਹਾਜ਼ ਚੜਾ ਦਿੰਦੇ ਆ। ਇਸੇ ਕਰਕੇ ਜਿਹੜਾ ਭਾਈਚਾਰੇ ਦੀ ਸਹਾਇਤਾ, ਚਾਹੇ ਆਪਾਂ ਪੰਜਾਬੀ ਭਾਈਚਾਰੇ ਦੀ ਗੱਲਬਾਤ ਕਰੀਏ, ਪਰ ਜੇ ਤੁਸੀਂ ਇਸ ਨੂੰ ਇੰਟਰਨੈਟ ਦੇ ਉੱਪਰ ਜਾ ਕੇ ਇਸ ਕੇਸ ਦੀ ਬਾਬਤ ਬੇਅੰਤ ਆਰਟੀਕਲਸ ਹੈ ਜੀ, ਉਹਨਾਂ ਤੁਸੀਂ ਪੜ੍ਹੋਗੇ, ਗੋਰਿਆਂ ਵੱਲੋਂ ਵੀ ਬਹੁਤ ਵੱਡੀ ਸੰਖਿਆ ਵਿੱਚ ਇਸ ਦਾ ਸਮਰਥਨ ਕੀਤਾ ਜਾ ਰਿਹਾ ਹੈ। ਮਾਪੇ ਜਿਨ੍ਹਾਂ ਦੇ ਪੁੱਤ ਚਲੇ ਗਏ ਜਾਂ ਜ਼ਖਮੀ ਹੋ ਗਏ, ਕੁਝ ਮਾਪੇ ਚਾਹੁੰਦੇ ਨੇ ਦੇਸ਼ ਨਿਕਾਲਾ ਹੋਵੇ। ਸਕਾਟ ਥਾਮਸ ਕਹਿੰਦਾ ਹੈ ਉਸਦਾ ਪੁੱਤਰ ਇਵਾਨ ਜਿਹੜਾ ਇਹ 'ਚ ਮਾਰਿਆ ਗਿਆ, ਪਰ ਉਹ ਕਹਿੰਦਾ ਨਹੀਂ ਨਾ, ਇਹਨੇ ਹੁਣ ਸਜ਼ਾ ਇਹਦੀ ਮਿਲ ਗਈ, ਬੱਚੇ ਇਹਦੇ ਹਾਲੇ ਨਹੀਂ, ਨਵਾਂ ਵਿਆਹ ਹੋਇਆ, ਜ਼ਿੰਦਗੀ ਇੱਥੇ ਆ, ਕੈਨੇਡਾ ਦੇ ਵਿੱਚ ਸੁਪਨੇ ਲੈ ਕੇ ਆਇਆ, ਜਿਵੇਂ ਅਸੀਂ 20 ਸਾਲ ਪਹਿਲਾਂ ਆਏ, ਹੋਰ ਗੋਰੇ ਲੋਕ 200 ਸਾਲ 150 ਸਾਲ ਪਹਿਲਾਂ ਆ ਗਏ। ਮਾਪੇ ਜਿਹੜੇ ਨੇ, ਵਿਕਟਮ ਦੇ ਜਿਹੜੇ ਪੇਰੈਂਟਸ ਨੇ, ਉਹਦਾ ਕਿੰਨਾ ਕੁ ਇਫੈਕਟ ਹੋ ਸਕਦਾ ਜੀ? ਜੀ, ਜੋ ਕੁਝ ਵੀ ਵਾਪਰਿਆ ਉਸਨੂੰ ਤਾਂ ਕੋਈ ਵੀ ਨਹੀਂ ਬਦਲ ਸਕਦਾ, ਪਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜਸਕੀਰਤ ਨੇ ਇਸ ਹਾਦਸੇ ਤੋਂ ਬਾਅਦ ਉਹ ਸਭ ਕੁਝ ਕੀਤਾ ਜੋ ਕਿਸੇ ਜ਼ਿੰਮੇਵਾਰ ਇਨਸਾਨ ਤੋਂ ਆਸ ਰੱਖੀ ਜਾ ਸਕਦੀ ਹੈ। ਆਪਣੀ ਗਲਤੀ ਕਬੂਲ ਕਰਨੀ ਇੱਕ ਬਹੁਤ ਵੱਡੀ ਇਨਸਾਨੀ ਫਿਦਰਤ ਹੈ ਜੀ। ਇਹ ਤੁਹਾਡੇ ਆਚਰਣ, ਤੁਹਾਡੇ ਕਰੈਕਟਰ ਬਾਰੇ ਦਰਸਾਉਂਦੀ ਹੈ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਹ ਸਿਰਫ ਇੱਕ ਹਾਦਸਾ ਹੀ ਸੀ, ਸੜਕ ਹਾਦਸਾ, ਨਾ ਕਿ ਜਾਣ-ਬੁੱਝ ਕੇ ਹੋਰਨਾਂ ਲੋਕਾਂ ਨੂੰ ਦੁਖੀ ਕਰਨ ਦੇ ਇਰਾਦੇ ਨਾਲ ਕੀਤੀ ਹੋਈ ਕੋਈ ਕਾਨੂੰਨੀ ਕਰਤੂਤ ਜੀ। ਹਾਦਸੇ ਦੇ ਸ਼ਿਕਾਰ ਹੋਏ ਕੁਝ ਬੱਚਿਆਂ ਦੇ ਜਿਹੇ ਪਰਿਵਾਰਕ ਮੈਂਬਰ ਵੀ ਹਨ ਜਿਨ੍ਹਾਂ ਨੇ ਜਸਕੀਰਤ ਦਾ ਸਮਰਥਨ ਕੀਤਾ। ਉਹਨਾਂ 'ਚੋਂ ਤੁਸੀਂ ਸਕਾਟ ਥਾਮਸ ਦਾ ਨਾਂ ਲਿਆ। ਸਕਾਟ ਥਾਮਸ ਨੇ ਕਿਹਾ ਕਿ ਉਸਨੇ ਆਪਣੇ 18 ਸਾਲ ਦੇ ਬੇਟੇ ਦੀ ਮੌਤ ਦਾ ਉਸਨੂੰ ਹਰ ਰੋਜ਼ ਐਵਰੀ ਡੇ ਉਸਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ, ਪਰ ਉਸਨੇ ਫੇਰ ਵੀ ਸਿੱਧੂ ਦੇ ਹੱਕ ਵਿੱਚ ਇੱਕ ਪੱਤਰ ਲਿਖਿਆ। ਉਸਨੇ ਕਿਹਾ ਕਿ ਉਹ ਉਹਨਾਂ ਕਾਨੂੰਨਾਂ ਬਾਰੇ ਵਧੇਰਾ ਚਿੰਤਤ ਹੈ ਜਿਸਨੇ ਸਿਰਫ 3 ਹਫ਼ਤੇ ਪਹਿਲਾਂ ਹੀ ਬਿਲਕੁਲ ਨਵੇਂ ਡਰਾਈਵਰ ਬਣੇ ਜਸਕੀਰਤ ਨੂੰ ਇੰਨੇ ਵੱਡੇ ਟਰੱਕ ਨੂੰ ਚਲਾਉਣ ਦੀ ਹਾਈਵੇ ਤੇ ਇਜਾਜ਼ਤ ਦਿੱਤੀ। ਥਾਮਸ ਨੇ ਸਿੱਧੂ ਨੂੰ ਅਦਾਲਤ ਵਿੱਚ ਮੁਆਫ ਵੀ ਕੀਤਾ ਅਤੇ ਸਿੱਧੂ ਦੇ ਪਰਿਵਾਰ ਨਾਲ ਉਹਨੇ ਸੰਪਰਕ ਵੀ ਕਾਇਮ ਰੱਖਿਆ। ਜੇ ਇੱਕ ਪਿਤਾ ਜੋ ਆਪਣੇ ਪੁੱਤਰ ਨੂੰ ਗਵਾ ਬੈਠਾ ਜਸਕੀਰਤ ਦਾ ਸਮਰਥਨ ਕਰ ਰਿਹਾ ਤਾਂ ਸਾਨੂੰ ਸਾਰਿਆਂ ਨੂੰ ਜਸਕੀਰਤ ਦੀ ਮਦਦ ਕਰਨ ਲਈ CBSA ਨੂੰ ਈਮੇਲ
ਪਾਉਣ ਲਈ ਕਿਹੜੀ ਗੱਲ ਰੋਕ ਰਹੀ ਹੈ। ਸੋ ਡੈਫੀਨਿਟਲੀ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਇਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦਾ ਜਿਹੜਾ ਰਵੱਈਆ ਉਹ ਇੱਕ ਬਹੁਤ ਵੱਡੀ ਐਗਜ਼ਾਮਪਲ ਮਿਸਾਲ ਸਿੱਧ ਹੋ ਰਹੀ ਹੈ ਜੀ ਇਸ ਕੇਸ ਵਿੱਚ। ਇਹ ਕੇਸ ਇੱਕ ਬਹੁਤ ਹੀ ਯੂਨੀਕ ਕੇਸ ਹੈ। ਇਹਦੇ ਵਿੱਚ ਨਾ ਸਿੱਧੂ ਨੇ ਸ਼ਰਾਬ ਪੀਤੀ, ਨਾ ਕੋਈ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ, ਸਿਰਫ ਇੱਕ ਤੇ ਇੱਕ ਖਾਮੀ ਸੀ ਜਿਹੜਾ ਉਹ ਸਟਾਪ ਸਾਈਨ ਮਿਸ ਕਰ ਗਿਆ। ਜੇ ਆਪਾਂ ਅੱਖਾਂ ਮੀਚ ਕੇ ਮਾੜਾ ਜਿਹਾ ਆਪਣੇ ਅੰਦਰ ਝਾਤੀ ਮਾਰੀਏ, ਆਪਾਂ ਰੋਜ਼ ਇੰਨੀ ਗੱਡੀ ਚਲਾਉਂਦੇ ਆ, ਕਿੰਨੀ ਕੁ ਵਾਰ ਆਪਾਂ ਜਿਹੜੀ 60 ਦੀ ਸਪੀਡ ਹੈ ਹਾਈਵੇ 10 ਤੇ ਆਪਾਂ 90 ਤੇ ਜਾ ਰਹੇ ਹੁੰਦੇ ਆ, ਜਾਂ ਕਿੰਨੀ ਕੁ ਵਾਰ ਆਪਾਂ ਸਟਾਪ ਸਾਈਨ ਮਿਸ ਕਰਦੇ ਆ, ਯੀਲਡ ਸਾਈਨ ਮਿਸ ਕਰਦੇ ਆ। ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ, ਫਿਰ ਆਪਾਂ ਦੇਖੀਏ ਕਿ ਵੀ ਇਸ ਬੰਦੇ ਦੇ ਜਿਹੜਾ ਅੰਜਾਮ ਹੈ, ਖਮਿਆਜ਼ਾ ਉਹ ਤਾਂ ਬਹੁਤ ਮਾੜਾ ਸੀ, ਕਿਉਂਕਿ 16 ਵਿਅਕਤੀਆਂ ਦੀ ਜਾਨ ਚਲੀ ਗਈ, ਉਹ ਵੀ ਜਵਾਕਾਂ ਦੀ ਜੀ, ਪਰ ਉਹਨੇ ਮਿਸ ਸਿਰਫ ਸਟਾਪ ਸਾਈਨ ਹੀ ਕੀਤਾ ਜੀ। ਵਕੀਲ ਸਾਹਿਬ, ਪਿਛਲੇ ਦਿਨੀ ਹੀਰੋਇਨ ਮੁੰਡਾ ਇੱਕ ਲੈ ਕੇ ਆਇਆ, ਤੁਸੀਂ ਪੜ੍ਹਿਆ, ਜੱਜ ਸਾਹਿਬਾ ਨੇ, ਨੀਨਾ ਸ਼ਰਮਾ ਜੀ ਨੇ ਮਾਫੀ ਦੇਤੀ ਉਹਨੂੰ, ਉਹ ਫੋਰੈਂਸਿਕ ਐਵੀਡੈਂਸ ਨਹੀਂ ਸੀ। ਜੱਜ ਸਾਹਿਬਾ ਦੇ ਕੋਲ ਬਹੁਤ ਤਾਕਤ ਹੈ। ਇਹਦੇ ਵਿੱਚ ਜੱਜ ਉਹਨਾਂ ਨੇ ਡਿਸੀਜਨ ਬਣਾਇਆ ਹੋਊ 6 ਸਾਲ ਤੋਂ ਉੱਪਰਲੀ ਸਜ਼ਾ ਬੋਲਣ ਲਈ। ਕੀ ਇਹ ਸੋਚਿਆ ਹੋਊਗਾ ਵੀ ਇਹ ਸਿਟੀਜ਼ਨ ਹੈ ਨਹੀਂ ਜਾਂ ਨਹੀਂ, ਵੀ ਇਹਨੂੰ ਇਹ ਚੋਂ ਪਰਿਵਾਰ ਇਹਦਾ ਟੁੱਟ ਸਕਦਾ, ਇਹ ਸੋਚਿਆ ਹੋਊ ਜੱਜ ਸਾਹਿਬ ਨੇ? ਹਾਂ ਜੀ, ਸਾਰੇ ਅਪਰਾਧਿਕ ਮਾਮਲਿਆਂ 'ਚ ਜਿੱਥੇ ਦੋਸ਼ੀ ਨਾਗਰਿਕ ਨਹੀਂ ਹੁੰਦਾ, ਜੱਜ ਸਜ਼ਾ ਦਾ ਫੈਸਲਾ ਕਰਦੇ ਸਮੇਂ ਇਸ ਨੂੰ ਪੂਰਾ ਧਿਆਨ 'ਚ ਰੱਖਦੇ ਆ ਜੀ। ਪਰ ਕੇਵਲ ਤੇ ਕੇਵਲ ਇਹੀ ਇੱਕ ਚੀਜ਼ ਨਹੀਂ ਹੁੰਦੀ ਜਿਸ ਬਾਰੇ ਕੋਰਟ ਕਚਹਿਰੀ ਨੂੰ ਵਿਚਾਰ ਕਰਨਾ ਪੈਂਦਾ ਜੀ। ਇਹ ਕਾਨੂੰਨ ਦਾ ਇੱਕ ਬਹੁਤ ਹੀ ਅਜੀਬੋ-ਗਰੀਬ ਜਿਹਾ ਹਿੱਸਾ, ਪਰ ਦੇਸ਼ ਨਿਕਾਲੇ ਨੂੰ ਕ੍ਰਿਮੀਨਲ ਕੋਰਟ ਸਜ਼ਾ ਵਜੋਂ ਨਹੀਂ ਜੀ ਮੰਨਿਆ ਜਾਂਦਾ, ਇਸ ਨੂੰ ਇੱਕ ਵੱਖਰਾ ਹੀ ਮੁੱਦਾ ਮੰਨਿਆ ਜਾਂਦਾ। ਪਰ ਅਸੀਂ ਸਾਰੇ ਜਾਣਦੇ ਹਾਂ ਵੀ ਕਿਸੇ ਬੰਦੇ ਨੂੰ ਕੈਨੇਡਾ ਚੋਂ ਕੱਢ ਕੇ ਉਹਦੇ ਪਰਿਵਾਰ ਨਾਲੋਂ ਵੱਖ ਕਰ ਦੇਣਾ, ਇਸ ਤੋਂ ਵੱਧ ਸਜ਼ਾ ਕੀ ਹੋ ਸਕਦੀ ਹੈ। ਇਸੇ ਲਈ ਜਿਹੜਾ CBSA ਨੂੰ ਕੰਟੈਕਟ ਕਰਨਾ, contact@cbsa.gc.ca ਤੇ ਬਹੁਤ ਹੀ ਮੁਸ਼ਕਿਲ ਹੈ, ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਮੈਂ ਆਪਣੇ ਸਿੱਧੂ ਸਾਹਿਬ ਦੀਆਂ ਮੁਸ਼ਕਿਲਾਂ ਦਾ ਅੰਤ ਹੋ ਸਕੇ। ਜਿਹੜਾ ਤੁਸੀਂ ਕੇਸ ਦੀ ਗੱਲ ਕੀਤੀ ਜੱਜ ਨੀਨਾ ਸ਼ਰਮਾ ਨੇ, ਉਹ ਬਹੁਤ ਹੀ ਉਹਨਾਂ ਨੇ ਵਧੀਆ ਡਿਸੀਜਨ ਲਿਆ, ਕਿਉਂਕਿ ਉਸ ਕੇਸ ਵਿੱਚ ਉਹ ਇਹ ਨਹੀਂ ਕਹਿ ਰਹੀ ਕਿ ਵੀ ਬੰਦਾ ਡਰੱਗ ਨਹੀਂ ਲੈ ਕੇ ਆਇਆ, ਉਹ ਇਹ ਕਹਿ ਰਹੀ ਹੈ ਕਿ ਵੀ ਪੁਲਿਸ ਵਾਲੇ ਸਾਬਤ ਨਹੀਂ ਕਰ ਸਕਦੇ, ਕਿਉਂਕਿ ਗੱਡੀ ਕਰਟਸੀ ਕਾਰ ਸੀਗੀ ਕਿਸੇ ਬੋਡੀ ਸ਼ਾਪ ਦੀ ਜੀ, ਉਹਦੇ ਵਿੱਚ ਪਿਛਲੇ ਟਰੰਕ 'ਚ ਬੈਗ ਪਿਆ ਸੀਗਾ, ਉਸ ਬੈਗ ਤੇ ਕਿਤੇ ਵੀ ਦੋਸ਼ੀ ਦੇ ਜਿਹੜੇ ਫਿੰਗਰਪ੍ਰਿੰਟ ਨਹੀਂ ਸੀਗੇ। ਸੋ ਕਿਸ ਆਧਾਰ ਤੇ ਉਹਨੂੰ ਕਨਵਿਕਟ ਕਰਦੀ? ਲੋਕਾਂ ਦਾ ਕਿੰਤੂ ਪਰੰਤੂ ਕਰਨਾ ਜੱਜਿਸ ਲਈ ਬਹੁਤ ਸੌਖਾ ਹੈ, ਪਰ ਇਹ ਉਸਨੇ ਬਹੁਤ ਹੀ ਵਧੀਆ ਤੇ ਵਾਜਿਬ ਡਿਸੀਜਨ ਲਿਆ ਜੀ। ਵਕੀਲ ਸਾਹਿਬ, ਅਕਸਰ ਹੁਣ ਜੇ ਕਿਸੇ ਦਾ ਬੰਦਾ ਵੀ ਮਾਰਿਆ ਜਾਵੇ, ਅਕਸਰ ਗੱਲਾਂ ਚੱਲਦੀਆਂ ਵੀ ਤੁਹਾਡਾ ਤਾਂ ਮਰ ਗਿਆ, ਹੁਣ ਇਹਨੂੰ ਫਾਂਸੀ ਚੜਾ ਕੇ ਤੁਹਾਡਾ ਕਿਹੜਾ ਮੁੜਿਆ ਆਉਣਾ। ਇਹਦੇ 'ਚ ਵੀ ਗੱਲ ਕੀ ਸਿੱਧੂ ਨੂੰ ਦੇਸ਼ ਨਿਕਾਲੇ ਤੋਂ ਬਾਅਦ ਜਿਹੜਾ ਗਲਤੀ, ਦੇਖੋ ਇੱਕ ਇਨਸਾਨੀਅਤ ਦਾ ਸਿਖਰ ਹੈ, ਜਿਹੜਾ ਮੁੰਡਾ ਕਹਿੰਦਾ ਮੈਂ ਹੱਕ ਵੀ ਨਹੀਂ ਵਰਤਣੇ, ਉਹਨੂੰ ਪਤਾ ਹੈ ਵੀ ਮੈਂ ਬਾਹਰ ਨਿਕਲ ਜਾਣਾ, ਫਿਰ ਵੀ ਉਸਨੇ ਐਕਸੈਪਟ ਕੀਤਾ, ਉਹਦਾ ਦੇਸ਼ ਨਿਕਾਲਾ ਕੀ ਉਸ ਇੰਟਰਸੈਕਸ਼ਨ ਨੂੰ ਹੁਣ ਸੁਰੱਖਿਅਤ ਕਰ ਸਕਦਾ ਹੈ? ਕੀ ਇਹਦੇ 'ਚ ਸਿੱਧ ਹੋਏਗਾ ਜੇ ਦੇਸ਼ ਨਿਕਾਲਾ ਹੁੰਦਾ? ਦੇਸ਼ ਨਿਕਾਲਾ ਆਮ ਤੌਰ ਤੇ ਤਾਂ ਦਿੰਦੇ ਆ ਕਿ ਵੀ ਬਾਕੀ ਜਨਤਾ ਨੂੰ, ਇਸ ਬੰਦੇ ਨੂੰ ਦੇਸ਼ ਚੋਂ ਕੱਢ ਕੇ ਬਾਕੀ ਜਨਤਾ ਨੂੰ ਸੁਰੱਖਿਅਤ ਕੀਤਾ ਜਾਵੇ। ਕੀ ਸਿੱਧੂ ਨੂੰ ਕੈਨੇਡਾ ਚੋਂ ਬਾਹਰ ਕੱਢ ਕੇ ਕੀ ਬਾਕੀ ਦੇ ਕੈਨੇਡੀਅਨ ਸੁਰੱਖਿਅਤ ਹੋ ਜਾਣਗੇ? ਇਸ ਦਾ ਸਿੱਧਾ ਸਪਸ਼ਟ ਲੌਜੀਕਲ ਜਵਾਬ ਹੈ ਨਹੀਂ, ਬਿਲਕੁਲ ਨਹੀਂ। ਜਸਕੀਰਤ ਇੱਕ ਅਪਰਾਧੀ ਨਹੀਂ ਜੀ, ਇਹ ਸਭ ਕੁਝ ਤਾਂ ਇੱਕ ਸਿਰਫ ਦੁਰਘਟਨਾ ਕਾਰਨ ਹੀ ਵਾਪਰਿਆ ਜੋ ਨਹੀਂ ਸੀ ਵਾਪਰਨੀ ਚਾਹੀਦੀ। ਕੈਦ ਦੀ ਸਜ਼ਾ ਤੋਂ ਬਾਅਦ ਵੀ ਹਰਜੀਤ ਜੀ 10 ਸਾਲ ਤੱਕ ਡਰਾਈਵਿੰਗ ਨਹੀਂ ਕਰ ਸਕੂਗਾ। ਸਾਡੇ ਸਾਰਿਆਂ ਵਾਂਗ ਹੀ ਸਿੱਧੂ ਸਾਹਿਬ ਵੀ ਆਪਣੇ ਵਧੀਆ ਜੀਵਨ ਲਈ ਇਸ ਵਧੀਆ ਦੇਸ਼ 'ਚ ਆਇਆ ਸੀ ਜੀ। ਉਹ ਤਾਂ ਆਮ ਵਾਂਗ ਮਿਹਨਤ ਮਸ਼ੱਕਤ ਹੀ ਕਰ ਰਿਹਾ ਸੀ ਕਿ ਅਚਾਨਕ ਇਹ ਐਡੀ ਬੜੀ ਦੁਕਾਨ ਦੀ ਜਿਹੜੀ ਘਟਨਾ ਘਟ ਗਈ। ਇਸ ਸਮੇਂ ਉਸ ਨੂੰ ਲੋੜ ਆ ਸਾਰੇ ਭਾਈਚਾਰੇ ਦੀ ਮਦਦ ਦੀ, ਸਹਾਇਤਾ ਦੀ, ਨਾ ਕਿ ਕਿੰਤੂ ਪ੍ਰੰਤੂ ਦੀ। ਤੇ ਵਕੀਲ ਸਾਹਿਬ, ਹੁਣ ਇਹਦੇ 'ਚ ਮੈਨੂੰ ਇੱਕ ਸੱਚ ਝੂਠ ਦੀ, ਦੇਖੋ ਬੋਲਣਾ ਸੱਚ ਚਾਹੀਦਾ ਹੈ, ਮੈਂ ਇਹ ਗੱਲ ਮੁੜ ਕੇ ਕਹਿਣਾ, ਪਰ ਮੈਨੂੰ ਇਉਂ ਲੱਗਦਾ ਹੈ ਕਿ ਜਸਕੀਰਤ ਸਿੱਧੂ ਦਾ ਸੱਚ ਬੋਲਣਾ ਹੀ ਉਹਦੇ ਲਈ ਸਰਾਪ ਬਣਦਾ ਜਾਂਦਾ ਹੈ। ਉਹਨੇ ਮਾਫੀ ਵੀ ਮੰਗ ਲਈ, ਉਹਨੇ ਗੱਲ ਵੀ ਕਹਿ ਲਈ, ਉਹਨੇ ਕਿਹਾ ਕੇਸ ਵੀ ਨਹੀਂ ਲੜਨਾ। ਕੀ ਸਾਰਾ ਕੁਛ ਕਰਨ ਦਾ ਜੱਜ ਤੇ ਜਾਂ ਸਰਕਾਰੀ ਵਕੀਲ ਤੇ ਕੋਈ ਅਸਰ ਪਿਆ? ਸਜ਼ਾ ਤਾਂ ਜੀ ਉਹਨੂੰ ਰੱਜ ਕੇ ਮਿਲੀ ਹੈ। ਆਮ ਜਿਹੜੀ ਸਟਾਪ ਵਾਇਲੇਸ਼ਨ ਹੈ ਉਹਦੀ ਸਿਰਫ $200-400 ਦੀ ਟਿਕਟ ਹੁੰਦੀ ਹੈ, ਡਿਪੈਂਡ ਕਰਦਾ ਕਿਹੜੇ ਤੁਸੀਂ ਸੂਬੇ 'ਚ ਰਹਿ ਰਹੇ ਹੋ। 8 ਸਾਲ ਦੀ ਇੱਕ ਬਹੁਤ ਹੀ ਲੈਂਡਮਾਰਕ ਉਹਨੂੰ ਸਜ਼ਾ ਮਿਲੀ ਹੈ ਜੀ। ਪਰ ਸਾਰਿਆਂ ਨਾਲੋਂ ਵੱਡੀ ਗੱਲ, ਕੋਸਟ ਟੂ ਕੋਸਟ ਸਾਰੇ ਵਕੀਲ ਇਸ ਗੱਲ ਤੇ ਬਹੁਤ ਹੀ ਉਹਨਾਂ ਨੂੰ ਹੈਰਾਨੀ ਹੈ
ਕਿ ਵੀ ਪਹਿਲੀ ਗੱਲ ਵੀ ਇਹ ਬੰਦਾ ਕੇਸ ਜਿੱਤਣ ਦੇ ਯੋਗ ਸੀਗਾ, ਇਹਨੇ ਕੇਸ ਲੜਿਆ ਕਿਉਂ ਨਹੀਂ। ਦੈਟਸ ਨੰਬਰ 1। ਨੰਬਰ 2, ਇੱਕ ਵਾਰ ਉਹਨੂੰ ਸਜ਼ਾ ਮਿਲ ਗਈ ਹੈ ਤੇ ਹੁਣ ਇਹਨੂੰ ਜਿਹੜੇ ਦੇਸ਼ ਨਿਕਾਲੇ ਦਾ ਚੱਕਰ ਹੈ ਉਹ ਤਾਂ ਫਿਰ ਇੱਕ ਕਿਸਮ ਦਾ ਡਬਲ ਸਟੈਂਡਰਡ ਹੋ ਗਿਆ ਵੀ ਜੇ ਕੈਨੇਡੀਅਨ ਕੋਈ ਇਹ ਹਰਕਤ ਕਰਦਾ ਹੈ ਤਾਂ ਉਹਨੂੰ ਕੋਈ ਨਹੀਂ, ਪਰ ਕਿਉਂਕਿ ਪਰਮਾਨੈਂਟ ਰੈਜ਼ੀਡੈਂਟ ਹੈ ਉਹਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਇਹ ਜਿਹੜਾ ਡਬਲ ਸਟੈਂਡਰਡ ਹੈ ਇਹਦੇ ਪਿੱਛੇ ਬਹੁਤ ਹੀ ਲੋਕਾਂ ਦੇ ਮਨ 'ਚ ਕਿੰਤੂ ਪਰੰਤੂ ਹੈ। ਸਿੱਧੂ ਸਾਹਿਬ ਵੀ ਉਨੇ ਹੀ ਟੈਕਸ ਪੇ ਕਰਦਾ ਜਿੰਨਾ ਇੱਥੇ ਦਾ ਜੰਮਿਆ ਹੋਇਆ ਜਵਾਕ ਪੇ ਕਰਦਾ ਹੈ। ਆ ਗੱਲ ਜਾ ਕੇ ਉੱਥੇ ਹੀ ਖੜ ਜਾਂਦੀ ਹੈ ਕਿ ਵੀ ਜਿੰਨੀਆਂ ਵੱਡੀਆਂ ਮਰਜ਼ੀ ਜਾਇਦਾਦਾਂ ਖਰੀਦ ਲਓ, ਪਰ ਜੇ ਤੁਹਾਡੇ ਕੋਲ ਨਾਗਰਿਕਤਾ ਨਹੀਂ ਹੈ ਤਾਂ ਤੁਹਾਡੇ ਹੱਥ ਪੱਲੇ ਕੁਛ ਨਹੀਂ ਹੈ ਜੀ। ਅੱਛਾ, ਹੁਣ ਇਸੇ ਪ੍ਰਕਿਰਿਆ ਦੇ ਵਿੱਚ ਅਸੀਂ ਕਹਿੰਦੇ ਕਾਨੂੰਨ ਰੱਬ ਹੈ, ਕਾਨੂੰਨ ਸਿਰੇ ਹੈ, ਪਰ ਕਾਨੂੰਨ ਦੇ ਖਿਲਾਫ ਜਿਹੜੇ ਲੋਕ CBSA ਨੂੰ ਲਿਖਣਗੇ ਬਈ ਨਾ ਭੇਜਿਓ ਸਾਡਾ ਬੰਦਾ, ਇਹਨੂੰ ਨਾ ਭੇਜਿਓ, ਕੀ ਉਹ ਕਾਨੂੰਨ ਦੇ ਵਿੱਚ ਫਿਰ ਦਖਲਅੰਦਾਜ਼ੀ ਨਹੀਂ? ਬਿਲਕੁਲ ਨਹੀਂ ਜੀ। ਉਹ ਇਸ ਕਰਕੇ ਕਿ ਜਿਹੜਾ CBSA ਦਾ ਫੈਸਲਾ ਸਰਕਾਰ ਤੋਂ ਬਿਲਕੁਲ ਸੁਤੰਤਰ ਹੈ, ਬਿਲਕੁਲ ਇੰਡੀਪੈਂਡੈਂਟ ਹੈ ਜੀ। ਜੋ ਹੋਰ ਵੀ ਮਹੱਤਵਪੂਰਨ ਗੱਲ ਉਹ ਇਹ ਹੈ ਕਿ CBSA ਜਸਕੀਰਤ ਦਾ ਕਿਸਮਤ ਦਾ ਫੈਸਲਾ ਕਰਦੇ ਸਮੇਂ ਇਸ ਗੱਲ ਨੂੰ ਪੂਰਾ ਧਿਆਨ 'ਚ ਰੱਖਣਗੇ ਕਿ ਉਸ ਨੂੰ ਆਮ ਜਨਤਾ ਦੀ ਕਿੰਨੀ ਹਮਾਇਤ ਹੈ ਜੀ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਈ ਲੋਕ CBSA ਨੂੰ ਇਹ ਵੀ ਲਿਖ ਰਹੇ ਹੈ ਕਿ ਜਸਕੀਰਤ ਨੂੰ ਦੇਸ਼ ਨਿਕਾਲਾ ਜ਼ਰੂਰ ਦੇਣਾ ਚਾਹੀਦਾ ਹੈ। ਇਸ ਲਈ ਜਸਕੀਰਤ ਦੇ ਸਮਰਥਕਾਂ ਲਈ CBSA ਨੂੰ ਤੁਰੰਤ ਲਿਖਣਾ ਬਹੁਤ ਜ਼ਰੂਰੀ ਹੀ ਨਹੀਂ ਸਗੋਂ ਲਾਜ਼ਮੀ ਵੀ ਹੈ। ਉਹਨਾਂ ਦਾ ਐਡਰੈਸ ਹੈ ਜੀ contact@cbsa.gc.ca। ਜੇ ਆਪਾਂ ਲੋਕਾਂ ਦੀ ਰਾਏ ਇਸ ਪ੍ਰੋਗਰਾਮਾਂ ਦੇ ਥਰੂ ਬਦਲ ਰਹੇ ਹਾਂ, ਉਹ ਆਪਣਾ ਕਾਨੂੰਨੀ ਹੱਕ ਹੈ। ਆਪਾਂ ਬੜੇ ਬੜੇ ਪੋਲੀਟੀਸ਼ੀਅਨਸ, ਬੜੇ ਬੜੇ ਸਾਰੇ ਬੰਦੇ ਜੇ ਆਪਾਂ ਡਿਬੇਟ ਰਾਹੀਂ, ਲੋਕਾਂ ਨਾਲ ਗੱਲਬਾਤ ਰਾਹੀਂ, ਟਾਕ ਸ਼ੋਅ ਰਾਹੀਂ ਜੇ ਆਪਾਂ ਲੋਕਾਂ ਦਾ ਜਿਹੜਾ ਰੁਝਾਵ ਹੈ ਆਪਾਂ ਬਦਲ ਸਕਦੇ ਹਾਂ ਤਾਂ ਉਹਦੇ ਵਿੱਚ ਸਭ ਦੀ ਜਿੱਤ ਹੀ ਜਿੱਤ ਹੈ ਜੀ। ਅੱਛਾ, ਇੱਕ ਅਖੀਰ 'ਚ ਮੈਨੂੰ ਇਹ ਵੀ ਦੱਸਿਓ ਵੀ ਜੇ PR ਨੂੰ ਭੇਜ ਦਿੰਦੇ ਆ ਕਿਸੇ ਕਾਰਨ, ਉਹਦਾ ਫਿਰ ਉਹਦਾ ਸਪਾਊਸ ਆ ਜਿਹੜਾ ਜਾਂ ਪੇਰੈਂਟਸ ਨੇ ਜਿਹੜੇ ਉਹ ਸਿਟੀਜ਼ਨ ਹੋਣ, ਕੀ ਉਹ PR ਦਾ ਕੋਈ ਵੀ ਕਦੇ ਚਾਂਸ ਨਹੀਂ ਬਣਦਾ ਵੀ ਮੁੜ ਕੇ ਆ ਜਾਏ ਕੈਨੇਡਾ? ਆਪਾਂ ਗੱਲ ਜਿਹੜੀ ਆਪਾਂ ਸਿੱਧੂ ਸਾਹਿਬ ਦੀ ਕਰ ਰਹੇ ਹਾਂ, ਇਸ ਦਾ ਕੋਈ ਵੀ ਸਿੱਧਾ ਸਾਦਾ ਜਿਹਾ ਜਵਾਬ ਹਾਂ ਜਾਂ ਨਾ 'ਚ ਨਹੀਂ ਦਿੱਤਾ ਜਾ ਸਕਦਾ ਜੀ। ਹੋ ਸਕਦਾ ਕਿ ਉਹ 30-35 ਸਾਲਾਂ ਤੱਕ ਵਾਪਸ ਆ ਸਕੇ, ਪਰ ਇਸ ਸੰਬੰਧੀ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਜਿਸ ਵਿਅਕਤੀ ਨੂੰ ਦੇਸ਼ ਨਿਕਾਲੇ ਦੇ ਹੁਕਮਾਂ ਅਨੁਸਾਰ ਦੇਸ਼ ਛੱਡਣਾ ਪਿਆ ਹੋਵੇ, ਫਿਰ ਪਹਿਲੀ ਗੱਲ ਤਾਂ ਇਹ ਹੈ ਵੀ ਉਹ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਦੀ ਆਗਿਆ ਤੋਂ ਬਿਨਾਂ ਵਾਪਸ ਆ ਹੀ ਨਹੀਂ ਸਕਦਾ ਜੀ। ਪਰ ਜੇ ਲੰਬੇ ਸਮੇਂ ਤੋਂ ਬਾਅਦ, ਲੈਟਸ ਸੇ 30-35 ਵਰ੍ਹਿਆਂ ਤੋਂ ਬਾਅਦ ਜੇ ਆ ਵੀ ਜਾਵੇ ਤਾਂ ਬਾਟਮ ਲਾਈਨ ਆ ਵੀ ਜ਼ਿੰਦਗੀ ਦਾ ਜਿਹੜਾ ਵੱਡਾ ਤੇ ਸੁਨਹਿਰੀ ਹਿੱਸਾ ਸੀ ਉਹ ਤਾਂ ਗਿੱਲ ਸਾਹਿਬ ਕੁਰਬਾਨ ਹੋ ਹੀ ਗਿਆ। ਇਹੀ ਕਾਰਨ ਹੈ ਕਿ ਉਸਦੀ ਮਦਦ ਕਰਨ ਵਾਲਿਆਂ ਨੂੰ ਤੁਰੰਤ ਹੀ ਕੁਝ ਕਰਨ ਦੀ ਲੋੜ ਹੈ ਜੀ। ਤੇ ਵਕੀਲ ਸਾਹਿਬ, ਅਖੀਰ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੋ ਤੇ ਬਈ ਇਸ ਮੁੰਡੇ ਦੀ ਮਦਦ ਭਾਈਚਾਰਾ ਕਰੇ, ਕੀ ਕਹਿਣਾ ਚਾਹੁੰਦੇ ਹੋ ਜੀ? ਜੀ ਜਿਸ ਦਿਨ ਇਹ ਮੰਦਭਾਗੀ ਘਟਨਾ ਵਾਪਰੀ ਸੀ, ਜਿੰਨਾ ਦੁੱਖ ਸਾਰੇ ਦੇਸ਼ ਨੇ ਮਨਾਇਆ ਉਹ ਅਸੀਂ ਸਾਰੇ ਜਾਣਦੇ ਹਾਂ ਜੀ। ਇਹ ਠੀਕ ਹੈ ਕਿ ਸਿੱਧੂ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਖਾਮੀ ਹੋਈ ਹੈ, ਪਰ ਉਸਨੇ ਇਹ ਗਲਤੀ ਬਿਨਾਂ ਕਿਸੇ ਬਹਾਨੇ ਦੇ ਕਬੂਲ ਵੀ ਕੀਤੀ ਹੈ। ਸਮਾਜ ਨੂੰ ਇਸ ਪ੍ਰਕਾਰ ਦੇ ਲੋਕਾਂ ਦੀ ਬਹੁਤ ਹੀ ਸਖਤ ਲੋੜ ਹੈ ਜੋ ਆਪਣੀ ਗਲਤੀ ਨੂੰ ਮੰਨ ਲੈਣ। ਜਸਕੀਰਤ ਦੀ ਮਦਦ ਕਰਨ ਵਾਲਿਆਂ ਨੂੰ ਲੋੜ ਹੈ ਕਿ ਉਹ ਜਲਦੀ ਤੋਂ ਜਲਦੀ CBSA ਨੂੰ ਈਮੇਲ ਕਰਕੇ ਕੰਟੈਕਟ ਕਰਨ, contact@cbsa.gc.ca। ਜਿੱਥੇ ਤੱਕ ਸਾਡੇ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ ਜਾ ਕੇ bridgemohan.com ਪਾ ਕੇ ਸਾਡੇ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਖਰ ਜਿਵੇਂ ਆਪਾਂ ਹਮੇਸ਼ਾ ਦੀ ਤਰ੍ਹਾਂ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਸਾਡਾ ਫੋਨ ਨੰਬਰ, ਜੇ ਤੁਹਾਨੂੰ ਇਸ ਕੇਸ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਜਦ ਮਰਜ਼ੀ ਮੈਨੂੰ ਕਾਲ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈ 6045980988 604-598-0988। ਸਾਡਾ ਦਫ਼ਤਰ ਸਾਰਿਆਂ ਨੂੰ ਹੀ ਪਤਾ ਜੀ, ਪੰਜਾਬੀਆਂ ਦੇ ਗੜ੍ਹ ਯਾਰਕ ਬਿਜ਼ਨਸ ਸੈਂਟਰ ਵਿੱਚ 128 ਸਟਰੀਟ ਤੇ 80 ਐਵਨਿਊ ਤੋਂ ਜੀ। ਬਹੁਤ ਬਹੁਤ ਧੰਨਵਾਦ ਹਰਜੀਤ ਜੀ। ਧੰਨਵਾਦ ਜੀ। ਫਿਰ ਕਿਸੇ ਦਿਨ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਥੈਂਕ ਯੂ। ਇਹ ਸਾਨੂੰ ਅੱਗੇ ਵਕੀਲ ਬ੍ਰਿਜਮੋਹਨ ਜੀ ਗੱਲਬਾਤ ਕਰ ਰਹੇ ਸੀ ਜਸਕੀਰਤ ਸਿੰਘ ਸਿੱਧੂ ਦੇ ਬਾਰੇ, ਉਹਦੇ ਭਵਿੱਖ ਦੇ ਬਾਰੇ। contact@cbsa.gc.ca ਇੱਥੇ ਜਾ ਕੇ ਤੁਸੀਂ ਉਸ ਦੇ ਬਾਰੇ, ਹੱਕ ਦੇ ਵਿੱਚ ਮੁੰਡੇ ਦੇ ਬਾਰੇ ਲਿਖ ਸਕਦੇ। ਇਹਦੇ 'ਤੇ ਮੈਂ ਇੱਕ ਅੱਧੇ ਦਿਨ ਦੇ ਵਿੱਚ ਇੱਕ ਟਾਕ ਸ਼ੋਅ ਵੀ ਕਰਨਾ ਚਾਹੁੰਦਾ, ਗੱਲ ਕਰਾਂਗੇ।
ਪਹਿਲੇ ਜਿਹੜੀ ਮੈਂ ਗੱਲ ਮੁੰਡੇ ਸੇਖੋਂ ਦੀ ਕੀਤੀ ਸੀ, ਪ੍ਰਭਰਾਜ ਸੇਖੋਂ ਦੀ, ਉਸ ਦੇ ਬਾਰੇ ਜਾਂ ਜਸਕੀਰ ਸਿੱਧੂ ਬਾਰੇ 2-4 ਕਾਲਰ ਮੈਂ ਥੋੜ੍ਹੇ ਜਿਹੇ ਸਮੇਂ 'ਚ ਲੈ ਸਕਦਾ, ਕੋਈ ਗੱਲਬਾਤ ਤੁਸੀਂ ਕਰਨੀ ਚਾਹੋ? ਸਰ ਗਗਨ ਸਿੰਘ ਜੀ, ਤੁਸੀਂ ਏਅਰ 'ਤੇ ਹੋ, ਲਾਈਨ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜਿਹੜਾ ਡਿਪਰੈਸ਼ਨ ਹੈ ਜੀ, ਇਹਦੇ ਬਾਰੇ ਇੱਕ ਬੜਾ ਮਿਥ ਬਣਿਆ। ਆਪਾਂ ਪਰਸਨਲੀ ਕਾਫੀ ਲੰਬਾ ਸਮਾਂ ਲਾ ਕੇ ਜਿਹੜੀ ਆਪਣੀ ਹੈਲਪਲਾਈਨ ਬਣਾਈ ਆ, ਉਹ ਇੱਕ ਵੱਡਾ ਕਾਰਨ ਇਹ ਆ ਜਿਹੜਾ ਸਿਸਟਮ ਦੇ ਵਿੱਚ ਡਿਫਰੈਂਸ ਇੰਨਾ ਆ। ਜਿਹੜਾ ਕੈਨੇਡੀਅਨ, ਸ਼ਾਇਦ ਮੈਨੂੰ ਇਹਦੇ 'ਚ ਕੋਈ ਗੁਰੇਜ਼ ਨਹੀਂ ਕਰਾਂਗਾ ਵੀ ਕੈਨੇਡੀਅਨ ਗੋਰਾ ਸਿਸਟਮ ਤੇ ਕੈਨੇਡੀਅਨ ਪੰਜਾਬੀ ਸਿਸਟਮ ਦੇ ਵਿੱਚ ਕਾਫੀ ਫਰਕ ਆ। ਅਸੀਂ ਬਹੁਤੀਆਂ ਚੀਜ਼ਾਂ ਨੂੰ ਮੰਨਣ ਨੂੰ ਅਸੀਂ ਰਾਜੀ ਨਹੀਂ ਹੁੰਦੇ। ਸੋ ਜਦੋਂ ਹੁਣ ਸਾਊਥ ਏਸ਼ੀਅਨ ਹੈਲਪਲਾਈਨ ਤੇ ਆਪਾਂ ਨੂੰ ਫੋਨ ਕਾਲਸ ਆਉਂਦੀਆਂ, ਅਸੀਂ ਡਾਇਰੈਕਟਲੀ ਚਾਹੇ ਨਹੀਂ ਕਦੇ ਫੋਨ ਕਾਲਸ, ਕਦੇ ਕੋਈ ਕਾਲ ਚੱਕੀ, ਪਰ ਜਦੋਂ ਕਾਲਸ ਦਾ ਡੇਟਾ ਦੇਖਦੇ ਆ, ਜਿਨ੍ਹਾਂ ਬੰਦਿਆਂ ਨੇ ਕਾਲਸ ਕੀਤੀਆਂ, ਫਿਰ ਉਹਦੀ ਆਊਟਪੁੱਟ ਦੇਖਦੇ ਆ, ਕਿਹੜੇ ਢੰਗ ਦੇ ਨਾਲ ਉਹ ਬੜੇ ਸੁਖੀ ਜੀਵਨ ਉਹ ਬਤੀਤ ਕਰਦੇ ਆ, ਜਾਂ ਕਿਹੜੇ ਢੰਗ ਦੇ ਨਾਲ ਉਹ ਆਪਣੀ ਫਰਸਟ੍ਰੇਸ਼ਨ ਜਿਹੜੇ ਕਾਲਰ ਆ ਉਹ ਦੂਰ ਕਰਦੇ ਆ, ਕੀ ਉਹਨਾਂ ਨੂੰ ਬੈਨੀਫਿਟ ਹੁੰਦੇ ਆ, ਕਿਹੜੀਆਂ ਆਪਸ਼ਨਸ ਉਹਨਾਂ ਕੋਲ ਅੱਗੇ ਜਾ ਕੇ ਹੁੰਦੀਆਂ। ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਐਕਨੋਲੇਜ ਕਰਨੀ ਪਊਗੀ ਵੀ ਇਹ ਇੱਕ ਬਹੁਤ ਵੱਡੀ ਹੈ ਕਿ ਇਹ ਜਿਹੜੀ ਇੱਕ ਤਾਂ ਬਿਮਾਰੀ ਤਾਂ ਹੈਗੀ ਆ, ਪਰ ਬਿਮਾਰੀ ਨੂੰ ਅੱਗੇ ਕਿਤੇ ਗੱਲ ਕਰਨ ਦੀ ਜਿਹੜੀ ਹੈਜ਼ੀਟੇਸ਼ਨ ਆ, ਫੈਮਿਲੀ ਡਾਕਟਰ ਦੇ ਨਾਲ ਅਸੀਂ ਪੂਰੀ ਤੌਰ ਤੇ ਗੱਲ ਨਹੀਂ ਕਰਦੇ। ਜੇ ਮੰਨ ਲਓ ਐਜ਼ ਏ ਯੰਗਸਟਰ ਕੋਈ ਗੱਲ ਕਰਦਾ ਵੀ ਆ, ਕੈਨੇਡੀਅਨ ਸਿਸਟਮ ਦੇ ਅਗੇਨ ਉਸ ਹਿਸਾਬ ਦੇ ਨਾਲ ਜ਼ਰੂਰੀ ਨਹੀਂ ਵੀ ਡਾਕਟਰ ਨੇ ਉਹ ਮਰੀਜ਼ ਦੇ ਪੇਰੈਂਟਸ ਨੂੰ ਦੱਸਣਾ ਜਾਂ ਨਹੀਂ ਦੱਸਣਾ। ਸੋ ਮੈਂ ਇਹਨੂੰ ਬਰੀਫ ਹੀ ਰੱਖਦਾ। ਇਹ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਵੀ ਜੇ ਮੰਨ ਲਓ ਇਨ ਕੇਸ ਕਿਤੇ ਵੀ ਕੋਈ ਨਈ ਗੱਲ ਬਣਦੀ, ਫੋਨ ਨੰਬਰ ਹੈਲਪਲਾਈਨ ਦਾ ਅਸੀਂ ਅਕਸਰ ਅਨਾਉਂਸ ਕਰਦੇ ਰਹਿੰਦੇ ਆ, ਤੁਸੀਂ ਵੀ ਉਹ ਕਰ ਦਿਓ, 6043734000। ਸੋ ਕਿਸੇ ਨੂੰ ਵੀ ਕੋਈ ਵੀ ਇਹ ਟੋਟਲੀ ਜਿੰਨਾ ਵੀ ਇਹਦਾ ਡੇਟਾ ਹੁੰਦਾ ਆ, ਚਾਹੇ ਅਸੀਂ ਇਹਦੇ ਫਾਊਂਡਰ ਹਾਂ, ਤੁਸੀਂ ਵੀ ਫਾਊਂਡਰ ਹੋ, ਪਰ ਸਾਡੇ ਕੋਲ ਕੋਈ ਇਹੋ ਜਿਹੀ ਆਪਸ਼ਨ ਨਹੀਂ ਵੀ ਪਰਸਨਲ ਕਿਸੇ ਦਾ ਸਾਡੇ ਕੋਲ ਡੇਟਾ ਆ ਸਕੇ। ਜਿਹੜੇ ਇਹਦੀਆਂ ਕਾਲਸ ਆਨਸਰ ਕਰਦੇ ਆ, ਕੱਲਾ ਡੇਟਾ ਉਹਨਾਂ ਦੇ ਕੋਲ ਹੁੰਦਾ। ਹਾਂ, ਅਸੀਂ ਜਦੋਂ ਵੀ ਆਪਾਂ ਇਕੱਠੇ ਬਹਿੰਦੇ ਆ, ਅਸੀਂ ਗੱਲਾਂ ਜ਼ਰੂਰ ਕਰਦੇ ਹਾਂ, ਕਿਉਂਕਿ ਅਸੀਂ ਉਹਦੇ ਚੋਂ ਨਿਚੋੜ ਕੱਢ ਕੇ ਦੇਖਣਾ ਹੁੰਦਾ ਵੀ ਇਹ ਗੱਲ ਅਸੀਂ ਹੋਰ ਕਿਹੜੇ ਢੰਗ ਦੇ ਨਾਲ, ਕਿਹੜੇ ਬਿਹਤਰ ਤਰੀਕੇ ਹੋਰ ਲਿਆ ਕੇ ਇਹਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਸੋ ਕਿਸੇ ਨੂੰ, ਕਿਉਂਕਿ ਹੁਣ ਜਦੋਂ ਕੋਵਿਡ ਚੱਲ ਪਿਆ ਨਾ ਜੀ, ਇਹ ਮੰਨਣਾ ਪਊਗਾ, ਠੀਕ ਆ, ਗਵਰਨਮੈਂਟ ਦੀ ਸਪੋਰਟ ਬਹੁਤ ਕੰਮ ਆ ਰਹੀ ਆ, ਪਰ ਬਹੁਤੀਆਂ ਕਈ ਜਗ੍ਹਾਵਾਂ ਜਿਹੜੀਆਂ ਫਾਈਨੈਂਸ਼ੀਅਲ ਸਪੋਰਟ ਸਾਰਾ ਕੁਛ ਨਹੀਂ ਹੁੰਦੀ। ਜਦੋਂ ਤੁਸੀਂ ਘਰ ਦੇ ਵਿੱਚ ਬਹਿ ਜਾਣਾ, ਤੁਸੀਂ ਇੱਕ ਬਹੁਤ ਵਧੀਆ ਸਿਸਟਮ ਦੇ ਵਿੱਚੋਂ ਤੁਹਾਡੇ ਜਿਹੜੇ ਹੋਰ ਕੋਲੀਗ ਆ ਜਿਹੜੇ ਕੰਮ ਕਰਦੇ ਆ, ਉਹਨਾਂ ਨਾਲ ਤੁਸੀਂ ਗੱਲਬਾਤ ਕਰਦੇ ਆ, ਪਰ ਜਦੋਂ ਸਡਨਲੀ ਉਹ ਤੁਹਾਡਾ ਬਾਹਰ ਜਾਣਾ ਬੰਦ ਹੋ ਗਿਆ, ਕੰਮ ਤੇ ਜਾਣਾ ਬੰਦ ਹੋ ਗਿਆ, ਇੱਕ ਬਹੁਤ ਵੱਡਾ ਇਸ਼ੂ ਹੈ ਜੀ। ਤੇ ਇਨ ਲਾਸਟ ਇੱਕ ਚੀਜ਼, ਕਿਉਂਕਿ ਆਪਾਂ ਵੈਸਟ ਕੋਸਟ ਤੇ ਰਹਿੰਦੇ ਆ, ਜਦੋਂ ਇੱਥੇ ਸਰਦੀਆਂ ਆਉਂਦੀਆਂ, ਧੁੱਪ ਘੱਟ ਜਾਂਦੀ ਆ, ਸੋ ਨੈਚੁਰਲੀ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਦੇਖੋ, ਜਦੋਂ ਮੀਂਹ ਪੈਣੇ ਸ਼ੁਰੂ ਹੋ ਜਾਂਦੇ, ਧੁੱਪ ਘੱਟ ਜਾਂਦੀ, ਇਹਦਾ ਵੀ ਇੱਕ ਹਿਊਮਨ ਨੇਚਰ ਦੇ ਉੱਪਰ ਇੱਕ ਬਹੁਤ ਵੱਡਾ ਫਰਕ ਪੈਂਦਾ। ਸਮਾਂ ਦੇਣ ਲਈ ਸ਼ੁਕਰੀਆ ਵੀ ਜੀ ਤੁਹਾਡਾ ਜੀ। 604-373-4000 ਸਾਊਥ ਏਸ਼ੀਅਨ ਹੈਲਪਲਾਈਨ ਹੈ ਜੀ, ਜਿਹੜੀ ਇੱਕ ਉਪਰਾਲਾ ਅਸੀਂ 5-4 ਜਣਿਆਂ ਨੇ ਰਲ ਕੇ ਕੀਤਾ, ਜਿਹਦੇ ਤੇ ਜਿਹੜੀ ਪਿਛਲੇ 3 ਸਾਲਾਂ ਤੋਂ ਚੱਲ ਰਹੀ ਹੈ, ਤੇ ਜਿਹਦੇ ਤੇ ਪ੍ਰੋਫੈਸ਼ਨਲ ਤੁਹਾਡੀਆਂ ਕਾਲਸ ਲੈਂਦੇ ਨੇ, ਤੁਹਾਨੂੰ ਡਾਇਰੈਕਟ ਕਰਦੇ ਨੇ ਵੀ ਤੁਸੀਂ ਕਿੱਥੇ ਜਾਓ, ਕਿੱਥੇ ਮਦਦ ਮਿਲੂਗੀ। ਤੇ ਬਿਲਕੁਲ ਇਸ ਨੂੰ ਅਸੀਂ ਜਿਹੜਾ ਰੱਖਦੇ ਹਾਂ, ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਕੋਲ ਇਹ ਸਾਰਾ ਕੁਝ ਤੁਹਾਡਾ ਹੁੰਦਾ ਹੈ। ਸਰ ਭਲਿੰਦਰਪਾਲ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਇੱਕ ਗੱਲ ਕੀਤੀ ਸੀਗੀ ਜੀ ਵੀ ਇਹਦੇ ਵਿੱਚ ਅਲੱਗ-ਅਲੱਗ ਕੋਡ ਹੁੰਦੇ ਆ, ਵੀ ਜੇ ਉਹ ਕਹਿ ਦਿੰਦੇ ਵੀ ਗੱਲ ਸੀਗੀ ਤਾਂ ਸ਼ਾਇਦ ਪੁਲਿਸ ਚ ਤੇਜ਼ੀ ਨਾਲ ਕਰਦੀ। ਹੁਣ ਕੋਈ ਗਾਂਹ ਮਾਪੇ ਰੱਬ ਨਾ ਕਰੇ ਕੁਛ ਏਦਾਂ ਹੋਵੇ, ਐਵੇਂ ਨਾ ਕਹਿਣ ਲੱਗ ਜਿਓ ਕਿਸੇ ਵਕੀਲ ਨਾਲ, ਜਿਵੇਂ ਹੁਣ ਮਰਿਜਮੁਣ ਜੀ ਆਇਆ, ਜੇ ਕੰਪਲੇਂਟ ਵੀ ਲਿਖਾਉਣੀ ਆ, ਮੈਨੂੰ ਲੱਗਦਾ ਉੱਥੇ ਵੀ ਆਪਾਂ ਨੂੰ ਕੋਈ ਏਦਾਂ ਦਾ ਸਥਾਨ ਹੋਣੀ ਚਾਹੀਦੀ ਹੈ ਵੀ ਆਪਾਂ ਕਿਸੇ ਨਾਲ ਗੱਲ ਕਰਕੇ ਪੁਲਿਸ ਕੋਲ ਕੰਪਲੇਂਟ ਲਿਖਾਈ ਹੈ, ਵੀ ਤਾਂ ਕਿ ਜੇ ਕੋਈ ਫਿਊਚਰ 'ਚ ਉਹਨੂੰ ਪ੍ਰੋਬਲਮ ਨਾ ਆਵੇ, ਆਪਾਂ ਉਹਨੂੰ ਲੱਭਣ ਦੇ ਮਾਰੇ ਕੁਛ ਏਦਾਂ ਝੂਠ ਬੋਲਦੀ ਹੈ ਪਹਿਲਾਂ, ਹੈ ਨਾ। ਇਹ ਚੀਜ਼ ਦਾ ਵੀ ਖਿਆਲ ਰੱਖਿਆ ਜਾਵੇ, ਜੇ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਨਾਲ ਕੋਈ ਏਦਾਂ ਹੁੰਦੀ ਆ। ਦੂਜੀ ਗੱਲ ਇਹ ਆ ਜੀ ਵੀ ਜਿਹੜੀ ਆਪਣੇ ਕੇਸ ਦੀ ਗੱਲ ਹੋਈ ਹੈ ਸਿੱਧੂ ਵੀਰ ਦੀ,
ਐਪੀਸੋਡ ਦੇ ਵਿੱਚ ਇੱਕ ਪੁਲਿਸ ਵਾਲਾ ਮਾਰਤਾ ਸੀਗਾ ਜੀ ਸ਼ਰੇਆਮ ਇੱਕ ਬੰਦੇ ਨੇ, ਹਨਾ, ਉਹ ਮੁੱਕਰ ਹੀ ਗਿਆ ਸਾਫ਼ ਵੀ ਮੈਂ ਤਾਂ ਗੋਲੀ ਨਹੀਂ ਚਲਾਈ, ਹਾਲਾਂਕਿ ਸਾਰਾ ਕੁਝ ਮੂਹਰੇ ਸੀਗਾ, ਹਨਾ। ਉੱਥੇ ਦੇਖੋ ਕੋਈ ਉਹ ਨਹੀਂ, ਇੱਥੇ ਦਾ ਬੰਦਾ ਆਪ ਮੰਨ ਗਿਆ ਵੀ ਯਾਰ ਠੀਕ ਆ ਮੈਂ ਗਲਤੀ ਹੋ ਗਈ, ਮੈਂ ਪਰਿਵਾਰ ਨੂੰ ਹੋਰ ਦੁੱਖ ਦੇਣਾ ਨਹੀਂ ਚਾਹੁੰਦਾ। ਕੈਨੇਡੀਅਨ ਕਦਰਾਂ ਕੀਮਤਾਂ ਦੇ ਹਿਸਾਬ ਨਾਲ ਇਹ ਬਹੁਤ ਵੱਡੀ ਚੀਜ਼ ਆ, ਮੈਨੂੰ ਨਹੀਂ ਲੱਗਦਾ ਕਿ ਉਹ ਇਹਨੂੰ ਐਡੀ ਛੇਤੀ ਵਾਪਸ ਮੋੜਨਗੇ। ਉਹ ਇਹਦਾ ਵੀ ਪੱਖ ਚਾਹੇ ਮੰਨ ਗਿਆ ਤਾਂ ਜ਼ਰੂਰ ਰੱਖਣਗੇ। ਗੁੱਸੇ ਦੇ ਅਸੀਂ ਬੋਲ ਜਾਂਦੇ ਹੁੰਦੇ ਆ ਜੀ, ਪਰ ਕੋਈ ਗੱਲ ਨਹੀਂ, ਅਸੀਂ ਟਰੱਕਾਂ ਵਾਲਿਆਂ ਨਾਲ ਪਹਿਲਾਂ ਵੀ ਸੀਗੇ, ਹੁਣ ਵੀ ਹੈਗੇ ਆ, ਚਾਹੇ ਅਸੀਂ ਨਹੀਂ ਚਲਾਉਂਦੇ ਤਾਂ ਵੀ ਅਸੀਂ ਨਾਲ ਹੀ ਆ। ਧੰਨਵਾਦ। ਕਈ ਵਾਰ ਕੁਝ ਦੱਸਿਆ ਜਾਂਦਾ ਹੈ, ਉਹ ਇੱਕ ਉਦਾਹਰਨ ਦੇ ਤੌਰ ਤੇ ਦੱਸਿਆ ਜਾਂਦਾ, ਉਹ ਇਹ ਨਹੀਂ ਕਿਹਾ ਜਾਂਦਾ ਕਿ ਇਸ ਤਰ੍ਹਾਂ ਕਰੋ। ਮੇਰੇ ਖਿਆਲ ਸੁਣਨ ਵਾਲੇ ਵੀ ਇਸ ਗੱਲ ਨੂੰ ਸਮਝਦੇ ਆ ਕਿ ਜਿਹੜੀ ਮੈਂ ਤਸ਼ਵੀਰ ਦਿੱਤੀ ਸੀ ਉਹ ਇਹ ਦਿੱਤੀ ਸੀ ਕਿ ਕੋਡ ਨੇ ਜਿਹੜੇ ਹੁਣ ਇੱਕ ਕਤਲ ਕਹਿ ਦਈਏ ਜੇ ਵੀ ਗਨ ਲੈ ਕੇ ਗਿਆ, ਉਹਦੇ ਨਾਲ ਉਸ ਦੀ ਮੌਤ ਹੋ ਗਈ, ਉਹ ਅਲੱਗ ਕੋਡ 'ਚ ਹੈ। ਹੁਣ ਜੇ ਉਹ ਮੁੰਡਾ ਹਫ਼ਤਾ ਹੋ ਗਿਆ ਨਾ ਲੱਭਿਆ, ਮੌਤ ਫੇਰ ਵੀ ਹੋ ਗਈ, ਪਰ ਉਹ ਕੋਡ ਦੇ ਉਸ ਰੰਗ ਨੇ ਉਹਦੇ ਤੇ ਤੀਬਰਤਾ ਨਹੀਂ ਦਿਖਾ ਰਹੀ ਪੁਲਿਸ। ਗੱਲ ਦਾ ਅੰਤਰੀਵ ਇਹ ਸੀ। ਭੁਲਿੰਦਰਪਾਲ ਸਿੰਘ ਜੀ, ਲਾਈਨ ਨੰਬਰ 3 ਗੁਰਬਲ ਸਿੰਘ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਈਮ ਜੀ, ਦੇਣ ਲਈ ਧੰਨਵਾਦ ਜੀ। ਹਾਂਜੀ, ਜਸਕੀਰਤ ਸਿੱਧੂ ਦੇ ਮਾਮਲੇ 'ਚ ਹੀ ਸੁਣੀ ਸੀਗੀ ਗੱਲ ਬ੍ਰਿਜ ਮੋਹਨ ਸਾਹਿਬ ਦੀ, ਵਧੀਆ ਲੱਗੀ ਜੀ, ਬਹੁਤ ਵਧੀਆ। ਇੱਕ ਤਾਂ ਉਹਨੇ ਇਹ ਫੈਸਲਾ ਲਿਆ ਜੀ, ਉਹੀ ਗੱਲ ਕਿ ਉਹ ਮੁੰਡੇ ਨੇ ਗਿਲਟੀ ਪਲੀਡ ਕੀਤੀ, ਕੋਰਟਸ ਇੰਨੀਆਂ ਬਿਜ਼ੀ ਨੇ, ਉਹਨਾਂ ਦਾ ਟਾਈਮ ਨਹੀਂ ਖਰਾਬ ਕੀਤਾ। ਪਰ ਗਿੱਲ ਸਾਹਿਬ ਐਟ ਦਾ ਸੇਮ ਟਾਈਮ ਮੈਂ ਇਹ ਦੱਸੂਗਾ ਜੀ, ਮੈਂ ਵੀ ਉਸ ਏਰੀਆ ਦੇ ਵਿੱਚ ਟਰੱਕ ਚਲਾਇਆ ਜੀ, ਲੰਘਿਆ ਮੈਂ ਉੱਥੋਂ ਦੀ, ਉਹ ਏਰੀਆ ਵਿੱਚ ਦੀ ਉਸ ਹਾਈਵੇ ਤੋਂ ਵੀ ਲੰਘਿਆ ਐਗਜ਼ੈਕਟਲੀ। ਇੰਟਰਸੈਕਸ਼ਨ ਤਾਂ ਚਲੋ ਮੈਨੂੰ ਐਗਜ਼ੈਕਟ ਯਾਦ ਨਹੀਂ ਜੀ ਜੀ, ਪਰ ਇਹ ਗੱਲ ਜ਼ਰੂਰ ਹੈ ਜੀ ਵੀ ਉਹ ਸ਼ਹਿਰ ਨਾਲੋਂ ਬਹੁਤ ਡਿਫਰੈਂਟ ਏਰੀਆ ਜੀ। ਉੱਥੇ ਸਟਾਪ ਸਾਈਨ ਮਿਸ ਕਰਨਾ ਮਤਲਬ ਵੀ ਇੰਨਾ ਸੌਖਾ ਨਹੀਂ ਹੈਗਾ ਜੀ। ਵੱਡੇ ਸਟਾਪ ਸਾਈਨ ਨੇ, ਖੁੱਲਾ ਨਿਰਾਲਾ ਏਰੀਆ ਜੀ, ਇੰਨੇ ਦਰਖਤ ਵੀ ਹੈ ਨਹੀਂ ਪ੍ਰੇਰੀਜ਼ ਦੇ ਵਿੱਚ, ਖੇਤ ਨੇ ਦੂਰੋਂ ਦਿਸਣੇ ਚਾਹੀਦੇ ਆ। ਸੋ ਗਲਤੀ ਤਾਂ ਵੱਡੀ ਹੈ ਜੀ। ਖੈਰ, ਤੇ ਡਿਪੋਰਟ ਤਾਂ ਨਹੀਂ ਹੋਣਾ ਚਾਹੀਦਾ ਜੀ, ਉਹਨੂੰ ਇੱਥੇ ਸਜ਼ਾ ਮਿਲਣੀ ਚਾਹੀਦੀ ਹੈ ਇੱਥੋਂ ਦੇ ਹਿਸਾਬ ਨਾਲ। ਪਰ ਇੱਕ ਮੈਸੇਜ ਜਿੱਡਾ ਵੱਡਾ ਸਾਡੇ ਨਵੇਂ ਮੁੰਡਿਆਂ ਜਾਣਾ ਚਾਹੀਦਾ ਸੀ, ਉਹਨਾਂ ਗਿਆ ਨਹੀਂ ਜੀ। ਮੁੰਡੇ ਹਲੇ ਵੀ ਦੇਖੋ ਤੁਸੀਂ ਵੀਡੀਓ ਸਨੈਪਚੈਟ ਟਿਕਟੌਕ ਬਣਾਉਂਦੇ ਆ ਟਰੱਕਾਂ 'ਚ ਬਹਿ ਕੇ, ਤੇ ਲਾਜ਼ਮੀ ਮਤਲਬ ਕੁਛ ਚੇਂਜ ਵੱਡੀ ਚਾਹੀਦੀ ਸੀ। ਉਹ ਮਤਲਬ ਉਨੀ ਆਪਣੇ ਜਿੱਦਾਂ ਹਾਦਸਾ ਹੋਇਆ ਜਾਂ ਹੋਰ ਜਿੱਦੇ ਹਾਦਸੇ ਰੋਜ਼ ਟਲ ਰਹੇ ਨੇ ਹਾਈਵੇ ਦੇ ਉੱਤੇ ਆਮ ਮੁੰਡਿਆਂ ਦੀ ਗਲਤੀਆਂ ਕਾਰਨ, ਹੋ ਸਕਦਾ ਦੁਬਾਰੇ ਵੀ ਕਦੇ ਕੋਈ ਹੋਰ ਏਦਾਂ ਦਾ ਹੋ ਜਾਵੇ। ਸੋ ਉਹਦੇ ਲਈ ਕੁਛ ਮੈਨੂੰ ਸਮਝ ਨਹੀਂ ਆ ਰਹੀ ਵੀ ਕੀ ਹੋਣਾ ਚਾਹੀਦਾ ਹੋਰ, ਇਹਦੇ ਤੇ ਥੋੜੀ ਬਹਿਸ ਜ਼ਰੂਰ ਹੋਣੀ ਚਾਹੀਦੀ ਹੈ ਜੀ ਨੈਸ਼ਨਲ ਲੈਵਲ ਤੇ। ਆਉਣ ਵਾਲੇ ਦਿਨਾਂ 'ਚ ਗੱਲ ਧੰਨਵਾਦ ਕਰਾਂਗੇ। ਗੁਰਬਲ, ਧੰਨਵਾਦ ਬਹੁਤ ਬਹੁਤ ਜੀ। ਹੁਣ ਤੁਹਾਨੂੰ ਦੇਣੇ ਨੇ $50 ਪਲਾਨ ਇੰਸ਼ੋਰੈਂਸ ਵੱਲੋਂ 6ਵੇਂ ਕਾਲਰ ਨੂੰ 604 204 0600 604 204 0600। 6ਵੇਂ ਕਾਲਰ ਦੇ $50 ਹੋਣਗੇ ਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧੀ ਸਵਾਲ ਵੀ ਪੁੱਛਣੇ ਨੇ। 604 204 0600 $50 ਪਲਾਨ ਇੰਸ਼ੋਰੈਂਸ ਵੱਲੋਂ 604 204 0600। ਸਵਾਲ ਮੈਂ ਸਾਰਿਆਂ ਤੋਂ ਪੁੱਛਣੇ ਨੇ, ਇਨਾਮ 6 ਨੰਬਰ ਨੂੰ ਮਿਲਣਾ। ਲਓ ਜੀ, 6 ਨੰਬਰ ਤੱਕ ਅਸੀਂ ਜਾਣਾ। 6 ਨੰਬਰ ਤੇ ਤੋਂ ਪਹਿਲਾਂ ਗੁਰਤਾਜ ਸਿੰਘ ਗਰੇਵਾਲ, ਉਹਨਾਂ ਨੂੰ ਵੀ ਗੁਰਤਾਜ ਸਿੰਘ ਜੀ ਧੰਨਵਾਦ, ਤੁਸੀਂ ਫੋਨ ਕੀਤਾ ਪਰ ਤੁਹਾਡਾ ਨੰਬਰ ਪਹਿਲਾ ਇਨਾਮ ਤਾਂ ਨਹੀਂ ਆਇਆ। ਇਹ ਦੱਸਿਓ ਵੀ ਖਾਲਸਾ ਸਾਜਨਾ ਦਿਵਸ ਦੇ ਸਮੇਂ ਜਦ ਪਹਿਲੀ ਵਾਰ ਸਾਹਿਬ ਆਲਮ ਸ਼ਮਸ਼ੀਰ ਕੱਢ ਕੇ ਆਏ ਇਕੱਠ ਦੇ ਵਿੱਚ ਸਿਰ ਮੰਗਿਆ, ਕਿਹੋ ਜਿਹਾ ਮਾਹੌਲ ਹੋਊ? ਗੁਰਤਾਜ ਸਿੰਘ ਜੀ ਦੱਸੋਗੇ? ਹਰਮਨਜੀਤ ਸਿੰਘ ਜੀ, ਸਵਾਲ ਤੁਸੀਂ ਸੁਣ ਲਿਆ ਕਿ ਸਾਹਿਬ ਨੇ ਜਦ ਪਹਿਲਾ ਸਿਰ ਮੰਗਿਆ ਖਾਲਸਾ ਸਾਜਨਾ ਦਿਵਸ ਦੇ ਵਿੱਚ ਵੇਲੇ ਕਿਹੋ ਜਿਹਾ ਮਾਹੌਲ ਹੋਊ ਜਦ ਸਿਰ ਦੀ ਮੰਗ ਕੀਤੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਹਾਂਜੀ, ਮਾਹੌਲ ਉਸ ਟਾਈਮ ਜਦੋਂ ਜੋ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਸੀਗਾ ਏਦਾਂ ਉੱਥੇ ਏਦਾਂ ਦੱਸਿਆ ਗਿਆ ਸੀ ਜੀ ਵੀ ਸਾਰੇ ਵਿੱਚ ਸਹਿਮ ਦਾ ਮਾਹੌਲ ਸੀਗਾ। ਸਾਰੇ ਜਿੱਦਾਂ ਹੈਰਾਨ ਹੋ ਗਏ ਸੀਗੇ ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣ ਕੇ, ਇਹ ਕੀ ਕਹਿ ਰਹੇ ਨੇ, ਤੇ ਕੁਛ ਤਾਂ ਵਿੱਚੋਂ ਉੱਠ ਕੇ ਚਲੇ ਵੀ ਗਏ ਸੀ ਪੰਡਾਲ ਵਿੱਚੋਂ। ਧੰਨਵਾਦ ਜੀ। ਦੂਜੀ ਵਾਰ ਫੇਰ ਆਪਾਂ ਵਿਸਾਖੀ ਤੱਕ ਟਰਾਈ ਕਰਿਓ, ਫੇਰ ਤੁਹਾਡਾ ਨੰਬਰ ਆਊਗਾ। ਹੁਣ ਮੈਂ ਜਿਹੜੇ 6ਵੇਂ ਜੇਤੂ ਨੇ ਸਰਾ ਹਰਪਿੰਦਰ ਸਿੰਘ, ਉਹਨਾਂ ਨਾਲ ਗੱਲ ਕਰੀ ਚਾਹੁੰਦਾ। ਹਰਪਿੰਦਰ ਜੀ ਸਤਿ ਸ਼੍ਰੀ ਅਕਾਲ। ਹਰਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹੈਲੋ। ਜਿਨ੍ਹਾਂ ਨੂੰ ਨਾਮ ਕੱਢਣਾ ਸੀ ਉਹ ਬੋਲੇ ਨਹੀਂ, ਹੁਣ ਕੀ ਕਰੀਏ? ਓਕੇ,
ਵਿਕਰਮਦੇਵ ਸਿੰਘ ਜੀ, ਨੰਬਰ ਹੁਣ ਤੁਹਾਡਾ ਆ ਗਿਆ, ਨਾਮ ਤੁਹਾਨੂੰ ਮਿਲਣਾ, ਉਹ ਬੋਲੇ ਨਹੀਂ। ਵਿਕਰਮਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੁਲਵੰਤ ਕੌਰ ਹਾਂ ਜੀ। ਅੱਛਾ ਜੀ, ਨੌ ਵਿਕਰਮਦੇਵ ਸੀ। ਅੱਛਾ ਭੈਣ ਜੀ, ਸਵਾਲ ਉਹੀ ਕਿ ਅਨੰਦਪੁਰ ਸਾਹਿਬ ਕਿਹੋ ਜਿਹਾ ਮਾਹੌਲ ਸੀ ਜਦ ਗੁਰੂ ਸਾਹਿਬ ਨੇ ਪਹਿਲੇ ਸਿਰ ਦੀ ਮੰਗ ਕੀਤੀ? ਕਿਹੋ ਜਿਹਾ ਹੋਏਗਾ? ਉਦੋਂ ਬਹੁਤ ਹੀ ਗਮਗੀਨ ਹੋਊਗਾ। ਬਹੁਤ ਲੋਕ ਡਰੇ ਹੋਣਗੇ, ਜਿਹੜੇ ਬਹਾਦਰ ਆ ਉਹ ਬੈਠੇ ਹੋਣਗੇ ਦੇਣ ਲਈ ਤਿਆਰ। ਜਿਹੜੇ ਪੰਜਾਂ ਨੂੰ ਜਦ ਵਾਪਸ ਲੈ ਕੇ ਆ ਗਏ ਜੀਵਤ, ਫਿਰ 6 ਨੰਬਰ ਤੇ ਜਿਹੜਾ ਕਹਿੰਦਾ ਹੋਊਗਾ ਉਹ ਇਹ ਵੀ ਕਹਿੰਦਾ ਹੋਊਗਾ ਯਾਰ ਮੈਂ ਕਿਉਂ ਨਹੀਂ ਉੱਠਿਆ। ਹਾਂਜੀ, ਜਦੋਂ 5 ਉੱਠ ਖੜੇ ਫਿਰ ਤਾਂ ਹੌਸਲਾ ਹੋ ਗਿਆ ਨਾ ਸਾਰਿਆਂ ਨੂੰ। ਭੈਣ ਜੀ ਹੋਲਡ ਕਰਿਓ, ਤੁਹਾਡਾ 9 ਨੰਬਰ ਵਗੈਰਾ ਸਾਰਾ ਲੈਣਗੇ, ਤੁਸੀਂ $50 ਦਾ ਇਨਾਮ ਜਿੱਤਿਆ ਜੀ। ਹੋਲਡ ਕਰਿਓ। ਓਕੇ ਜੀ, ਥੈਂਕ ਯੂ। ਸੋ ਫਿਰ ਉਸ ਸਮੇਂ ਹੋਊ ਯਾਰ ਬਈ ਆਪਾਂ ਨਾ ਉੱਠ ਖੜੇ, ਗੁਰੂ ਨੇ ਤਾਂ ਸਿਰ ਜਿਹੜਾ ਉਹ ਲਿਆ ਹੀ ਨਹੀਂ। ਇਹ ਸੀ ਅੱਜ ਦਾ ਪ੍ਰੋਗਰਾਮ। ਕੱਲ੍ਹ ਨੂੰ ਮੁੜਦੇ ਹਾਂ ਫਿਰ ਸ਼ੁੱਕਰਵਾਰ, ਤੇ ਹੋਰ ਗੱਲਬਾਤ ਚੱਲੇਗੀ। ਧੰਨਵਾਦ ਜਿਹੜੇ ਹਿੱਸਾ ਪਾਉਂਦੇ ਹੋ ਪ੍ਰੋਗਰਾਮ 'ਚ, ਗੱਲਬਾਤ ਕਰਦੇ ਹੋ ਤੇ ਕਰਦੇ ਰਿਹਾ ਕਰੋ। ਸ਼ੁਕਰੀਆ।